ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਸਾਡੀ ਡਿਊਟੀ ਹੈ ਜੀ ਕਿ ਵੀ ਇਸ ਮੌਕੇ 'ਤੇ ਜਿਹੜੀਆਂ ਵੀ ਖਬਰਾਂ ਪਿਛਲੇ ਸਮੇਂ 'ਚ ਘਟੀਆਂ ਵਾਪਰੀਆਂ ਹੋਣ ਉਹ ਆਪ ਜੀ ਦੇ ਨਾਲ ਸਾਂਝੀਆਂ ਕਰ ਲੈਣੀਆਂ। ਕੋਸ਼ਿਸ਼ ਕਰੀਦੀ ਹੈ ਕਿ ਵੀ ਜੋ ਜਿਵੇਂ ਹੈ ਆਪ ਜੀ ਦੀ ਕਚਹਿਰੀ 'ਚ ਰੱਖ ਦਈਏ। ਬਾਕੀ ਹਰ ਰੋਜ਼ ਸਮਾਂ ਬਦਲਦਾ, ਬਿਆਨ ਬਦਲਦੇ ਨੇ, ਸਿਆਸਤ ਬਦਲਦੀ ਹੈ ਅਤੇ ਉਹ ਸਾਰੇ ਕੁਛ ਦੇ ਨਾਲ ਲੋਕਾਂ ਦਾ ਜੀਵਨ ਪੱਧਰ ਵੀ ਬਦਲਦਾ। ਅੱਜ ਵੀ ਗੱਲਬਾਤ ਕਰਾਂਗੇ ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਹਾਰਾਜ ਸਿਹਤਾਂ ਤੇ ਠੀਕ ਹੀ ਆਪਦੀਆਂ ਅੱਜ? ਨਹੀਂ ਪੀੜੀਆਂ ਠੀਕ ਹੈ ਜੀ ਅੱਜ। ਮੈਂ ਵੀ ਉਦੋਂ ਪਹਿਲਾਂ ਬੰਦਾ ਦੱਸਿਆ ਆਪ ਹੀ ਦੱਸ ਵੀ ਅੱਜ ਠੀਕ ਲੱਗਦਾ ਕੁਛ। ਨਹੀਂ ਅੱਜ ਦੇਖੋ ਜਦੋਂ ਬੰਦਾ ਸਵੇਰੇ ਉੱਠ ਕੇ ਸ਼ਿਕੰਜਵੀ ਪੀ ਲਵੇ ਚਾਹ ਦੀ ਥਾਂ, ਕਿਉਂਕਿ ਨਿੰਬੂ ਇੰਨੇ ਮਹਿੰਗੇ, ਸ਼ਿਕੰਜਵੀ ਵੀ ਚਾਹ ਦੀ ਥਾਂ ਪੀਣ ਨੂੰ ਜੀ ਕਰਦਾ। ਨਹੀਂ ਇਹ ਤਾਂ ਗੱਲ ਹੈ ਜੀ। ਦੇਖੋ ਉਹ ਗੱਲ ਵੱਖਰੀ ਆ ਵੀ ਅਸੀਂ ਹੁਣ ਇੱਥੇ ਫੋਟੋ ਵਿਖਾ ਨਹੀਂ ਸਕਦੇ। ਕੱਲ੍ਹ ਅਸੀਂ ਚੇਚਾ ਫੋਟੋ ਖਿੱਚੀ ਸੀ ਵੀ ਯਾਰ ਉਹ ਉਹ ਨਿੰਬੂ ਵੀ ਪਏ ਨਹੀਂ ਇੱਥੇ, ਹੈ ਨਾ, ਜਿਹਨੂੰ ਕਹਿੰਦੇ ਵੀ ਮਤਲਬ ਆਹੋ ਵੱਡੀ ਦੁਕਾਨ ਤੇ ਗਏ ਤੇ ਉੱਥੇ ਨਿੰਬੂਆਂ ਨੂੰ ਹੋ ਪਿਆ ਪਹਿਲਾਂ। ਵੈਸੇ ਵੇਖਣ ਨੂੰ ਜੀ ਕਰ ਰਿਹਾ ਵੀ ਯਾਰ ਅੱਛਾ ਇਹ ਨਿੰਬੂ ਨੇ ਮਤਲਬ। ਮੈਂ ਤਾਂ ਭਰਾ ਨੂੰ ਮਸੀਂ ਰੋਕਿਆ। ਭਰਾ ਨੇ ਪਹਿਲਾਂ ਤਾਂ ਕੋਲ ਖੜ ਕੇ ਐਂ ਹੱਥ ਕਰਕੇ ਦੇਖਿਆ, ਅੱਛਾ ਨਿੰਬੂ ਹੈ। ਉਹਦੇ ਤੋਂ ਬਾਅਦ ਫਿਰ ਇਹਦੇ ਜੀ ਕਿਤੇ ਨੇ ਹੱਥ ਫੜਿਆ, ਮੈਂ ਨਹੀਂ ਰੋਕਿਆ। ਜਦੋਂ ਨਹੁੰ ਖਵਾਉਣ ਲੱਗੇ ਨਾ ਮੈਂ ਕਿਹਾ ਰਹਿੰਦੇ ਆਦੇ ਉਹੀ ਅਮਰੂਦਾਂ ਵਾਲੀ ਆਦਤ ਪਈ ਆ ਨਾ ਚੈੱਕ ਕਰਨ ਦੀ। ਚਲੋ ਕੋਈ ਗੱਲ ਨਹੀਂ, ਦੇਖੋ ਸਾਰਾ ਕੁਝ ਚੱਲਦਾ ਰਹਿਣਾ ਚਾਹੀਦਾ ਤੇ ਸਾਰਾ ਕੁਝ ਜੇ ਚੱਲਦਾ ਰਹੂਗਾ ਫੇਰ ਹੀ ਗੱਡੀ ਚੱਲਣੀ ਹੈ, ਨਹੀਂ ਤੇ ਕਈ ਚੀਜ਼ਾਂ ਰੁਕ ਜਾਂਦੀਆਂ ਜੀ। ਇੱਕ ਚੀਜ਼ ਜਿਹੜੀ ਹੈਗੀ ਆ ਉਹ ਇਹ ਆ ਕਿ ਵੀ ਹੌਲੀ ਹੌਲੀ ਹੁਣ ਜਿਹੜੀ ਕਹਿੰਦੇ ਵੀ ਚਰਚਾ ਚੱਲਣ ਲੱਗ ਪਈ ਹੈ ਵੀ ਹਰੇਕ ਬੰਦਾ ਅੱਜ ਕੱਲ੍ਹ ਨਾ ਇਹ ਸੋਚਣ ਲੱਗ ਪਿਆ ਵੀ ਯਾਰ ਫਜ਼ੂਲ ਖਰਚੀ ਕਿਸੇ ਤਰ੍ਹਾਂ ਰੋਕੀਏ। ਪਰ ਦੂਜੇ ਪਾਸੇ ਬੰਦਾ ਸੋਚਦਾ ਵੀ ਚਲੋ ਮੈਂ ਫਜ਼ੂਲ ਖਰਚੀ ਤੇ ਰੋਕ ਲੂੰਗਾ ਜਿਹੜੀਆਂ ਚੀਜ਼ਾਂ ਵੈਸੇ ਮਹਿੰਗੀਆਂ ਹੋਈ ਜਾਂਦੀਆਂ। ਵੀ ਤੇਲ ਵਾਲੇ ਪਾਸੇ ਵੇਖ ਲਓ, ਕਹਿੰਦੇ ਉਹਨੂੰ ਅੱਗ ਲੱਗੀ, ਕਹਿੰਦੇ ਪੈਟਰੋਲ ਪਾ ਕੇ ਸਕੂਟਰ 'ਚ ਲੱਗੇ ਨਾ ਲੱਗੇ ਬਾਹਰ ਲੱਗੀ ਠੀਕ ਹੈ। ਹੋਰ ਆ ਨਿੰਬੂ, ਦੂਜੀਆਂ ਤੀਜੀਆਂ ਚੀਜ਼ਾਂ ਦੀ ਜਿਹੜੀ ਮਹਿੰਗਾਈ ਆ ਉਹ ਜਿੱਥੇ ਕੱਪੜ ਗਈ ਆ ਉਸ ਹਿਸਾਬ ਨਾਲ ਸਰਵਾਈਵਲ ਕਿੱਥੇ ਜਾ ਕੇ ਹੋਊਗਾ ਬੰਦੇ ਦਾ। ਕਿਉਂਕਿ ਜੇ ਇੱਦਾਂ ਹੀ ਕੰਮ ਚੱਲਦਾ ਰਿਹਾ ਤੇ 5-7 ਸਾਲਾਂ ਤੱਕ ਕਿੱਧਰ ਜਾਊਗੀ ਕਹਾਣੀ। ਦੇਖੋ ਸਾਨੂੰ ਖਤਰਾ ਹੋ ਸਕਦਾ, ਤੁਹਾਨੂੰ ਥੋੜ੍ਹੀ ਆ। ਨਹੀਂ ਮੈਨੂੰ ਜ਼ਿਆਦਾ, ਮੈਂ ਤਾਂ ਤਦੇ ਕਹਿਣ ਡਿਆ ਲੀਡਰਾਂ ਨੂੰ ਹੈ ਨਹੀਂ। ਨਹੀਂ ਅਸੀਂ ਤਾਂ ਵਿਚਾਰੇ ਖਤਮ ਹੋ ਗਏ ਵੀਰ ਜੀ। ਜਦੋਂ ਦਾ ਤੁਸੀਂ ਆਹ ਕੰਮ ਸ਼ੁਰੂ ਕੀਤਾ ਅਸੀਂ ਆਨੇ ਵੀ ਅਸੀਂ ਚੇਂਜ ਕਰਤਾ ਸਾਰਾ ਕੁਛ, ਵੀ ਇੱਦਾਂ ਵੀ ਕਰਤਾ। ਹੁਣ ਗੱਲ ਥੋੜ੍ਹਾ ਚੰਗੀ ਉੱਤੋਂ ਦੇ ਨੇ ਆਹ ਵੀ ਕਰਾਂਗੇ ਉਹ ਵੀ ਕਰਾਂਗੇ, ਇਹਦੀ ਵੀ ਜਾਂਚ ਕਰਾਉਣੀ, ਉਹਦੀ ਵੀ ਕਰਾਉਣੀ। ਫਿਰ ਕੋਈ ਕਿਸੇ ਪਾਸੇ ਛੱਡਦੇ ਥੋੜ੍ਹਾ ਤੁਸੀਂ। ਨਹੀਂ ਚਲੋ ਦੇਖੋ ਹੈ ਤਾਂ ਉਹਦਾ ਔਖਾ ਹੀ ਆ। ਤੇਲ ਨੂੰ ਅੱਗ ਲੱਗੀ ਪਈ, ਮੈਨੂੰ ਇਹ ਨਹੀਂ ਸਮਝ ਆਉਂਦਾ ਤੁਸੀਂ ਤੇਲ 'ਤੇ ਚੱਲਦੇ ਆ। ਨਹੀਂ ਮੈਂ ਤਾਂ ਨਹੀਂ ਚੱਲਦਾ, ਪਰ ਅੱਜ ਕੱਲ੍ਹ ਤਾਂ ਕਾਰਨ ਇਹ ਹੋ ਗਿਆ ਵੀ ਜਿਹੜੇ ਨਵੇਂ ਮੁੰਡੇ ਆ ਨਾ ਉਹ ਕਹਿੰਦਾ ਵੀ ਖਾਦ ਖੂਦ ਚੰਗੇ ਕਢਾਏ ਆ ਜੀ। ਤੇ ਜੇ ਘਰਦਿਆਂ ਨੇ ਕਿਹਾ ਵੀ ਪੁੱਤ ਕੁਛ ਨਹੀਂ, ਬਿਸਕੁਟਾਂ ਦਾ ਪੈਕਟ ਹੀ ਲੈ ਭਾਵੇਂ ਲਾਗਲੀ ਦੁਕਾਨ ਤੋਂ, ਉਹ ਵੀ ਤਾਂ ਉਸੇ ਵੇਲੇ ਪਲਟੀਨੇ ਨੂੰ ਕਿੱਕ ਮਾਰਦਾ। ਪਲਟੀਨਾ ਸਮਝਦੇ? ਹਾਂਜੀ। ਅਜੇ ਉਹ ਤੇਲ ਵੀ ਘੱਟ ਖਾਂਦਾ ਪਰ ਉਹਨੂੰ ਕਿੱਕ ਮਾਰਦਾ ਵੀ ਉੱਤੇ ਜਾਣਾ। ਉਹਨੇ ਦਾ ਬਿਸਕੁਟਾਂ ਦਾ ਪੈਕਟ ਨਹੀਂ ਹੁੰਦਾ ਜਿੰਨੇ ਦਾ ਪਲਟੀਨਾ ਪੀ ਜਾਂਦਾ ਬਾਅਦ 'ਚ। ਨਹੀਂ ਇਹ ਤਾਂ ਗੱਲ ਤੁਹਾਡੀ ਠੀਕ ਹੈ। ਬਾਕੀ ਸੰਧਾਲੀਆ ਸਭ ਇੱਦਾਂ ਕਿ ਲੋਕ ਤੰਗ ਜ਼ਰੂਰ ਹੈਗੇ ਆ। ਨਿੰਬੂ ਮਹਿੰਗੇ, ਤੇਲ ਮਹਿੰਗਾ, ਹੋਰ ਖਾਣ ਪੀਣ ਵਾਲੀਆਂ ਵਸਤਾਂ ਮਹਿੰਗੀਆਂ, ਕਣਕ ਦਾ ਉਤਪਾਦਨ ਘੱਟ ਹੋਇਆ, ਨੌਕਰੀ ਮਿਲਦੀ ਕੋਨੂੰ। ਇਹ ਸਾਰੀ ਸਥਿਤੀ ਦੇ ਵਿੱਚ ਲੋਕਾਂ ਦੀ ਤੰਗੀ ਤਾਂ ਜਾਇਜ਼ ਆ, ਪਰ ਫੇਰ ਵੀ ਕਈ ਪਾਸੇ ਲੋਕ ਕਹਿੰਦੇ ਕੋਈ ਗੱਲ ਨਹੀਂ ਮਹਿੰਗਾਈ ਤਾਂ ਥੱਲੇ ਲੈਵਾਂਗੇ, ਮੁੜ ਕੇ ਵਾਧੂ ਘਾਟੂ ਖਰਚੇ ਘਟਾ ਲਵਾਂਗੇ, ਪਰ ਆਹ ਨਹੀਂ ਛੱਡਣੇ। ਕਿਹੜੇ ਭਲਾ? ਵਿਆਹ ਵਾਲੇ ਨਾ। ਹਾਂ, ਫਰੀਦਕੋਟ ਦੀ ਘਟਨਾ। ਅੱਛਾ। ਫਰੀਦਕੋਟ ਦੇ ਵਿੱਚ ਕਿਉਂਕਿ ਗੁਰਦਿੱਤ ਸਿੰਘ ਸੇਖੋਂ ਹੋਰੀ ਪਹਿਲੀ ਵਾਰੀ ਐਮਐਲਏ ਬਣਿਆ, ਪਿਛਲੇ ਵਾਰੀ ਇਲੈਕਸ਼ਨ ਹਾਰ ਗਿਆ ਸੀ। ਉਹਨਾਂ ਨੂੰ ਲੋਕਾਂ ਨੇ 2-4 ਵਾਰੀ ਕਿਹਾ ਹਲਕੇ ਦੇ ਵਿੱਚ ਕਿ ਭਾਈ ਸਾਡੇ ਇੱਥੇ ਨਸ਼ਾ ਵਿਕਦਾ, ਉੱਥੇ ਵੀ ਨਸ਼ਾ ਵਿਕਦਾ। ਉਹ ਜਿੱਥੇ ਲੋਕ ਕਹਿੰਦੇ ਸੀ ਉੱਥੇ ਚਲੇ ਜਾਂਦੇ। ਜਾ ਕਹਿੰਦੇ ਮੈਂ ਖਲੋਤਾ ਹੀ। ਮੈਂ ਇੱਕ ਗੱਲ ਤਾਂ ਤੁਹਾਨੂੰ ਵਾਅਦਾ ਕਰਦਾ, 2-4 ਦਿਨ ਲੱਗ ਸਕਦੇ ਆ ਪਰ ਨਸ਼ੇ ਵਾਲਾ ਨਹੀਂ ਮੈਂ ਰਹਿਣ ਦਿੰਦਾ। ਹੁਣ ਫਰੀਦਕੋਟ ਸ਼ਹਿਰ ਦੇ ਇੱਕ ਮੁਹੱਲੇ ਵਾਲਿਆਂ ਨੇ ਟੈਲੀਫੋਨ ਕਰ ਦਿੱਤਾ, ਕਹਿੰਦੇ ਸੇਖੋਂ ਦਾ ਬੰਦਾ ਵੇਚਦਾ ਹੀ ਨਸ਼ਾ, 5-7 ਬੰਦੇ ਲੈਣ ਵੀ ਆਇਆ, ਪੁਲਿਸ ਲੈ ਕੇ ਆ ਜਾਓ। ਉਹਨਾਂ ਨੇ ਪੁਲਿਸ ਫੋਰਸ ਨੂੰ ਕਿਹਾ, ਨਾਲ ਹੀ ਆਪ ਚਲੇ ਗਏ। 1 ਫੜ, 2 ਫੜ, 3 ਫੜ। 2 ਘੰਟਿਆਂ ਦੇ ਵਿੱਚ ਜਿਹੜੇ ਕੋਈ ਪਹਿਲਾਂ ਵੀ ਲੈ ਕੇ ਗਏ ਸੀ ਪੁੜੀਆਂ, 11 ਇਕੱਠੇ ਕਰ ਲੈ। ਤੇ ਸਭ ਤੋਂ ਕਮਾਲ ਦੀ ਗੱਲ ਕਿ ਉਹਨਾਂ ਦੇ ਵਿੱਚ ਇੱਕ ਵਰਦੀਧਾਰੀ ਪੁਲਿਸ ਵਾਲਾ ਵੀ, ਚਲੋ ਉਹ ਵੀ ਮਾੜਾ ਮੋੜਾ ਫੱਕਾ ਫੁੱਕਾ ਮਾਰ ਲੈਂਦਾ ਉਹ ਕਿਸੇ ਚੀਜ਼ ਦਾ। ਉੱਥੇ ਫਿਰ ਮੁਹੱਲੇ ਦੇ ਲੋਕਾਂ ਨੂੰ ਪੁੱਛਿਆ, ਕਹਿੰਦੇ ਜੀ ਅੱਜ ਐਤਵਾਰ ਸੀ, ਘਰੇ ਹੀ ਸੀ, ਬਹੁਤੇ ਦਿਨ ਸੁੱਧ ਵੀ ਹੁੰਦਾ ਕੋਈ ਨਹੀਂ ਕਿਉਂਕਿ ਗਰਮੀ ਆ। ਇੱਕ ਨੇ ਦੇਖ ਲਿਆ ਕਿ ਭਾਈ ਕੰਮ ਉਹਨੇ ਸ਼ੁਰੂ ਕਰ ਦਿੱਤਾ, ਚੇਤਾਵਨੀਆਂ ਬਹੁਤ ਦਿੱਤੀਆਂ ਸੀ, ਹਟਦਾ ਹੈ ਨਹੀਂ ਸੀ। ਉਹਨੇ ਟੈਲੀਫੋਨ ਸਾਰਿਆਂ ਨੂੰ ਕਰ ਦਿੱਤੇ। ਅਸੀਂ ਫਿਰ ਸਾਰੇ ਇਕੱਠੇ ਹੋ ਗਏ। ਐਮਐਲਏ ਸਾਹਿਬ ਤੋਂ ਵੀ ਐਤਕੀ ਅਸੀਂ ਦੇਖਣਾ ਸੀ ਕੀ ਕਰਦੇ ਆ, ਤੇ ਐਮਐਲਏ ਸਾਹਿਬ ਆਪ ਹੀ ਆ ਗਿਆ ਤੇ ਬੰਦੇ ਦਬੋਚ ਲੈ। ਤੇ ਤੁਸੀਂ ਦੇਖੋ ਕਿ ਉੱਥੇ ਗੁਰਦਿੱਤ ਸਿੰਘ ਸੇਖੋਂ ਕਹਿੰਦੇ ਜੀ ਸਰਕਾਰ ਮੇਰੀ ਆ, ਸਾਡੀ ਪਾਰਟੀ ਦੀ ਆ, ਪਰ ਕਹਿੰਦੇ ਨਸ਼ੇ ਵਾਲੀ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ। ਜੇ ਕਿਸੇ ਅਫਸਰ ਨੇ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਕੋਈ ਸਿਫਾਰਿਸ਼ ਲੈ ਕੇ ਇਹਨਾਂ ਨੂੰ ਬਚਾਉਣ ਲਈ ਆਇਆ, ਸਰਕਾਰ ਭਾਵੇਂ ਮੇਰੀ ਆ ਪਰ ਮੈਂ ਲੋਕਾਂ ਨਾਲ ਖੜਾ, ਫਿਰ ਕੱਲ੍ਹ ਨੂੰ ਨਾ ਆਖਿਓ ਇਸ ਕਰਕੇ ਕਾਰਵਾਈ ਠੋਕ ਵਜਾ ਕਰਿਓ। ਨਹੀਂ ਦੇਖੋ ਬਾਕੀ ਦੀ ਗੱਲਾਂ ਦੀਆਂ ਗੱਲਾਂ, ਵੀ ਕਿਸੇ ਨੂੰ ਤੁਸੀਂ ਕਹਿ ਦੋਗੇ ਵੀ ਉਹ ਜੀ ਕੰਮ ਨਹੀਂ ਮਿਲਿਆ ਤਾਂ ਵਿਗੜ ਗਿਆ, ਕਿਸੇ ਨੂੰ ਕਹਿੰਦੇ ਵੀ ਹਾਂ ਵੀ ਘਰੋਂ ਸੌਖਾ ਹੀ ਤਾਂ ਵਿਗੜ ਗਿਆ, ਕਿਸੇ ਨੂੰ ਹੁੰਦਾ ਵੀ ਇਹਨਾਂ ਹੀ ਸ਼ਰੀਕਾਂ ਲਾਤਾ ਮੁੰਡਾ, ਉਹਨਾਂ ਨੂੰ ਇਹ ਸੀ ਵੀ ਚਲੋ ਇਹਨੂੰ ਪੁੱਠੀ ਸੰਗਤ 'ਚ ਪਾਓ। ਪਰ ਜਿੰਨੇ ਸੁੱਖ ਨਾਲ ਵਰਦੀ ਪਾਈ ਉਹਦੇ ਕੋਲ ਤੇ ਨੌਕਰੀ ਵੀ ਹੈ ਜੀ, ਕੰਮ ਵੀ ਆ, ਡਿਊਟੀ ਵੀ ਆ,
ਵੇਲ ਵੀ ਹੈ ਨਹੀਂ। ਜਿੱਦਾਂ ਜੇ ਆਪਾਂ ਗੱਲ ਕਰੀਏ ਵੀ ਮਹਿਕਮੇ ਦੀ ਡਿਊਟੀ ਇਦਾਂ ਦੀ ਮਾਰਾ ਇਹਨਾਂ ਦਿਨੇ ਚੈਨ ਨਾ ਰਾਤ ਚੈਨ, ਜੇ ਉਹ ਵੀ ਬੰਦੇ ਇਸ ਪਾਸੇ ਤੁਰ ਪਏ ਆ ਤੇ ਫਿਰ ਤੇ ਚਿੰਤਾ ਕਰਨ ਵਾਲੀ ਗੱਲ ਹੈਗੀ ਕਿ ਨਹੀਂ। ਤੁਸੀਂ ਇਹ ਦੇਖੋ ਕਿ ਮਹੱਲੇ ਦੇ ਇੱਕ ਬੰਦੇ ਨੂੰ ਮੀਡੀਆ ਵਾਲਿਆਂ ਨੇ ਪੁੱਛਿਆ ਜੀ ਤੁਸੀਂ ਕੀ ਚਾਹੁੰਦੇ, ਕਹਿੰਦੇ ਅਸੀਂ ਡੋਪ ਟੈਸਟ ਚਾਹੁੰਦੇ ਪਰ ਸਭ ਤੋਂ ਪਹਿਲਾਂ ਪੁਲਿਸ ਵਾਲਿਆਂ ਦਾ ਚਾਹੁੰਦੇ ਆ। ਉਹ ਕਹਿੰਦਾ ਬਹੁਤ ਚੰਗੇ ਬੰਦੇ ਵੀ ਇੱਥੇ ਹੈਗੇ ਆ ਜਿਹੜੇ ਬੰਦੇ ਫੜ ਕੇ ਵੀ ਲੈ ਜਾਂਦੇ ਰਹੇ, ਲੋਕਾਂ ਨੂੰ ਇਨਸਾਫ ਵੀ ਕਰਦੇ ਆ। ਪਰ ਜੇ ਉਹ ਕਹਿੰਦੇ ਜੀ 0.1% ਪੁਲਿਸ ਵਾਲੇ ਵੀ ਕਿਸੇ ਨਾ ਕਿਸੇ ਕਾਰਨ ਕਰਕੇ ਨਸ਼ੇ 'ਚ ਲੱਗੇ ਤਾਂ ਮਤਲਬ ਕਿ ਉਹਨਾਂ ਨੂੰ ਉਹ ਪਹਿਲਾਂ ਦੱਸਣਗੇ ਵੀ ਕਿ ਰੇਡ ਹੋਣ ਲੱਗੀ ਆ, ਬਾਕੀ ਸਾਰਾ ਕੁਝ ਕਰਨਾ। ਉਹ ਕਹਿੰਦੇ ਬੜੇ ਮੁੰਡੇ ਤਿਆਰ ਨੇ, ਇੱਥੇ ਦੌੜ ਲਾਉਂਦੇ ਸਵੇਰੇ ਸ਼ਾਮ, ਡੰਡ ਬੈਠਕਾਂ ਕੱਢਦੇ, ਕੱਦ ਪੂਰੇ, ਛਾਤੀ ਮਿਲ ਲਓ ਪੂਰੀ ਆਉਂਦੀ, ਇੰਚੀ ਟਾਈਮ ਨਾਲ ਮਿਲ ਲਓ। ਤੁਸੀਂ ਡੋਪ ਟੈਸਟ ਕਰਾਓ, ਜਿਹੜਾ ਬੰਦਾ ਇਹਨਾਂ ਦੇ ਵਿੱਚੋਂ ਡੋਪ ਟੈਸਟ ਦੇ ਵਿੱਚ ਦਾਗੀ ਨਿਕਲਦਾ ਬਾਹਰ ਕੱਢ ਕੇ ਮਾਰੋ, ਮੁੰਡੇ ਨਵੇਂ ਭਰਤੀ ਕਰੋ। ਹੁਣ ਉਹਨੇ ਇਹ ਵੀ ਕਹਿਤਾ, ਕਿਉਂਕਿ ਤੁਸੀਂ ਦੇਖੋ ਨਾ ਆਮ ਲੋਕ ਕਿੱਥੇ ਤੱਕ ਤੰਗ ਨੇ, ਪਰੇਸ਼ਾਨ ਨੇ। ਮੈਂ ਤਾਂ ਸੰਧਾਲੀਆ ਸਾਹਿਬ ਤੁਹਾਡੇ ਨਾਲ ਸਾਂਝੇ ਤੌਰ ਦੇ ਉੱਤੇ ਵਿਰੋਧੀ ਧਿਰਾਂ ਦੇ ਜਿੰਨੇ ਵਿਧਾਇਕ ਨੇ ਉਹਨਾਂ ਨੂੰ ਬੇਨਤੀ ਕਰਦਾ, ਰਾਜਾ ਵੜਿੰਗ ਸਾਹਿਬ ਆਪਣੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਲਾਓ, ਅਕਾਲੀ ਦਲ ਵਾਲੇ 3 ਵੀ ਸਿਰ ਜੋੜ ਕੇ ਬੈਠਣ, 2 ਭਾਜਪਾ ਵਾਲੇ ਵੀ ਸਲਾਹ ਕਰਨ, ਇੱਕ ਬਸਪਾ ਦਾ ਤੇ ਇੱਕ ਆਜ਼ਾਦ, ਉਹ ਭਾਵੇਂ ਆਪਸ 'ਚ ਸਲਾਹ ਕਰ ਲੈਣ, ਰਾਣਾ ਇੰਦਰ ਪ੍ਰਤਾਪ ਹੋਰੀ, ਕਿ ਭਾਈ ਤੁਹਾਡੇ ਹਲਕੇ 'ਚ ਵੀ ਜੇ ਵਿਕਦਾ, ਲੋਕਾਂ ਨੂੰ ਕਹੋ ਕਿ ਭਾਈ ਐਮਐਲਏ ਨੂੰ ਵੀ ਟੈਲੀਫੋਨ ਕਰਨਾ, ਮੈਂ ਉਸਲੇ ਮੌਕੇ ਦੇ ਉੱਤੇ ਆਉਂ, ਮੁਫਤ ਦੀ ਬੱਲੇ ਬੱਲੇ ਆ, ਸੜਕ ਬਣਾਉਣੀ ਆ, ਪੈਸੇ ਲੱਗਣੇ ਆ, ਧਰਮਸ਼ਾਲਾ ਦਾ ਕਮਰਾ ਬਣਾਉਣਾ, ਪੈਸੇ ਲੱਗਣੇ, ਸਟੇਡੀਅਮ ਲਈ ਪੈਸੇ ਲੱਗਣੇ ਆ, ਉਹਦੇ ਲਈ ਕੋਈ ਪੈਸਾ ਨਹੀਂ ਲੱਗਣਾ, ਬੱਲੇ ਬੱਲੇ ਬਾਬਾ। ਸੱਤਾਧਾਰੀ ਧਿਰ ਨੇ ਤਾਂ ਕਰਨਾ, ਕਿਉਂਕਿ ਲੋਕਾਂ ਨੇ ਉਹਨੂੰ ਸਵਾਲ ਪੁੱਛਣੇ ਆ। ਵਿਰੋਧੀ ਧਿਰਾਂ ਦੇ ਕੋਲ ਵੀ ਮੌਕਾ ਕਿ ਨਸ਼ਾ ਹੈਗਾ ਹੀ, ਤੁਸੀਂ ਆਪ ਖੁਦ ਮੂਹਰੇ ਆ ਕੇ ਹੀਰੋ ਬਣ ਜਾਓ ਭਾਈ, ਕੋਈ ਰੋਕ ਵੀ ਨਹੀਂ ਸਕਦਾ, ਮੀਡੀਆ ਵਾਲੇ ਝਟ ਕਵਰ ਕਰਨਗੇ। ਵਧੀਆ ਗੱਲ ਆ। ਮੈਨੂੰ ਲੱਗਦਾ ਵੀ ਇਹ ਗੱਲ ਪਹੁੰਚਦੀ ਮੁੱਖ ਮੰਤਰੀ ਸਾਹਿਬ ਤੱਕ ਵੀ ਪਹੁੰਚੀ, ਇਸੇ ਕਰਕੇ ਉਹਨਾਂ ਨੇ ਪਹਿਲਾਂ ਤੇ ਸੱਦਾ ਪੱਤਰ ਪਹੁੰਚਾਇਆ ਜੀ ਵੱਡੇ ਅਫਸਰਾਂ ਨੂੰ। ਉਹ ਕਹਿੰਦੇ ਵੀ ਆਇਓ, ਵੀ ਗੱਲ ਕਰਨੀ ਆ। ਫਿਰ ਕਹਿੰਦੇ ਆ ਕਿ ਵੀ ਉਹਨਾਂ ਨੇ ਉੱਥੇ ਸੱਦ ਕੇ ਤੇ ਲੰਮੀ ਚੌੜੀ ਮੀਟਿੰਗ ਕੀਤੀ ਉਹਨਾਂ ਨਾਲ। ਕੁੱਲ ਮਿਲਾ ਕੇ ਜੋ ਇੱਕ ਤਾਂ ਦੇ ਵੀ ਆਹ ਕਰਨਾ, ਇਦਾਂ ਕਰਨਾ, ਇਦਾਂ ਕਰਨਾ, ਇਦਾਂ ਕਰਨਾ, ਪਰ ਜੇ ਆਪਾਂ ਸਾਰੇ ਕੁਝ ਦਾ ਕਰਕਸ ਕੱਢ ਲਈਏ ਤੇ ਕਰਕਸ ਇਹ ਕਹਿੰਦਾ ਵੀ, ਉਹ ਕਹਿੰਦੇ ਵੀ ਜੋ ਮਰਜ਼ੀ ਹੋ ਜਾਵੇ, ਜੋ ਮਰਜ਼ੀ ਕਰਨਾ ਪੈ ਜਾਵੇ, ਇਹ ਨਸ਼ੇ ਦਾ ਲੱਕ ਤੋੜਨਾ ਜੀ। ਹੁਣ ਜੇ ਮੁੱਖ ਮੰਤਰੀ ਸਾਹਿਬ ਨੇ ਵੱਡੇ ਅਫਸਰਾਂ ਨੂੰ ਸੱਦ ਕੇ ਇਹ ਇੰਸਟਰਕਸ਼ਨਾਂ ਦੇ ਦਿੱਤੀਆਂ ਵੀ ਆਪਾਂ ਇਹ ਕੰਮ ਬੰਦ ਕਰਨਾ, ਤੇ ਫਿਰ ਆਪਾਂ ਆਸ ਕਰ ਸਕਦੇ ਹਾਂ ਵੀ ਇੱਕ ਤਰ੍ਹਾਂ, ਕਿਉਂਕਿ ਥੱਲੇ ਇਹੀ ਚਰਚਾ ਚੱਲਦੀ ਸੀ ਵੀ ਯਾਰ ਕਿਤੇ ਨਾ ਕਿਤੇ ਉੱਪਰ ਤਾਰ ਜੁੜਦੀ ਹੈ। ਹੁਣ ਤੇ ਅਗਲਾ ਨੇ ਜੈਂਪਰ ਹੀ ਲਾਤਾ, ਹੁਣ ਫਿਰ ਬਲਬ ਤੇ ਨਹੀਂ ਜਗਣਾ ਚਾਹੀਦਾ ਥੱਲੇ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਸੋ ਆਸ ਕਰਦੇ ਹਾਂ ਵੀ ਉਹਦੇ ਨਾਲ ਫਰਕ ਪਊਗਾ। ਨਹੀਂ, ਕਾਫੀ ਫਰਕ ਪਊਗਾ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਕੰਵਰ ਸੰਧੂ ਹੋਰੀ ਸਾਬਕਾ ਵਿਧਾਇਕ ਨੇ, ਆਮ ਆਦਮੀ ਪਾਰਟੀ 'ਚ ਸੀ, ਉਹਨਾਂ ਨੇ ਵੀ ਕਿਹਾ ਕਿ ਓਵਰਡੋਜ਼ ਦੇ ਕਰਕੇ ਸਰਕਾਰ ਬਣੀ ਹੈ, ਕਈ ਬੱਚੇ ਮਾਰੇ ਗਏ, ਥੋੜ੍ਹਾ ਜਿਹਾ ਧਿਆਨ ਦਿਓ। ਮਨਜਿੰਦਰ ਸਿੰਘ ਸਿਰਸਾ ਹੋਰੀ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ, ਦਿੱਲੀ ਤੋਂ ਨੇ, ਪਰ ਸਰਗਰਮ ਪੰਜਾਬ ਦੇ ਪ੍ਰਤੀ ਪੂਰੇ ਹੁੰਦੇ ਆ। ਕੋਈ ਮਸਲਾ ਆਵੇ ਸਭ ਤੋਂ ਪਹਿਲਾਂ ਬਿਆਨ, ਪ੍ਰੈਸ ਕਾਨਫਰੰਸ, ਟਵੀਟ ਉਹਨਾਂ ਦਾ। ਉਹਨਾਂ ਨੇ ਵੀ ਅੰਕੜਾ ਦੱਸਿਆ ਜੀ, ਇਸ ਪਿੰਡ ਦਾ ਮੁੰਡਾ, ਇਸ ਪਿੰਡ ਦਾ ਮੁੰਡਾ, ਇਸ ਪਿੰਡ ਦਾ ਮੁੰਡਾ ਓਵਰਡੋਜ਼ ਕਰਕੇ ਗਏ। ਭਗਵੰਤ ਮਾਨ ਸਾਹਿਬ ਸਰਕਾਰ ਕਰਦੀ ਕੀ ਆ, ਤੇ ਉਹਨਾਂ ਨੇ ਮੀਟਿੰਗ ਕਰ ਲਈ। ਬਹੁਤ ਵਧੀਆ ਗੱਲ ਹੈ ਜੇ ਕੰਵਰ ਸੰਧੂ ਸਾਹਿਬ ਨੇ, ਸਿਰਸਾ ਸਾਹਿਬ ਨੇ ਇਸ ਮੁੱਦੇ ਦੇ ਉੱਤੇ ਕੁਝ ਗੱਲ ਕੀਤੀ ਹੈ। ਰਾਣੀ ਵਾਲਾ ਪਿੰਡ ਦਾ ਆਪਾਂ ਜ਼ਿਕਰ ਕੀਤਾ ਸੀ, ਲੋਕ ਗੁਰੂ ਘਰ 'ਚ ਇਕੱਠੇ ਹੋਏ। ਚੱਕ ਫਤਿਹ ਸਿੰਘ ਦਾ ਆਪਾਂ ਜ਼ਿਕਰ ਕਰਦੇ ਸੀ ਕਿ ਐਮਐਲਏ ਦਾ ਪਿੰਡ ਹੈ ਤੇ ਲੋਕ ਮੋਰਚਾ ਲਾ ਕੇ ਬਹਿ ਗਏ। ਇਸੇ ਤਰੀਕੇ ਜੇ ਹੁਣ ਫਰੀਦਕੋਟ ਦੇ ਲੋਕਾਂ ਨੇ ਵੀ ਝੰਡਾ ਚੱਕਿਆ ਤੇ ਚੱਕਣ ਹੋਰ ਬਥੇਰਿਆਂ ਨੇ ਚੱਕ ਲੈਣਾ, ਤੇ ਜੇ ਚੱਕਣ ਚੱਕੀ ਰੱਖਿਆ ਪੰਜਾਬੀਆਂ ਨੇ, ਕੋੜ ਵੱਢਿਆ ਜਾਊ, ਐਨ ਜੜੋਂ ਪੱਟਿਆ ਜਾਊ। ਤੇ ਜੇ ਇਦਾਂ ਕਿਤੇ ਹੋ ਜਵੇ ਤਾਂ ਵਧੀਆ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੋਰ ਹੈਗੀ ਆ, ਕਈ ਵਾਰੀ ਕਹਿੰਦੇ ਉਹ ਤਾਂ ਜਾਂਦੇ 4 ਪੈਸੇ ਆ ਗਏ, ਉਹ ਸੰਤਾਂ ਨੇ ਲਾ ਕੇ ਸਿੱਟਤਾ, ਮਿਲਾਉਂਦਾ ਵੀ ਨਹੀਂ, ਦੇਖਦਾ ਵੀ ਨਹੀਂ, ਇਹਨੂੰ ਨਰਮੋਆ ਹੀ ਹੋ ਗਿਆ। ਪਤਾ ਨਹੀਂ ਗੱਲ ਕੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਆ, ਉਹਨਾਂ ਨੇ ਕਿਹਾ ਸੀ ਜੀ ਅਸੀਂ ਤਾਂ ਰਲ ਮਿਲ ਕੇ ਚੋਣਾਂ ਲੜਨੀਆਂ, ਕੋਈ ਗੱਲ ਹੀ ਨਹੀਂ, ਸਾਡਾ ਗੱਠਜੋੜ ਅਟੂਟ ਹੈ, ਇਹ ਟੁੱਟ ਨਹੀਂ ਸਕਦਾ। ਪਰ ਪਤਾ ਨਹੀਂ ਕੀ ਗੱਲ ਹੋ ਗਈ ਹੈ। ਪਟਿਆਲੇ ਦੇ ਵਿੱਚ ਰਾਜਪੁਰੇ ਤੋਂ ਇੱਕ ਵਾਰੀ 2017 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਲੀਡਰ ਚੋਣ ਲੜੇ ਸੀ, ਤੇ ਪਿਛਲੇ ਸਮੇਂ ਦੇ ਵਿੱਚ ਸਰਗਰਮ ਬੜੇ ਰਹੇ ਹਰਜੀਤ ਸਿੰਘ ਗਰੇਵਾਲ ਸਾਹਿਬ। ਗਰੇਵਾਲ ਸਾਹਿਬ ਪਟਿਆਲੇ ਗਏ, ਆਪਣੀ ਪਾਰਟੀ ਦੇ ਹੋਰਾਂ ਲੀਡਰਾਂ ਨਾਲ ਮੀਟਿੰਗ ਕੀਤੀ ਕਿ ਆਪਾਂ ਪਟਿਆਲੇ ਦੀਆਂ ਨਿਗਮ ਚੋਣਾਂ ਲੜਨੀਆਂ। ਮੈਂ ਪਟਿਆਲੇ ਸ਼ਬਦ ਦਾ ਜ਼ਿਕਰ ਬਾਰ-ਬਾਰ ਤਾਂ ਕਰ ਰਿਹਾ ਕਿਉਂਕਿ ਕੈਪਟਨ ਸਾਹਿਬ ਦਾ ਆਪਦਾ ਸ਼ਹਿਰ ਹੈ, ਉੱਥੋਂ ਹੀ ਜਿੱਤ ਕੇ ਉਹ ਮੁੱਖ ਮੰਤਰੀ ਬਣਦੇ ਰਹੇ, ਉੱਥੋਂ ਹੀ ਸਾਰਾ ਕੁਝ ਕਰਦੇ ਰਹੇ। ਉਹਨਾਂ ਦੇ ਘਰੋਂ ਬੀਬੀ ਪ੍ਰਨੀਤ ਕੌਰ ਉੱਥੋਂ ਹੀ ਐਮਪੀ ਨੇ। ਜਾਣੀ ਜੇ ਕਿਤੇ ਕੈਪਟਨ ਸਾਹਿਬ ਦੀ ਪੰਜਾਬ ਲੋਕ ਕਾਂਗਰਸ ਦਾ ਮਾੜਾ ਮੋਟਾ ਪ੍ਰਭਾਵ ਹੈਗਾ, ਜਿੱਥੋਂ 4 ਵੋਟਾਂ ਮਿਲ ਸਕਦੀਆਂ, ਤਾਂ ਪਟਿਆਲਾ ਹੀ ਹੈ। ਉਹ ਕਹਿੰਦੇ ਜੀ ਮੈਂ ਗੱਠਜੋੜ ਕਰਨਾ। ਹਰਜੀਤ ਸਿੰਘ ਗਰੇਵਾਲ ਸਾਹਿਬ ਕਹਿੰਦੇ ਕੋਈ ਗੱਠਜੋੜ ਨਹੀਂ, ਸਾਡੀ ਪਾਰਟੀ ਨੇ ਆਪ ਚੋਣਾਂ ਲੜਨੀਆਂ, ਗੱਠਜੋੜ ਹੈ ਨਹੀਂ ਕੋਈ ਵੀ, ਨਾ ਅਸੀਂ ਇਹਨਾਂ ਨਾਲ ਕਰਨਾ, ਨਾ ਅਸੀਂ ਉਹਨਾਂ ਨਾਲ ਕਰਨਾ, ਕੋਈ ਗੱਠਜੋੜ ਨਹੀਂ, ਅਸੀਂ ਇਕੱਲਿਆਂ ਚੋਣਾਂ ਲੜਨੀਆਂ। ਤੇ ਜਦੋਂ ਹੁਣ ਕੈਪਟਨ ਸਾਹਿਬ ਦੇ ਆਪਦੇ ਸ਼ਹਿਰ ਪਟਿਆਲੇ ਦੇ ਵਿੱਚ ਜਾ ਕੇ ਉਹ ਐਲਾਨ ਕਰਿਆ, ਇਵਨ ਇੱਕ ਇਕੱਲੇ ਪਾਰਟੀ ਦੀ ਮੀਟਿੰਗ ਸੱਦੀ ਸੀ, ਚੋਣਾਂ ਦੀ ਤਿਆਰੀ ਕਰਨੀ ਸੀ। ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਪਿਛਲੇ ਦਿਨੀ ਕੈਪਟਨ ਸਾਹਿਬ ਨੇ ਕਿਹਾ ਸੀ ਸਾਡਾ ਤਾਂ ਗੱਠਜੋੜ ਪਾਈ ਪੱਕਾ, ਆਪਾਂ ਤਾਂ ਹੁਣ ਐਂ ਕਰਨੀ ਹੈ, ਐਵੇਂ ਭਾਰਤੀ ਜਨਤਾ ਪਾਰਟੀ ਵਾਲਾ ਲਾ ਕੇ ਸੁੱਟੀ ਜਾਂਦੇ, ਸਮਝ ਨਹੀਂ ਆਈ। ਜੀ ਮੈਨੂੰ ਲੱਗਦਾ ਵੀ ਉਹ ਆਪਣੇ ਤੌਰ ਤੇ ਨਹੀਂ ਕਹਿੰਦੇ, ਹੋ ਸਕਦਾ ਵੀ ਕਹਿੰਦੇ ਹੁਣ ਜੋ ਪਿੱਛੋਂ ਹੁਕਮ ਹੋਇਆ ਉਸ ਹਿਸਾਬ ਨਾਲ ਹੀ,
ਕਿਉਂਕਿ ਅਸ਼ਵਨੀ ਸ਼ਰਮਾ ਸਾਹਿਬ ਨੇ ਵੀ ਤਾਂ ਇਹ ਗੱਲ ਕਹੀ ਨਾ, ਕਿਉਂਕਿ ਪਿਛਲੇ ਦਿਨੀ ਆਪਾਂ ਜ਼ਿਕਰ ਕੀਤਾ ਸੀ ਵੀ ਸ਼ਾਇਦ ਮਲੂਕਾ ਸਾਹਿਬ ਨੇ ਹੌਲੀ ਜੀ ਗੱਲ ਹੀ ਛੇੜੀ ਸੀ। ਉਹ ਕਹਿੰਦੇ ਸੀ ਯਾਰ ਵੀ ਬੀਜੇਪੀ ਦੀ ਲੀਡਰਸ਼ਿਪ ਵੀ ਚਾਹੁੰਦੀ ਹੈ, ਅਕਾਲੀ ਦਲ ਦੀ ਲੀਡਰਸ਼ਿਪ ਵੀ ਚਾਹੁੰਦੀ ਹੈ ਵੀ ਮਿਲ ਕੇ ਗੱਲ ਬਣ ਸਕਦੀ। ਹੁਣ ਉਹ ਸਾਰੇ ਕੁਛ ਦੇ ਉੱਪਰ ਅਸ਼ਵਨੀ ਸ਼ਰਮਾ ਸਾਹਿਬ ਨੂੰ ਪੁੱਛ ਲਿਆ ਕਿ ਮਹਾਰਾਜ ਚੱਲਦੀ ਹੈ ਗੱਲ, ਫਿਰ ਗੱਠਜੋੜੇ ਦਾ ਮਤਲਬ ਦੁਬਾਰਾ ਹੋਊਗਾ, ਫਿਰ ਮਤਲਬ ਭੱਜੀਆਂ ਬਾਹਾਂ ਗੱਲ ਨੂੰ ਆਉਣਗੀਆਂ, ਕਿਉਂਕਿ 9 ਮਾਸ ਦਾ ਰਿਸ਼ਤਾ ਬੜਾ ਚਿਰ ਰਿਹਾ। ਉਹ ਕਹਿੰਦੇ ਨਾ, ਸਾਨੂੰ ਕੋਈ ਲੋੜ ਨਹੀਂ ਹੈਗੀ ਕਿਸੇ ਤਰ੍ਹਾਂ ਦੇ ਵੀ ਗੱਠਜੋੜ ਦੀ, ਵੀ ਅਸੀਂ ਆਪਣੇ ਬਲਬੂਤੇ 'ਤੇ ਸਾਰਾ ਕੁਛ ਕਰਨ ਦੇ ਲਈ ਕਰ ਸਕਦੇ ਹਾਂ। ਪਲੱਸ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਜਿਹੜੇ ਦੋਸ਼ ਅਕਾਲੀ ਦਲ 'ਤੇ ਲੱਗਦੇ ਨੇ ਉਹਨਾਂ ਦਾ ਭਾਰ ਅਸੀਂ ਨਹੀਂ ਢੋ ਸਕਦੇ। ਹੁਣ ਜਿਸ ਹਿਸਾਬ ਨਾਲ ਉਹਨਾਂ ਨੇ, ਇੱਕ ਤਾਂ ਇਹਦੇ ਲਾਹ ਕੇ ਸੁੱਟਣ ਵਾਲੀ ਗੱਲ ਹੀ ਹੁੰਦੀ ਹੈ ਕਰਨਾ, ਵੀ ਐਂ ਲਾਹ ਕੇ ਸੁੱਟਿਆ ਨਾ ਜਿਸ ਹਿਸਾਬ ਨਾਲ, ਉਹਦੇ ਤੋਂ ਲੱਗਦਾ ਤਾਂ ਇਹ ਆ ਕਿ ਵੀ ਜੇ ਹਰਜੀਤ ਸਿੰਘ ਗਰੇਵਾਲ ਹੋਰਾਂ ਨੇ ਇੱਧਰ ਕੈਪਟਨ ਸਾਹਿਬ ਨੂੰ ਕਹਿ ਤਾ ਜਾਂ ਅਸ਼ਵਨੀ ਸ਼ਰਮਾ ਸਾਹਿਬ ਨੇ ਉੱਧਰ ਅਕਾਲੀ ਦਲ ਨੂੰ ਕਹਿ ਤਾ, ਇਹ ਤਾਂ ਮਤਲਬ ਪਿੱਛੋਂ ਇੰਸਟਰਕਸ਼ਨਾਂ ਜਾਪਦੀਆਂ ਨੇ ਕਿਤੇ ਵੀ ਨਹੀਂ ਬਈ ਆਪਾਂ ਆਪਣੇ ਹੁਣ ਪੈਰਾਂ ਸਿਰ ਹੋਣਾ, ਐਵੇਂ ਇੱਧਰ ਉੱਧਰ ਦੇ ਸਹਾਰੇ ਨਾ ਲੱਭੀ ਆਪਾਂ। ਤੁਸੀਂ ਦੇਖੋ ਆਮ ਆਦਮੀ ਪਾਰਟੀ ਦੇ ਨਾਲ ਤਾਂ ਗੱਠਜੋੜ ਹੋ ਨਹੀਂ ਸਕਦਾ, ਅਕਾਲੀਆਂ ਨਾਲ ਕਹਿੰਦੇ ਕਰਨਾ ਨਹੀਂ, ਕੈਪਟਨ ਸਾਹਿਬ ਤੇ ਢੀਂਡਸਾ ਸਾਹਿਬ ਤੋਂ ਕਹਿੰਦੇ ਦੂਰੀ ਬਣਾ ਲੈਣੀ ਹੈ। ਹੋਰ ਕੋਈ ਪਾਰਟੀ ਪੰਜਾਬ 'ਚ ਇੰਨੇ ਜੋਗੀ ਹੈ ਨਹੀਂ ਕਿ ਜਿਹਦੇ ਨਾਲ ਖੜ ਕੇ ਭਾਰਤੀ ਜਨਤਾ ਪਾਰਟੀ ਅੱਗੇ ਤੁਰ ਪਏ। ਉੱਪਰੋਂ ਸ਼ਹਿਰਾਂ ਦੀਆਂ ਚੋਣਾਂ ਸਿਰ 'ਤੇ ਨੇ। ਤੁਸੀਂ ਦੇਖੋ ਸਭ ਤੋਂ ਵੱਡਾ ਟੈਸਟ ਤਾਂ ਭਾਰਤੀ ਜਨਤਾ ਪਾਰਟੀ ਦੇ ਲਈ ਨਿਗਮ ਚੋਣਾਂ ਦੇ ਵਿੱਚ ਹੋਣਾ। ਹੋ ਸਕਦਾ ਭਲਕ ਨੂੰ ਲੋਕ ਕਹਿਣ ਨਹੀਂ ਵੀ ਹੋ ਜਾਂਦਾ ਹੁੰਦਾ, ਗੱਠਜੋੜੇ ਕਹਿੰਦੇ ਹੀ ਹੁੰਦੇ ਆ, ਗੱਠਜੋੜ ਚੱਲ ਪੈਂਦਾ। ਅਸ਼ਵਨੀ ਸ਼ਰਮਾ ਸਾਹਿਬ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਗੱਠਜੋੜ ਦੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਇੱਕ ਹੋਰ ਲਾਈਨ ਵਰਤੀ। ਉਹ ਕਹਿੰਦੇ ਜੀ ਧੋਖਾ ਦਿੱਤਾ ਇਹਨਾਂ ਨੇ ਸਾਨੂੰ, ਇੱਕ ਵਾਰੀ ਨਹੀਂ ਬਾਰ-ਬਾਰ ਧੋਖਾ ਦਿੱਤਾ, ਤੇ ਅਸੀਂ ਬਿਲਕੁਲ ਵੀ ਅਕਾਲੀ ਦਲ ਦੇ ਉੱਤੇ ਯਕੀਨ ਨਹੀਂ ਕਰ ਸਕਦੇ। ਹਾਲਾਂਕਿ ਅਕਾਲੀ ਦਲ ਦੀ ਟੌਪ ਦੀ ਜਿਹੜੀ ਲੀਡਰਸ਼ਿਪ ਉੱਪਰਲੇ 3-4 ਬੰਦੇ, ਉਹਨਾਂ ਨੇ ਤਾਂ ਨਹੀਂ ਕਦੇ ਨਾ ਹੱਕ 'ਚ ਹੁਣ ਬਿਆਨ ਦਿੱਤਾ ਨਾ ਵਿਰੋਧ 'ਚ। ਮਲੂਕਾ ਸਾਹਿਬ ਨੇ ਕਿਹਾ ਸੀ ਕਿ ਹੁਣ ਖੇਤੀਬਾੜੀ ਦਾ ਮੁੱਦਾ ਕਾਨੂੰਨਾਂ ਦਾ ਖਤਮ ਹੋ ਗਿਆ, ਗੱਠਜੋੜ ਹੋ ਜਾਵੇ ਤਾਂ ਚੰਗਾ। ਹੁਣ ਜਿਹੜੀ ਕੈਲਕੂਲੇਸ਼ਨ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਦਿਖਾਈ ਸੀ ਕਿ ਅਸੀਂ ਫਿਰ 30-32 ਸੀਟਾਂ ਜਿੱਤਦੇ ਸੀ, ਤੁਸੀਂ ਵੋਟਾਂ ਜੋੜ ਲਓ, ਸਾਡੇ ਬੰਦੇ ਉੱਥੋਂ ਹਰ ਗਏ ਆ ਜਿੱਥੋਂ ਜੇ ਇਕੱਠੇ ਹੁੰਦੇ ਤਾਂ ਹਰਨੇ ਨਹੀਂ ਸੀ। ਫਿਰ ਲੋਕਾਂ 'ਚ ਵੀ ਇਹ ਪ੍ਰਭਾਵ ਜਾਣਾ ਸੀ ਕਿ ਅਕਾਲੀ ਭਾਜਪਾ ਮੁਕਾਬਲੇ 'ਚ ਹੈ, 5-7 ਸੀਟਾਂ ਹੋਰ ਆ ਜਾਣੀਆਂ ਸੀ। ਉਹ ਤਾਂ ਇੱਥੋਂ ਤੱਕ ਵੀ ਕਹਿ ਗਈ। ਫਿਰ ਹੋ ਸਕਦਾ ਇਹ ਆਮ ਆਦਮੀ ਪਾਰਟੀ ਤੋਂ ਵੀ ਵੱਧ ਸੀਟਾਂ ਲੈ ਜਾਂਦੇ ਭਾਵੇਂ ਸਰਕਾਰ ਨਾ ਬਣਦੀ। ਪਰ ਹੁਣ ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਕਿਤੇ ਨਾ ਕਿਤੇ ਹਰਿਆਣੇ ਵਾਲਾ ਫਾਰਮੂਲਾ ਅਪਣਾਊ ਕਿ ਪਹਿਲਾਂ ਹਰਿਆਣਾ ਜਨਹਿਤ ਕਾਂਗਰਸ ਦੇ ਨਾਲ ਸਾਂਝੇ ਤੌਰ ਤੇ ਚੋਣਾਂ ਲੜਦੇ ਸੀ, ਅੱਧੋ ਅੱਧ ਦੇ ਕਰੀਬ ਹੁੰਦੇ ਸੀ। ਉਹਦੇ ਤੋਂ ਬਾਅਦ ਗੱਠਜੋੜ ਤੋੜਤਾ, ਪਾਰਟੀ ਉਹ ਕਿਤੇ ਦੀ ਕਿਤੇ ਚਲੇਗੀ ਤੇ ਆਪਣੇ ਪੱਧਰ ਤੇ ਚੋਣਾਂ ਲੜ ਕੇ ਦੂਜੀ ਵਾਰੀ ਸਰਕਾਰ ਬਣਾ ਗਿਆ। ਨਹੀਂ, ਕਿਉਂਕਿ ਦੇਖੋ ਜਿਸ ਹਿਸਾਬ ਨਾਲ ਸਰਗਰਮੀ ਆ ਬੀਜੇਪੀ ਦੀ, ਉਹਦੇ ਤੋਂ ਤਾਂ ਇਦਾਂ ਹੀ ਲੱਗਦਾ ਕਿ ਵੀ ਹੁਣ ਪਿੱਛੋਂ ਉਹਨਾਂ ਨੂੰ ਥਾਪੜਾ ਹੈਗਾ ਕਿ ਵੀ ਜੋ ਹੋਣਾ ਸੀ ਹੋ ਗਿਆ ਜੀ। ਹੁਣ ਜੇ 5 ਸਾਲ ਸਰਕਾਰ ਅਗਲੀ ਆ ਤੇ ਉਹਦੇ ਵਿਚਾਲੇ ਇੱਕ ਮੈਚ ਆਉਣਾ 24 ਵਾਲਾ, ਤੇ 24 ਵਾਲੇ ਮੈਚ ਤੱਕ ਤੁਸੀਂ ਆਪਣੇ ਤੌਰ ਤੇ ਮਤਲਬ ਪੱਟਾਂ ਦੇ ਥਾਪੀਆਂ ਮਾਰ ਕੇ ਨਿਕਲੋ ਵੀ ਪਤਾ ਲੱਗੇ ਵੀ ਜੇ, ਕਿਉਂਕਿ ਦੋਵੇਂ ਲੀਡਰਾਂ ਨੇ ਕਿਹਾ ਕਿ ਮਹਾਰਾਜ ਸਭ ਤੋਂ ਵੱਡੀ ਪਾਰਟੀ ਹੈ ਬੀਜੇਪੀ। ਹੁਣ ਜੇ ਸਭ ਤੋਂ ਵੱਡੀ ਪਾਰਟੀ ਆ ਤੇ ਹਰੇਕ ਸਟੇਟ ਜਿੱਥੇ ਵੀ ਬੀਜੇਪੀ ਜਾਂਦੀ ਉਹ ਕਹਿੰਦੇ ਪਹਿਲਾਂ ਥੋੜਾ, ਫਿਰ ਉਸ ਤੋਂ ਵੱਧ, ਫਿਰ ਉਸ ਤੋਂ ਵੱਧ, ਕਿਉਂਕਿ ਹੁਣ ਤੱਕ ਦਾ ਰਿਕਾਰਡ ਤੇ ਇਹੀ ਕਹਿੰਦਾ ਵੀ ਪਹਿਲਾਂ ਅਗਲੇ ਪੈਰ ਧਰਾਵਾ ਕਰਦੇ ਆ, ਫਿਰ ਥੋੜੀਆਂ ਸੀਟਾਂ ਆਉਂਦੀਆਂ, ਫਿਰ ਗੱਠਜੋੜ ਚ ਆਉਂਦੇ ਤੇ ਉਸ ਤੋਂ ਬਾਅਦ ਫੁੱਲ ਫਲੈਜ ਆ ਜਾਂਦੇ ਆ। ਹੁਣ ਥੋੜੀਆਂ ਸੀਟਾਂ ਤੇ ਗੱਠਜੋੜ ਵਾਲਾ ਜਿਹੜਾ ਕੰਮ ਉਹ ਤਾਂ ਪੰਜਾਬ 'ਚ ਆਲਰੇਡੀ ਹੋ ਚੁੱਕਾ। ਉੱਪਰ ਜੇ ਕੇਂਦਰ 'ਚ ਸਰਕਾਰ ਆਪਣੀ ਆ ਤੇ ਥੱਲੇ ਤੇ ਹੁਣ ਇਹੋ ਹੀ ਲੱਭਣਾ ਨਾ ਵੀ ਹਾਂ ਵੀ ਇੱਕ ਪਾਸੇ ਆਮ ਆਦਮੀ ਪਾਰਟੀ, ਤੇ ਜੇ ਪਹਿਲੀ ਵਾਰ ਨਾ ਸਹੀ ਤੇ ਦੂਸਰੀ ਵਾਰ ਸਹੀ ਬੀਜੇਪੀ ਦੀ ਵੀ ਕੋਈ ਨਾ ਕੋਈ ਗੱਲ ਬਣ ਜੂਗੀ। ਕਿਉਂਕਿ ਜੇ ਪਹਿਲੀ ਵਾਰ ਦੇ ਵਿੱਚ ਬੀਜੇਪੀ ਮੁੱਖ ਵਿਰੋਧੀ ਧਿਰ ਬਣਨ ਦੀ ਦੌੜ 'ਚ ਲੱਗ ਜਾਵੇ ਤੇ ਫਿਰ ਇਹ ਮੰਨਿਆ ਜਾ ਸਕਦਾ ਵੀ ਕਾਂਗਰਸ ਵੀ ਰਹਿ ਜੂ, ਅਕਾਲੀ ਦਲ ਵੀ ਰਹਿ ਜੂ, ਤੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀਆਂ ਨਵੀਆਂ ਪਾਰਟੀਆਂ ਆ ਜਾਣਗੀਆਂ ਵੀ ਇੱਕ ਆਮ ਆਦਮੀ ਪਾਰਟੀ ਹੋਊਗੀ ਤੇ ਉਹਦੀ ਵਿਰੋਧ 'ਚ ਬੀਜੇਪੀ ਹੋਊਗੀ। ਅਗਲੀ ਵਾਰ ਬੀਜੇਪੀ ਵਾਲੇ ਆਖਣਗੇ ਅਸੀਂ ਰਾਜ ਕਰਨਾ ਤੇ ਆਮ ਆਦਮੀ ਪਾਰਟੀ ਵਿਰੋਧ 'ਚ। ਹੋ ਸਕਦਾ ਇਦਾਂ ਦੀ ਸੋਚ ਹੋਵੇ। ਨਹੀਂ, ਸੋਚ ਦੇ ਵਿੱਚ ਤਾਂ ਹੋ ਸਕਦਾ। ਸੰਧਾਲੀਆ ਸਭ ਸੰਭਵ ਤਾਂ ਸਾਰਾ ਕੁਛ ਹੈ। ਕੋਈ ਵੇਲਾ ਹੁੰਦਾ ਸੀ ਉੱਤਰ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਹੁੰਦੀ ਸੀ, ਕੋਈ ਸਮਾਂ ਹੁੰਦਾ ਸੀ ਬਿਹਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਸੀ। ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਆ, ਸਮਾਜਵਾਦੀ ਪਾਰਟੀ ਦੂਸਰੇ ਨੰਬਰ ਤੇ ਆ, ਬਹੁਜਨ ਸਮਾਜ ਪਾਰਟੀ ਤੀਸਰੇ ਨੰਬਰ ਤੇ ਆ, ਫਿਰ 2 ਪਾਰਟੀਆਂ ਹੋਰਾਂ ਨੰਬਰਾਂ ਤੇ ਆ, ਕਾਂਗਰਸ ਪਾਰਟੀ ਪਿੱਛੇ ਆ। ਬਿਹਾਰ ਦੇ ਵਿੱਚ ਵੀ ਭਾਜਪਾ ਤੁਸੀਂ ਦੇਖੋ ਪਹਿਲੇ ਨੰਬਰ ਤੇ ਆ, ਫਿਰ ਨਿਤਿਸ਼ ਕੁਮਾਰ ਹੋਰੀ ਜਿਹੜੇ ਆ ਉਹ ਨੇ, ਉਹਦੇ ਤੋਂ ਬਾਅਦ ਰਾਸ਼ਟਰੀ ਜਨਤਾ ਦਲ ਵਾਲੇ ਆ, ਉਹਦੇ ਤੋਂ ਬਾਅਦ ਕਿਤੇ ਜਾ ਕੇ ਕਾਂਗਰਸ ਹੈ। ਬੰਗਾਲ ਦੇ ਵਿੱਚ ਵੀ ਕਦੇ ਸਰਕਾਰਾਂ ਹੁੰਦੀਆਂ ਸੀ। ਅੱਜ ਮਮਤਾ ਬੈਨਰਜੀ ਪਹਿਲੇ ਨੰਬਰ ਤੇ ਆ, ਕਾਮਰੇਡਾਂ ਦੀ ਧਿਰ ਦੂਜੇ ਨੰਬਰ ਤੇ ਆ, ਕਾਂਗਰਸ ਪਾਰਟੀ ਕਿਤੇ ਉਦੋਂ ਵੀ ਜਾ ਕੇ ਪਿੱਛੇ ਤੀਜੇ ਨੰਬਰ ਤੇ ਆ। ਯਾਨੀ ਕੋਈ ਵੀ ਉੱਪਰੋਂ ਥੱਲੇ ਆ ਸਕਦਾ, ਥੱਲੇ ਉੱਪਰ ਜਾ ਸਕਦਾ। ਕੰਮ ਲੋਕਾਂ ਦੇ ਪੱਖ ਦੇ ਕਰ ਲਓ, ਬਾਕੀ ਕੋਈ ਨਹੀਂ। ਗੱਲ ਹੀ ਨਹੀਂ ਹੈ ਵਿੱਚੋਂ। ਬਾਕੀ ਚਲੋ ਆਸ ਕਰਦੇ ਆ ਵੀ ਉਹ ਆਪਣੇ ਤੌਰ ਤੇ ਲੱਗੇ ਆ। ਹੁਣ ਦੇਖੋ ਇਹ ਸਾਰੇ ਕੁਛ 'ਚ ਮੇਰਾ ਖਿਆਲ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੀ ਗੱਲ ਵੀ ਕਰ ਲਈ, ਕਿਉਂਕਿ ਉਹਨਾਂ ਨੇ ਜਿਸ ਹਿਸਾਬ ਨਾਲ ਹੁਣ ਪ੍ਰੈਸ ਕਾਨਫਰੰਸ ਵਾਲਾ ਕੰਮ, ਪਹਿਲਾਂ ਇੱਕ ਵੀਡੀਓ ਜਾਰੀ ਕੀਤੀ, ਉਸ ਤੋਂ ਬਾਅਦ ਹੁਣ ਬਾਕਾਇਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਦੇ 'ਚ ਫਿਰ ਦੋਸ਼ ਉਹਨਾਂ ਨੇ ਉਹੀ ਲਾਇਆ ਜਿਹੜਾ ਉਸ ਦਿਨ ਦੇ ਡੀਐਸਪੀ ਸਾਹਿਬ ਵਾਲਾ ਸੀ ਕਿ ਵੀ ਮਹਾਰਾਜ ਇਹਨਾਂ ਦਾ ਪਿਛਲਾ ਰਿਕਾਰਡ ਤੁਸੀਂ ਚੈੱਕ ਕਰੋ, ਰਿਕਾਰਡ ਕੁਛ ਹੋਰ ਬੋਲਦਾ ਜੀ। ਬੰਦਾ ਤੁਸੀਂ ਕਹਿੰਦੇ ਔਨ ਡਿਊਟੀ ਹੈ ਤੇ ਉਸੇ ਬੰਦੇ ਨੂੰ ਤੁਸੀਂ ਜਿਹੜਾ ਸਾਡੇ ਵਾਲਾ ਲੀਡਰ ਹੈ ਜੀ ਉਹਦੀ ਗ੍ਰਿਫਤਾਰੀ ਦੇ ਲਈ ਉੱਥੇ ਭੇਜਦੇ ਹੋ। ਵੀ ਜੇ ਤੇ ਤੁਸੀਂ ਆਪਣੇ ਤੌਰ ਤੇ ਭੇਜਿਆ ਤੇ ਇਹਦਾ ਮਤਲਬ ਕਿਤੇ ਇੱਦਾਂ ਦੇ ਨੇ ਵੀ ਹਾਂ ਉਹ ਜਿਹੜੇ ਬੰਦੇ ਪਹਿਲਾਂ ਮਤਲਬ ਕਰਪਟ ਸੀ ਜਾਂ ਕਿਹਾ ਜਾਂਦਾ ਸੀ ਵੀ ਇਹਨਾਂ ਦੀਆਂ ਤਾਰਾਂ ਕਿਤੇ ਹੋਰ ਜੁੜਦੀਆਂ, ਉਹਨਾਂ ਨੇ ਆਣ ਕੇ ਘੇਰਾ ਪਾ ਲਿਆ। ਤੇ ਜੇ ਇੱਦਾਂ ਨਹੀਂ ਆ
ਤੇ ਫਿਰ ਤੁਸੀਂ ਜਾਂਚ ਕਰਾਓ ਵੀ ਇਹ ਬੰਦੇ ਇੱਥੇ ਹੈ ਕਿੱਦਾਂ। ਸਵਾਲ ਤੇ ਹੈ ਉਹਨਾਂ ਦਾ। ਨਹੀਂ, ਸਵਾਲ ਵੱਡਾ, ਕਿਉਂਕਿ ਉਹਨਾਂ ਨੇ ਜਿਸ ਤਰੀਕੇ ਇੱਕ ਆਡੀਓ ਰਿਕਾਰਡਿੰਗ ਸੁਣਾਈ ਕਿ ਆਹ ਦੇਖੋ ਜੀ ਬੰਦਾ ਜੇਲ੍ਹ ਦੇ ਵਿੱਚ ਬੈਠਾ ਤੇ ਤਸਕਰ ਆ, ਉਹ ਕਹਿੰਦੇ ਡਰੱਗ ਅੱਗੇ ਪਿੱਛੇ ਕਰਦਾ, 2 ਨੰਬਰ ਦਾ ਧੰਦਾ ਗੈਰ ਕਾਨੂੰਨੀ, ਕਿ ਉਹਨੇ ਕਹਿ ਕੇ ਲਵਾਏ। ਬਹੁਤ ਵੱਡਾ ਸਵਾਲ ਇੱਕ ਇਹ ਖੜਾ ਹੋ ਜਾਂਦਾ ਕਿ ਕੀ ਪੰਜਾਬ ਦੀ ਜੇਲ੍ਹ ਦੇ ਵਿੱਚ ਬੰਦ ਬੈਠਾ ਇੱਕ ਬੰਦਾ ਜਿਹੜਾ ਗੈਰ ਕਾਨੂੰਨੀ ਕੰਮ ਕਰਦਾ, ਉਹ ਪੁਲਿਸ ਅਫਸਰਾਂ ਦੀ ਬਦਲੀ ਕਰਾਈ ਜਾਂਦਾ ਤਾਂ ਕਮਾਲ ਹੈ। ਫਿਰ ਉਹਨੇ RDX ਸ਼ਬਦ ਵਰਤ ਲਿਆ ਕਿ ਭਾਈ ਆ ਦੇਖੋ, ਉਦੋਂ ਹੀ ਦਾਅਵਾ ਕੀਤਾ ਸੀ, ਫਿਰ ਦੇਖਿਓ RDX ਦੀਆਂ ਨੇਰੀਆਂ ਆਉਂਦੀਆਂ, ਸਰਕਾਰਾਂ ਨੂੰ ਤਰੇੜੀਆਂ ਆ ਜਾਣਗੀਆਂ। ਦੋਸ਼ ਛੋਟੇ ਨਹੀਂ ਹੈਗੇ, ਉਹ ਜਾਇਜ਼ ਕਿੰਨੇ ਕੁ ਨੇ, ਉਹਨਾਂ ਦੇ ਪਿੱਛੇ ਸਬੂਤ ਕਿੰਨੇ ਕੁ ਨੇ, ਇਹ ਬਹੁਤ ਵੱਡਾ ਸਵਾਲ ਹੈ। ਪਰ ਇਹ ਦੋਸ਼ ਲੱਗਣਾ ਹੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਪਿਛਲੇ ਦਿਨਾਂ ਦੇ ਵਿੱਚ ਆ ਜਦੋਂ ਪਟਿਆਲੇ ਵਾਲੀ ਜੇਲ੍ਹ ਦੇ ਸੁਪਰਡੈਂਟ ਸਾਹਿਬ ਹੁਣ ਤਬਦੀਲ ਕਰਤੇ ਗਏ ਆ, ਫਿਰ ਕਾਰਨ ਕੋਈ ਹੋਰ ਰਿਹਾ, ਪਰ ਜਦੋਂ ਪਹਿਲੇ ਤਬਦੀਲ ਕਰਕੇ ਲਾਏ ਸੀ ਉਦੋਂ ਕਿੰਨੀ ਚਰਚਾ ਚੱਲੀ ਸੀ। ਹੁਣ ਵੀ ਜਦੋਂ ਗ੍ਰਿਫਤਾਰੀ ਕਰਨ ਭੇਜਿਆ ਤੇ ਕੀ ਠੀਕ ਤਰੀਕਾ ਅਪਣਾਇਆ ਗਿਆ ਸੀ, ਉਦੋਂ ਵੀ ਬਹੁਤ ਸਾਡੇ ਸਵਾਲ ਖੜੇ ਹੋਏ। ਫਿਰ ਗ੍ਰਿਫਤਾਰ ਕਰਨ ਲਈ ਕਿਹਨੂੰ ਭੇਜਿਆ, ਉਹਨੇ ਸਵਾਲ ਖੜੇ ਕੀਤੇ। ਥੋੜੇ ਜਿਹੇ 5 7 10 15 20 ਮਿੰਟ ਲੈ ਲਿਆ ਕਰੇ ਸਰਕਾਰ, ਸੋਚ ਵਿਚਾਰ ਕੇ ਕੌਣ ਚੱਲਿਆ, ਕਿਵੇਂ ਚੱਲਿਆ, ਪ੍ਰੋਸੀਜਰ ਸਾਰਾ ਫੋਲੋ ਕੀਤਾ ਗਿਆ ਕਿ ਨਹੀਂ ਕੀਤਾ ਗਿਆ, ਅੱਧ ਵਿਚਾਲੇ ਤਾਂ ਨਹੀਂ ਕੁਛ ਲਟਕਦਾ। ਜੇ ਉਹ ਪਤਾ ਕਰ ਲਿਆ ਕਰਨਗੇ ਫਿਰ ਵਧੀਆ, ਨਹੀਂ ਤਾਂ ਸਿਰਸਾ ਸਾਹਿਬ ਤਾਂ ਤਿਆਰ ਹੀ ਬੈਠੇ ਹੁੰਦੇ, ਪ੍ਰੈਸ ਕਾਨਫਰੰਸ ਹੋ ਜਾ ਕਰਨੀ ਆ। ਨਹੀਂ, ਪਰ ਜਿੱਦਾਂ ਉਹਨਾਂ ਨੇ ਰਿਕਾਰਡ 2015 ਦਾ ਕੱਢ ਲਿਆ, ਹੁਣ ਜੇ ਆਪਾਂ 2015 ਦੀ ਗੱਲ ਕਰੀਏ ਤਾਂ ਉਦੋਂ ਇੱਕ ਹੋਰ ਸਰਕਾਰ ਸੀ ਜੀ, 17 ਦੇ ਵਿੱਚ ਚੇਂਜ ਹੁੰਦੀ ਹੈ ਤੇ ਉਦੋਂ ਇੱਕ ਹੋਰ ਸਰਕਾਰ ਹੁੰਦੀ ਹੈ। ਉਹ ਜਿਹੜੀ 5 ਸਾਲ ਦੀ ਸਰਕਾਰ ਚੱਲਦੀ, 4.5 ਸਾਲ ਬਾਅਦ ਉਹਦੇ ਮੁੱਖ ਮੰਤਰੀ ਸਾਹਿਬ ਚੇਂਜ ਹੋ ਜਾਂਦੇ ਆ। ਉਸ ਤੋਂ ਬਾਅਦ ਜਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ, ਹਾਲਾਂਕਿ ਉਹ ਕਹਿੰਦੇ ਵੀ ਸਾਨੂੰ ਤਾਂ ਜੇ 2 ਮਹੀਨੇ ਨਹੀਂ ਹੋਏ। ਹੁਣ ਗੱਲ ਇਹ ਆ ਵੀ ਇਹਨਾਂ ਦੇ ਕੋਲ ਇਹ ਤੇ ਵਕਤ ਆ ਗਿਆ ਵੀ ਜੇ ਅਗਲਾ ਨੇ ਇਸ਼ੂ ਚੱਕਿਆ, ਮੰਨ ਲਓ BJP ਜਿੱਦਾਂ ਆਪਾਂ ਅੱਗੇ ਜ਼ਿਕਰ ਕੀਤਾ ਵੀ ਹੁਣ ਉਹ ਇੱਕ ਤਰ੍ਹਾਂ ਨਾਲ ਮੁੱਖ ਵਿਰੋਧੀ ਧਿਰ ਦੇ ਰੂਪ 'ਚ ਆ ਗਈ ਵੀ ਸਾਡੇ MLA ਕੋਈ 2 ਜਿੱਤੇ ਹੁਣ ਨਾ ਜਿੱਤੇ, ਹੁਣ ਉਹਦੇ ਨਾਲ ਫਰਕ ਨਹੀਂ ਪੈਂਦਾ, ਅਸੀਂ ਕੇਂਦਰ ਦੇ ਧਿਰ ਦੇ ਹਿਸਾਬ ਨਾਲ ਦੇਖੋ ਵੀ ਅਸੀਂ ਪਾਰਟੀ ਕਿੱਡੀ ਵੱਡੀ ਆ। ਉਹਨਾਂ ਨੇ ਹੁਣ ਜੇ ਉਹ ਸਵਾਲ ਚੁੱਕੇ ਨੇ ਤੇ ਮੇਰੇ ਖਿਆਲ ਨਾਲ ਇੱਧਰੋਂ ਹੁਣ ਉਡੀਕ ਕਰਨੀ ਚਾਹੀਦੀ ਸਰਕਾਰ ਵਾਲੇ ਪਾਸਿਓਂ ਵੀ ਉਹ ਇਸ ਚੀਜ਼ ਦੇ ਬਾਰੇ ਕੀ ਐਕਸਪਲੇਨੇਸ਼ਨ ਦਿੰਦੇ ਆ ਵੀ ਹਾਂਜੀ ਇਹ ਸਾਡੇ ਆਉਣ ਤੋਂ ਪਹਿਲਾਂ ਦਾ ਮੁੱਦਾ ਹੈ ਜੀ, ਆਇਆ ਹੈ ਤੇ ਉਹਦੇ ਵਿੱਚ ਕੀ ਕਹਾਣੀ ਆ। ਹਾਲਾਂਕਿ ਮੇਰਾ ਖਿਆਲ ਉਹ ਇੱਕ ਹੋਰ ਕਾਗਜ਼ ਦਿਖਾਈ ਜਾਂਦੇ ਹੈ ਕਿ ਵੀ ਉਹ ਬੰਦੇ ਨੇ ਖੁਦ ਹੀ ਕਿਤੇ ਨਾ ਕਿਤੇ FIR ਦਰਜ ਕਰਾਈ ਆ ਵੀ 38 ਲੱਖ ਦੇ ਕੇ ਮਹਾਰਾਜ ਮੈਂ ਤਾਂ ਦੁਬਾਰਾ ਵਰਦੀ ਪਵਾਈਏ, ਦੱਸੋ ਹੈ ਨਾ। ਨਹੀਂ, ਸਵਾਲ ਵੱਡੇ ਖੜੇ ਕੀਤੇ। ਬਾਕੀ ਸੰਧਾਲੀਆ ਸਾਹਿਬ ਦੇਖੋ, ਰਾਤੋਂ ਰਾਤ ਤਾਂ ਕੁਝ ਠੀਕ ਨਹੀਂ ਹੋਣਾ, ਪਰ ਜਿਹੜਾ ਕੁਝ ਗਲਤ ਹੁੰਦਾ ਸਾਹਮਣੇ ਨਜ਼ਰ ਆਉਂਦਾ ਉਹਦੇ ਤੇ ਸਰਕਾਰ ਨੂੰ ਐਕਸ਼ਨ ਸਖਤ ਲੈਣਾ ਪਊਗਾ, ਉਹ ਨਹੀਂ ਸਰਨਾ। ਹੁਣ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਚੰਗੇ ਬੰਦੇ ਨੇ ਉਹ ਚੰਗੇ ਹੀ ਨੇ, ਮਾੜਿਆਂ ਦੀ ਕਮੀ ਕੋਈ ਨਹੀਂ। ਇੱਕ ਨਵਾਂ ਕੇਸ ਸਾਹਮਣੇ ਆਇਆ, ਕਿਉਂਕਿ ਜਦੋਂ ਆ ਬੱਗਾ ਕੇਸ ਸੀ, ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਤੇਜਿੰਦਰਪਾਲ ਸਿੰਘ ਬੱਗਾ, ਕਿ ਉਹਨਾਂ ਨੂੰ ਲੈਣ ਗਏ, ਪੰਜਾਬ ਪੁਲਿਸ ਤੇ ਅਗਵਾ ਦਾ ਪਰਚਾ ਹੋ ਗਿਆ ਸੀ। ਉਹਦੇ ਤੋਂ ਬਾਅਦ ਹੁਣ ਹਾਈ ਕੋਰਟ ਦੇ ਹੁਕਮਾਂ ਦੇ ਉੱਤੇ ਇੱਕ ਕੇਸ ਰੋਕ ਦਿੱਤਾ ਗਿਆ, ਫਿਰ ਇੱਕ ਵਾਰੀ ਪਰਚਾ ਹੋ ਗਿਆ। 14 ਬੰਦੇ DSP ਰੈਂਕ ਦੇ ਅਧਿਕਾਰੀ, SHO, 14 ਪੰਜਾਬ ਪੁਲਿਸ ਦੇ ਕਰਮਚਾਰੀ। ਹੋਇਆ ਕੀ ਹੈ ਕਿ ਮਾਰਚ ਮਹੀਨੇ ਦੇ ਵਿੱਚ ਇੱਕ ਅਗਵਾ ਦੀ ਜਾਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੁੰਦੀ ਹੈ ਰਾਜਸਥਾਨ ਦੇ ਕੋਟਾ ਸ਼ਹਿਰ ਦੇ ਵਿੱਚ। ਉਹ ਸ਼ਹਿਰ ਜਿੱਥੇ ਮੰਨਿਆ ਜਾਂਦਾ ਕਿ ਬੱਚਿਆਂ ਨੂੰ ਬਹੁਤ ਸਾਰੀ ਟ੍ਰੇਨਿੰਗ ਕੋਚਿੰਗ ਇੰਸਟੀਚਿਊਟ ਖੁੱਲ੍ਹੇ ਹੋਏ ਨੇ, ਕੋਚਿੰਗ ਮਿਲਦੀ ਹੈ। 21 ਸਾਲਾਂ ਦਾ ਇੱਕ ਮੁੰਡਾ ਗਾਇਬ ਹੋ ਜਾਂਦਾ, ਪੰਜਾਬੀ ਮੁੰਡਾ, ਸਿੱਖ ਮੁੰਡਾ, ਤੇ ਉਹਦੇ ਬਾਪ ਵੱਲੋਂ FIR ਕਰਾਈ ਜਾਂਦੀ ਹੈ ਜੀ ਮੇਰਾ ਮੁੰਡਾ ਗੁੰਮ ਹੋ ਗਿਆ। ਐਪਲ ਦਾ ਫੋਨ ਸੀ ਉਹਦੇ ਕੋਲ, ਐਪਲ ਕੰਪਨੀ ਦਾ। ਹੁਣ ਕੋਈ ਤਰੀਕਾ ਕਰ ਹੋਊਗਾ ਕਿ ਉਹਦੇ ਤੋਂ ਪਤਾ ਲੱਗ ਜਾਂਦਾ, ਟਰੇਸ ਹੋ ਜਾਂਦਾ ਕਿ ਭਾਈ ਉਹ ਫੋਨ ਕਿੱਥੇ ਹੈ। ਕਹਿੰਦੇ ਆ ਜੀ ਉਹ ਫੋਨ ਦੀ ਲੋਕੇਸ਼ਨ ਸਿੱਧੀ ਹੁਸ਼ਿਆਰਪੁਰ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦੇ ਘਰ ਦੀ ਨਿਕਲੀ, ਜੋ ਦੱਸਿਆ ਗਿਆ। ਉਹਦੇ ਤੋਂ ਬਾਅਦ ਉਹਨਾਂ ਨੇ ਪਤਾ ਕਰਾਇਆ ਜੀ ਮੁੰਡੇ ਤੋਂ, ਤਾਂ ਕਹਿੰਦੇ ਜੀ ਉਹ ਫਿਰ ਹੁਸ਼ਿਆਰਪੁਰ ਫੜਿਆ ਮੁੰਡਾ। ਪੰਜਾਬ ਪੁਲਿਸ ਨੇ ਜੋ FIR ਦਰਜ ਕੀਤੀ, ਜੋ ਕੇਸ ਬਣਾਇਆ ਕਿ ਹਿਮਾਚਲ ਵੱਲੋਂ ਇੱਕ ਕਾਰ ਆ ਰਹੀ ਸੀ, ਅਸੀਂ ਨਾਕਾ ਲਾਇਆ ਸੀ, ਹੱਥ ਦਿੱਤਾ, ਰੁਕੀ ਜਾਂ ਮਗਰ ਜਾ ਕੇ ਰੋਕਿਆ, ਤੇ ਉਹਦੇ ਵਿੱਚੋਂ 10 ਕਿਲੋ ਅਫੀਮ ਬਰਾਮਦ ਹੋਈ ਤੇ ਮੁੰਡਾ ਚੱਕ ਕੇ ਅੰਦਰ। ਕੇਸ ਦਾ ਚਲਾਨ ਵੀ ਪੇਸ਼ ਕਰਤਾ। ਮਾਰਚ ਦੀ ਗੱਲ ਹੈ, ਮਈ ਦਾ ਅਜੇ ਅੱਧ ਨਹੀਂ ਆਇਆ। ਕਈ ਵਾਰੀ 6-6 ਮਹੀਨਿਆਂ 'ਚ ਜਿਹਨਾਂ ਕੇਸਾਂ ਦਾ ਚਲਾਨ ਪੇਸ਼ ਕਰਨ ਦਾ ਸਾਲ ਲੱਗ ਜਾਂਦੇ ਆ। ਚਲੋ ਕੋਈ ਗੱਲ ਨਹੀਂ, ਚਲਾਨ ਪੇਸ਼ ਕਰਤਾ, ਬਹੁਤ ਵਧੀਆ। ਉਹਦੇ ਤੋਂ ਬਾਅਦ ਚਲਾਨ ਪੇਸ਼ ਕਰ ਦਿੱਤਾ। ਹੁਣ ਇਹਨਾਂ ਨੇ ਦਿਖਾਇਆ ਕਿ ਭਾਈ ਅਸੀਂ ਇੱਥੋਂ ਪੰਜਾਬ 'ਚੋਂ ਫੜਿਆ, ਹੁਸ਼ਿਆਰਪੁਰ ਤੋਂ। ਉਹਦੇ ਤੋਂ ਕਹਿੰਦੇ ਆ ਜੀ 800 ਕਿਲੋਮੀਟਰ ਦੂਰ ਹੈ ਕੋਟਾ, 800 ਕਿਲੋਮੀਟਰ ਦੂਰ। ਹੁਣ ਮੁੰਡੇ ਦੇ ਬਾਪ ਨੇ ਦੱਸਿਆ ਕਿ ਆਹ ਦੇਖੋ ਜੀ ਮੁੰਡੇ ਨੂੰ ਆਈਲੈਟਸ ਦੇ ਬਹਾਨੇ ਸੱਦਿਆ ਗਿਆ ਕਿ ਭਾਈ ਆਪਾਂ ਕੋਈ ਡੀਲ ਕਰਨੀ ਆ। ਮੁੰਡਾ ਰਾਜਸਥਾਨ ਦੇ ਹੋਟਲ 'ਚ ਗਿਆ, ਉੱਥੋਂ CCTV ਕੈਮਰਿਆਂ ਦੀ ਫੁਟੇਜ ਕੱਢਾ ਲਈ ਉਹਨਾਂ ਨੇ ਕਿ ਆਹ ਦੇਖੋ ਜੀ ਇੱਥੋਂ ਰਾਜਸਥਾਨ ਤੋਂ ਚੱਕਿਆ, ਆਹ ਰਾਹ ਦੇ ਵਿੱਚ ਰੋਟੀ ਖਾਧੀ, ਉਸ ਢਾਬੇ ਦੀ CCTV ਕੈਮਰੇ ਦੀ ਫੁਟੇਜ ਕਢਾ ਲਈ। ਹੁਣ ਬੰਦਾ ਰਾਜਸਥਾਨ ਤੋਂ ਚੱਕਿਆ, ਉੱਥੇ ਦੀ ਵੀ ਫੁਟੇਜ ਹੈ, ਰਾਹ ਜਿੱਥੇ ਰੋਟੀ ਖਾਧੀ ਉਹਨੂੰ ਲੈ ਕੇ ਉੱਥੇ ਦੀ ਵੀ ਫੁਟੇਜ ਹੈ, ਤੇ ਜਿਹੜੀ ਸਰਕਾਰੀ ਤੌਰ ਤੇ ਗ੍ਰਿਫਤਾਰੀ ਦਿਖਾਈ ਆ ਹੁਸ਼ਿਆਰਪੁਰ ਜ਼ਿਲ੍ਹੇ ਦਿਖਾਤੀ। ਹਾਈ ਕੋਰਟ ਚਲੇ ਗਿਆ ਮੁੰਡੇ ਦਾ ਡੈਡੀ,
ਉਹਨਾਂ ਨੇ ਉਸੇ ਵੇਲੇ ਕਿਹਾ ਕਿ ਭਾਵੇਂ ਚਲਾਨ ਪੇਸ਼ ਕਰਤਾ ਕੁਝ ਵੀ ਹੈ, ਉਹ ਕੇਸ ਦੇ ਉੱਤੇ ਰੋਕ ਲਾ ਦਿਓ ਅਗਲੀ ਸੁਣਵਾਈ ਤੋਂ। ਤੇ ਇਧਰਲੇ ਪਾਸੇ ਪੁਲਿਸ ਅਧਿਕਾਰੀਆਂ ਸਮੇਤ 14 ਬੰਦਿਆਂ ਦੇ ਉੱਤੇ ਪਰਚਾ ਹੋ ਗਿਆ। ਸੰਧਾਲੀਆ ਸਾਹਿਬ, ਰੌਲਾ ਇਹ ਨਹੀਂ ਹੈ, ਕਈ ਵਾਰੀ ਆਦਤਾਂ ਹੁੰਦੀਆਂ, ਲਿਖ ਦਿਓ ਜੀ ਕੋਈ ਗੱਲ ਨਹੀਂ, ਇਦਾਂ ਬਣਾ ਦਿਓ, ਉਦਾਂ ਬਣਾ ਦਿਓ, ਆਹ ਚੀਜ਼ ਪਾ ਦਿਓ ਜਾਂ ਨਾ ਪਾ ਦਿਓ। ਹੋ ਸਕਦਾ ਉਸ ਮੁੰਡੇ ਕੋਲੋਂ ਕੋਈ ਇਤਰਾਜ਼ ਚੀਜ਼ ਵਿੱਚ ਫੜੀ ਗਈ ਹੋਵੇ, ਹੋ ਸਕਦਾ ਕਿ ਕਿਸੇ ਕੇਸ 'ਚ ਇਨਵੋਲਵ ਹੋਵੇ, ਆਪਾਂ ਨਹੀਂ ਕਹਿੰਦੇ, ਪਰ ਫੜਿਆ ਕਿਤੋਂ ਆ, ਇਨਵੋਲਵਮੈਂਟ ਆਪਾਂ ਕਿਤੋਂ ਦਿਖਾਈਏ, ਪੁਰਾਣੀਆਂ ਆਦਤਾਂ ਬਦਲਣੀਆਂ ਕਦੋਂ ਆ? ਮੈਨੂੰ ਲੱਗਦਾ ਕਿ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ, ਜਿਹਦੇ ਨਾਲ ਕਿ ਨਜਾਇਜ਼ ਪਰਚੇ, ਕਿਸ ਨੂੰ ਫਸਾਤਾ, ਕਿਸ ਨੂੰ ਕਢਾਤਾ, ਉਹ ਸਾਰੀਆਂ ਚੀਜ਼ਾਂ ਬੰਦ ਹੋਣ, ਬੰਦੇ ਠੀਕ ਤਰੀਕੇ ਆਪਣਾ ਕੰਮ ਕਰਨ, ਲੋਕਾਂ ਦਾ ਯਕੀਨ ਤੇ ਵਿਸ਼ਵਾਸ ਜਿਹੜਾ ਬਹਾਲ ਸਿਸਟਮ 'ਚ ਤਾਂ ਹੋਣਾ। ਇਹ ਬੜਾ ਜ਼ਰੂਰੀ ਆ। ਦੇਖੋ ਕਾਰਨ ਇਹ ਆ ਵੀ ਇੱਕ ਪਾਸੇ ਤੇ ਇਹੋ ਜਿਹੀਆਂ ਖਬਰਾਂ ਆਉਂਦੀਆਂ, ਦੂਜੇ ਪਾਸੇ ਕੋਈ ਬੰਦਾ, ਹੁਣ ਮੰਨ ਲਓ ਆਪਾਂ ਵੀ ਜੇ ਪੰਜਾਬ ਦੇ ਹਿਸਾਬ ਨਾਲ ਸਵੇਰੇ ਸਵੇਰੇ ਲੱਗੇ ਆ, ਉਧਰੋਂ ਜੇ ਆਪਾਂ ਕੋਈ ਅਖਬਾਰਾਂ ਦੀ ਗੱਲ ਕਰ ਲਈ, ਉਹ ਵੀ ਤੜਕੇ ਅਗਲੇ ਸੁੱਟ ਜਾਂਦੇ, ਠੱਕ ਕਰਕੇ ਆਵਾਜ਼ ਆਉਂਦੀ, ਕਿਤੇ ਲੈ ਅਖਬਾਰ ਆ ਗਈ, ਹੈ ਨਾ। ਜਦੋਂ ਖੋਲ੍ਹਣਾ ਉਹਨੂੰ, ਜਦੋਂ ਫਰੋਲਣਾ ਜਾਂ ਆਪਣਾ ਕੋਈ ਕਹਿ ਲਓ ਟੈਲੀਵਿਜ਼ਨ ਲਾ ਕੇ ਬਹਿਣਾ, ਜਾਂ ਕਿਸੇ ਨੇ ਆਪਣੇ ਹਿਸਾਬ ਨਾਲ ਕਿਤੇ ਖਬਰਾਂ ਸੁਣਨੀਆਂ, ਹਰੇਕ ਚੀਜ਼ ਸੁਣਨ ਤੋਂ ਬਾਅਦ ਪਹਿਲਾਂ ਬੰਦਾ ਹੌਕਾ ਲੈਂਦਾ, ਫਿਰ ਦੂਜੀ ਖਬਰ ਤੋਂ ਬਾਅਦ ਹੋਰ ਹੌਕਾ ਲੈਂਦਾ, ਫਿਰ ਤੀਜੀ ਤੋਂ ਬਾਅਦ ਹੋ ਤੇਰਾ ਭਲਾ ਜੇ ਹੁਣ ਜਾਵਾਂਗੇ ਕਿੱਥੇ, ਹੈ ਨਾ। ਹੁਣ ਜੇ ਆਪਾਂ ਇਸ ਹਿਸਾਬ ਨਾਲ ਦੇਖੀਏ ਤਾਂ ਕਈ ਵਾਰਾਂ ਤਾਂ ਇੱਦਾਂ ਲੱਗਦਾ ਵੀ ਧਰਤੀ ਪੁੱਠੀ ਹੋਣ ਵਾਲੀ ਗੱਲ ਹੋ ਗਈ। ਹੁਣ ਜੇ ਹੁਣ ਜਿਹੜੀ ਰਾਤ ਦੀ ਘਟਨਾ ਵਾਪਰੀ ਹੈ, ਰਾਤ ਕਹਿੰਦੇ ਵੀ 7:45 ਵਜੇ ਦਾ ਟਾਈਮ ਹੈ, ਮੋਹਾਲੀ ਦੇ ਕੋਲ ਵੀ ਇੰਟੈਲੀਜੈਂਸ ਵਿੰਗ ਦਾ ਹੈੱਡਕੁਆਟਰ। ਹੁਣ ਉੱਥੇ ਉਹ ਅਫਸਰ ਬਹਿੰਦੇ ਨੇ ਜਿਨ੍ਹਾਂ ਦਾ ਕੰਮ ਹੀ ਇਹ ਵੇਖਣਾ ਵੀ ਭਾਈ ਸਾਹਿਬ ਗੁਪਤ ਤਰੀਕੇ ਨਾਲ ਵੀ ਕਿਤੇ ਕੋਈ ਉਹੋ ਜਿਹੀ ਕਾਰਵਾਈ ਤਾਂ ਨਹੀਂ ਹੁੰਦੀ ਵੀ ਜਿਹੜੀ ਕੋਈ ਰਿਸਕੀ ਹੋ ਸਕਦੀ, ਵੀ ਕਿਤੇ ਹਮਲਾ ਹੋ ਸਕਦਾ, ਕਿਤੇ ਕਿਸੇ ਨੂੰ ਖਤਰਾ ਹੋ ਸਕਦਾ, ਇੱਥੋਂ ਆਪਾਂ ਨੂੰ ਇਸ ਚੀਜ਼ ਦੀ ਪੈੜ ਨੱਪਣ ਦੀ ਲੋੜ ਆ, ਫਲਾਣੇ ਥਾਂ ਤੋਂ ਫਲਾਣੇ ਥਾਂ ਦੇ ਉੱਪਰ ਥੋੜ੍ਹਾ ਜਿਹਾ ਨਿਗਾਹ ਰੱਖੋ, ਇਸ ਚੀਜ਼ ਦੇ ਉੱਪਰ ਥੋੜ੍ਹਾ ਜਿਹਾ ਸ਼ੱਕ ਦੀ ਨਜ਼ਰ ਨਾਲ ਵੇਖਣ ਦੀ ਲੋੜ ਆ। ਉਸ ਡਿਪਾਰਟਮੈਂਟ ਦੇ ਉਸ ਹੈੱਡਕੁਆਟਰ ਦੇ ਉੱਪਰ ਕਹਿੰਦੇ ਵੀ ਹਮਲਾ ਹੋ ਗਿਆ। ਹੁਣ ਵੱਡੀ ਚਰਚਾ ਮੀਡੀਆ 'ਚ ਇਸ ਚੀਜ਼ ਦੀ ਬਣੀ ਹੈ ਵੀ ਜਿਸ ਵਿੰਗ ਦਾ ਕੰਮ ਹੈ ਪੂਰੇ ਪੰਜਾਬ ਦੇ ਵਿੱਚ ਨਿਗਰਾਨੀ ਰੱਖਣੀ, ਉਹਨਾਂ ਤੱਕ ਇਹ ਗੱਲ ਨਾ ਪੜੀ ਹੋਊਗੀ ਕਿ ਮਹਾਰਾਜ ਜੀ ਇੱਥੇ ਆਪਣੇ ਤੇ ਕੁਛ ਨਾ ਕੁਛ ਹੋ ਸਕਦਾ। ਹਾਲਾਂਕਿ ਚਲੋ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਹਿੰਦੇ। ਨਹੀਂ, ਉਹ ਬਹੁਤ ਚੰਗਾ ਹੋਇਆ, ਸੰਧਾਲੀਆ ਸਾਹਿਬ ਬਚਾਅ ਹੋ ਗਿਆ, ਇਲਾਕਾ ਕਹਿੰਦੇ ਜੀ ਸੀਲ ਕਰ ਦਿੱਤਾ, ਛਾਪੇਮਾਰੀ ਜਾਰੀ ਹੈ, ਬੰਦੇ ਫੜੇ ਜਾਣ, ਚੰਗੀ ਗੱਲ ਹੋਵੇ। ਪਿਛਲੇ ਦਿਨੀ ਪੰਜਾਬ ਦੀ ਇੱਕ ਜੇਲ੍ਹ ਦੀ ਕੰਧ ਦੇ ਕੋਲੋਂ ਬੰਬ ਮਿਲਿਆ ਸੀ, ਬਚਾਅ ਹੋ ਗਿਆ ਸੀ। ਮਾਝੇ ਦੇ ਵਿੱਚੋਂ RDX ਮਿਲਿਆ, ਹਰਿਆਣੇ ਦੇ ਵਿੱਚੋਂ ਕੁਝ ਮੁੰਡੇ ਫੜ ਹੋਏ ਸੀ ਤੇ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੇ ਅਤੇ ਚੱਲੇ ਤੇਲੰਗਾਨਾ ਸੀ, ਤੇ ਉਹਨਾਂ ਦੇ ਕੋਲੋਂ ਵੀ ਧਮਾਕਾ ਖੇਜ਼ ਸਮੱਗਰੀ ਬਰਾਮਦ ਹੋਈ। ਬਹੁਤ ਸਾਰੇ ਸਿਆਸੀ ਬਿਆਨ ਪਿਛਲੇ ਸਮੇਂ ਦੇ ਵਿੱਚ ਆਏ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ, ਐਂ ਕਰੋ, ਕਈ ਕੁਛ ਹੋਇਆ ਸੀ। ਇਹਦੇ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਬਹੁਤ ਲੰਬੇ ਸਮੇਂ ਤੋਂ ਡਰੋਨ ਦੇ ਰਾਹੀਂ ਅਸਲਾ ਤੇ ਨਸ਼ਾ ਸੁੱਟੇ ਜਾਣ ਦੀ ਗੱਲ ਕਰਦੇ ਰਹੇ ਆ। ਹੁਣ ਆ ਜਿਹੜਾ ਧਮਾਕਾ ਹੋਇਆ ਨਾ, ਜਿਸ ਤਰੀਕੇ ਦੇ ਨਾਲ, ਕਿਉਂਕਿ ਉਹ ਇੱਕ ਰੌਕਟ ਕਹਿ ਲਓ, ਕਿਹੜਾ ਬੰਬ ਕਹਿ ਲਓ, ਕਿਉਂਕਿ ਅਜੇ ਪੁਲਿਸ ਵਾਲੇ ਬਰੀਫ ਕਰਨਗੇ ਚੰਗੇ ਤਰੀਕੇ ਦੇ ਨਾਲ, ਕੀਤਾ ਵੀ ਉਹਨਾਂ ਨੇ ਕਿ ਥੱਲਿਓਂ ਸੁੱਟਿਆ ਗਿਆ ਉੱਪਰਲੀ ਮੰਜ਼ਿਲ ਨੂੰ, ਕਿ ਜਾਣੀ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਕਾਰ ਆਈ ਹੈ, ਉਹਦੇ ਵਿੱਚ ਇੱਕ ਚਲਾਉਂਦਾ ਸੀ, 2 ਜਣਿਆਂ ਨੇ ਉਹਨੂੰ ਆਪਰੇਟ ਕੀਤਾ ਤੇ ਥੱਲਿਓਂ ਮਾਰਿਆ ਇੱਦਾਂ। ਹੁਣ ਇਹ ਆਪਣੇ ਆਪ ਦੇ ਵਿੱਚ ਵੱਡੀ ਘਟਨਾ, ਕਿਸੇ ਵੀ ਪਾਸੇ ਹੁਣ ਥਾਣਿਆਂ ਦੇ ਕੋਲ, ਸਰਕਾਰੀ ਇਮਾਰਤਾਂ ਦੇ ਕੋਲ, ਉੱਥੇ ਤੱਕ ਪਹੁੰਚਣ ਦੇ ਲਈ ਕਿਹਨੇ ਗਾਈਡ ਕੀਤਾ, ਕਿਹਨੇ ਉਹ ਚੀਜ਼ਾਂ ਪ੍ਰੋਵਾਈਡ ਕਰਾਈਆਂ। ਹੁਣ ਪੁਲਿਸ ਵਾਲੇ ਕਹਿੰਦੇ ਜੀ ਸਾਨੂੰ ਅੱਤਵਾਦੀ ਹਮਲਾ ਨਹੀਂ ਲੱਗਦਾ ਉਹਦੇ ਵਿੱਚ, ਕਿਉਂਕਿ ਕਹਿੰਦੇ ਜੀ ਉਸ ਦਫ਼ਤਰ ਦੇ ਨੇੜੇ ਹੀ ਉਸ ਏਜੰਸੀ ਦਾ ਜਾਂ ਉਸ ਸੰਸਥਾ ਦਾ ਵੀ ਦਫ਼ਤਰ ਹੈ ਜਿਹੜੀ ਕਿ ਗੈਂਗਸਟਰਾਂ ਨਾਲ ਨਜਿੱਠਦੀ ਹੈ। ਵੀ ਕਿਤੇ ਇਹ ਤਾਂ ਨਹੀਂ ਪਿਛਲੇ ਸਮੇਂ ਦੇ ਵਿੱਚ ਗੈਂਗਸਟਰਾਂ ਦੇ ਖਿਲਾਫ ਸਾਰੀਆਂ ਸਰਕਾਰਾਂ ਨੇ ਕਾਰਵਾਈ ਬਹੁਤ ਕੀਤੀ ਹੈ ਤੇ ਕਿਤੇ ਉਹਨਾਂ ਨੂੰ ਡਰਾਉਣ ਦੇ ਲਈ ਕੰਮ ਕੀਤਾ ਹੋਵੇ ਕਿ ਭਾਈ ਸਾਡਾ ਪਿੱਛਾ ਛੱਡੋ। ਪਰ ਜੋ ਵੀ ਹੈ, ਆਖਿਰਕਾਰ ਸਰਕਾਰੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਗਿਆ, ਉਹ ਵੀ ਇੰਟੈਲੀਜੈਂਸ ਵਿੰਗ ਵਾਲਿਆਂ ਨੂੰ, ਉੱਥੇ ਨੇੜੇ ਤੱਕ ਪਹੁੰਚ ਕੇ। ਤੇ ਜੇ ਇਹਨਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਆ ਕਿ ਭਾਈ ਆਹ ਕੰਮ ਅਸੀਂ ਉੱਥੇ ਕਰ ਸਕਦੇ, ਇਹਨਾਂ ਨੂੰ ਡਰਾ ਲਈਏ। ਹੁਣ DGP ਸਾਹਿਬ ਨਾਲ ਗੱਲਬਾਤ ਮੁੱਖ ਮੰਤਰੀ ਸਾਹਿਬ ਨੇ ਵੀ ਕੀਤੀ ਹੈ, ਬਾਕੀ ਅਧਿਕਾਰੀ ਵੀ ਲੱਗੇ ਹੋਏ ਆ, ਬੜੀ ਛੇਤੀ ਮਸਲਾ ਨਿਕਲ ਕੇ ਸਾਹਮਣੇ ਆਉਣਾ ਚਾਹੀਦਾ। ਸਾਰੇ ਲੀਡਰਾਂ ਨੇ ਕਿਹਾ ਕਿ ਭਾਈ ਸ਼ਾਂਤੀ ਵਿਵਸਥਾ ਬਣਾ ਕੇ ਰੱਖੀ, ਆਪਾਂ ਪੰਜਾਬ ਨੂੰ ਦੁਬਾਰਾ ਪੁਰਾਣੇ ਸਮਝ ਨਹੀਂ ਆਉਣ ਦੇਣਾ। ਸਰਕਾਰ ਦੀਆਂ ਜ਼ਿੰਮੇਵਾਰੀਆਂ ਵੱਧ ਰਹੀਆਂ ਸੰਧਾਲੀਆ ਸਾਹਿਬ। ਇਹ ਬਿਲਕੁਲ ਵੱਧ ਰਹੀਆਂ, ਤੇ ਮੈਂ ਉਹੀ ਗੱਲ ਦੁਬਾਰਾ ਕਰਨੀ ਚਾਹੁੰਦਾ ਵੀ ਹੁਣ ਦੇਖੋ ਆਪਾਂ ਵੀ ਜਦੋਂ ਦੀਆਂ ਗੱਲਾਂ ਸੁਣਾਉਂਦੇ, ਆਹ ਹੋ ਗਿਆ, ਇੱਧਰ ਨੂੰ ਚੱਲ ਗਏ, ਉੱਧਰ ਨੂੰ ਚੱਲ ਗਏ, ਜਿਹੜਾ ਵੀ ਬੰਦਾ ਮੇਰੇ ਖਿਆਲ ਨਾਲ ਸੁਣਨ ਵੇਖਣ ਵਾਲਾ ਹਰੇਕ ਦੇ ਮਨ 'ਚ ਤੇ ਇੱਕ ਵਾਰ ਆਉਂਦਾ ਹੀ ਆ ਵੀ ਉਹ ਤੁਹਾਡਾ ਭਲਾ ਜੇ ਵੀ ਬਣਨਾ ਪਤਾ ਨਹੀਂ ਕੀ ਹੈ। ਪਰ ਮੈਨੂੰ ਲੱਗਦਾ ਹੁੰਦਾ ਵੀ ਦੇਖੋ ਜੀ ਸਾਡੀ ਵੀ ਮਜਬੂਰੀ ਹੈ ਵੀ ਆਪਾਂ ਉਹ ਖਬਰ ਰਿਪੋਰਟ ਕਰਨੀ ਜਿਹੜੀ ਖਬਰ ਆ। ਜੇ ਆਪਾਂ ਅਖਬਾਰਾਂ ਦੀ ਗੱਲ ਕਰਦੀ, ਅਗਲਿਆਂ ਨੂੰ ਵੀ ਉਹ ਚੀਜ਼ ਲਿਖਣੀ ਪੈਣੀ ਵੀ ਹਾਂਜੀ ਇਹ ਖਬਰ ਹੈ। ਪਰ ਹਾਂ, ਉਹ ਘਟਨਾਵਾਂ ਕੋਈ 1 2 3 4 ਹੋ ਸਕਦੀਆਂ ਪੂਰੇ ਪੰਜਾਬ ਦੇ ਹਿਸਾਬ ਨਾਲ ਆਪਾਂ ਵੇਖੀਏ, ਅਦਰਵਾਈਜ਼ ਤਾਂ ਦੁਨੀਆ ਘੁੱਗ ਵੱਸਦੀ ਹੈ। ਹੁਣ ਆਪਾਂ ਜੇ ਮੰਨ ਲਓ ਵੀ ਆਪਾਂ ਬਹਿ ਜਾਈਏ ਦੋਵੇਂ ਭਰਾ ਵੀ ਹਾਂਜੀ ਜੀ ਗਵਾਂਢੀ ਨੇ ਅੱਜ ਸਵੇਰੇ ਪਹਿਲਾਂ ਮੱਝਾਂ ਨੂੰ ਪਾਣੀ ਢਾਇਆ ਜੀ, ਉਦੋਂ ਬਾਅਦ ਫਿਰ ਪੱਠੇ ਕੁਤਰੇ, ਫਿਰ ਬਹਿ ਕੇ ਉਹਨੂੰ ਪਰੌਂਠੇ ਖਾਣਾ, ਰੋਟੀ ਖਾਧੀ, ਫਿਰ ਨਾਲ ਹੀ ਉਹਨੂੰ ਆਵਾਜ਼ ਪੈ ਗਈ ਤੇ ਉਹ ਕਹਿੰਦੇ ਆਪਾਂ ਸ਼ਹਿਰ ਤੱਕ ਜਾਣਾ, ਆ ਜਾ ਫਿਰ ਚੱਲੀਏ। ਫਿਰ ਦੋਵੇਂ ਸ਼ਹਿਰ ਗਏ, ਸ਼ਹਿਰੋਂ ਜਾ ਕੇ ਫਿਰ ਹੁਣ ਵੀ ਲੀੜਾ ਲੱਤਾ ਸਵਾ ਲਿਆ, ਫਿਰ ਨਾਲ ਹੀ ਫੋਨ ਆ ਗਿਆ ਵੀ ਉੱਧਰ ਭੂਆ ਦੇ ਮੁੰਡੇ ਦਾ ਰਿਸ਼ਤਾ ਹੋ ਗਿਆ ਵੀ ਇੰਨੀ ਤਰੀਕ ਨੂੰ ਤੁਸੀਂ ਤੈਅ ਕਰ ਲਓ, ਫਿਰ ਉੱਧਰ ਜਾਣਾ।
ਉਹ ਸਾਰੀ ਦੁਨੀਆ ਵੱਸਦੀ ਹੈ। ਮੈਨੂੰ ਇਹ ਸੀ ਵੀ ਆਪਾਂ ਉਹ ਚੇਤਾ ਜ਼ਰੂਰ ਕਰਾ ਦਈਏ ਵੀ ਇਹ ਨਾ ਹੋਵੇ ਵੀ ਜਦੋਂ ਬੰਦਾ ਖਬਰਾਂ 'ਚ ਗਵਾਚਾ ਹੁੰਦਾ ਫਿਰ ਉਹਨੂੰ ਲੱਗਦਾ ਵੀ ਯਾਰ ਸ਼ਾਇਦ ਸਾਰਾ ਕੁਝ ਹੀ ਨਰਕ ਹੋ ਗਿਆ। ਹਾਂ, ਖਬਰਾਂ ਆਪਣੀ ਥਾਂ 'ਤੇ ਆ, ਉਹਨਾਂ ਦਾ ਧਿਆਨ ਜ਼ਰੂਰ ਹੋਣਾ ਚਾਹੀਦਾ, ਪਰ ਉਹ ਚੀਜ਼ਾਂ ਦਿਲ 'ਤੇ ਨਾ ਲਾ ਲਿਆ ਕਰੋ। ਨਹੀਂ, ਬਹੁਤ ਸਾਰੀਆਂ ਚੰਗੀਆਂ ਗੱਲਾਂ ਹੋ ਰਹੀਆਂ। ਸੰਧਾਲੀਆ ਸਾਹਿਬ ਕਿੰਨੇ ਸੁਨੇਹੇ ਆਏ। ਕੋਈ ਕਹਿੰਦਾ ਜੀ ਮੈਂ ਮੂੰਗੀ ਬੀਜ ਦਿੱਤੀ, ਕੋਈ ਕਹਿੰਦਾ ਜੀ ਕੋਈ ਗੱਲ ਨਹੀਂ ਘਾਟਾ ਸਹਿਲਣਾ ਮੂੰਗੀ ਬੀਜਾਂਗੇ, ਕੋਈ ਕਹਿੰਦਾ ਜੀ ਝੋਨੇ ਦੀ ਸਿੱਧੀ ਬਿਜਾਈ ਕਰਨ ਲੱਗੇ ਆ, ਕੋਈ ਗੱਲ ਨਹੀਂ ਅੱਗੇ ਘਾਟਾ ਪੈ ਜਾਊ, ਅੱਗੇ ਕਿਹੜਾ ਕਦੀ ਖੇਤੀ 'ਚ ਘਾਟਾ ਨਹੀਂ ਪਿਆ। ਇੱਥੋਂ ਤੱਕ ਕਿ ਕਈ NRI ਜਿਹੜੇ ਆ ਉਹਨਾਂ ਨੇ ਵੀ ਸੁਨੇਹੇ ਭੇਜੇ ਕਿ ਦੇਖੋ ਜੀ ਅਸੀਂ, ਕੋਈ ਕਹਿੰਦਾ ਜੀ ਮੈਂ ਠੇਕੇ ਤੇ ਜ਼ਮੀਨ ਦਿੱਤੀ ਹੈ ਤੇ ਮੈਂ ਉਹਨਾਂ ਨੂੰ ਕਿਹਾ ਕਿ 5000 ਘਟਾਇਆ ਐਤਕੀ, ਪਰ ਝੋਨਾ ਚਾਹੇ ਭਗਵੰਤ ਮਾਨ ਸਾਹਿਬ ਵਾਲੀ ਵਿਧੀ ਨਾਲ ਲਾ ਦੀ, ਚਾਹੇ ਫੂਲਕਾ ਸਾਹਿਬ ਦੀ ਵਿਧੀ ਨਾਲ ਲਾ ਦੀਆਂ ਕਿ ਪਾਣੀ ਬਚਾਉਣਾ ਹੀ। ਇੱਕ ਤਾਂ ਸੱਜਣ ਨੇ ਇੱਥੋਂ ਤੱਕ ਵੀ ਕਹਿ ਦਿੱਤਾ, ਉਹ ਕਹਿੰਦੇ ਜੀ 1500 ਸਰਕਾਰ ਤੋਂ ਲਓ, ਮੇਰੇ ਪਿੰਡ ਦੇ ਵਿੱਚ ਜੇ ਕੋਈ ਸਿੱਧੀ ਬਿਜਾਈ ਝੋਨੇ ਦੀ ਕਰੂਗਾ 3500 ਪ੍ਰਤੀ ਏਕੜ, ਮੈਂ ਦੂੰ, ਤੁਹਾਡਾ 5000 ਹੋ ਗਿਆ। ਇੱਥੋਂ ਤੱਕ ਜਿੱਦਾਂ ਤੁਸੀਂ ਨਿੰਬੂ ਤੁਹਾਡੇ ਕੋਲ ਹੀ ਤੁਸੀਂ ਸਵੇਰੇ ਮੈਨੂੰ ਦੇ ਹੀ ਦਿੱਤਾ, ਇਹਦੇ ਤੋਂ ਪੋਜ਼ਿਟਿਵ ਖਬਰ ਕਿਹੜੀ ਹੋ ਸਕਦੀ ਹੈ? ਹੋਰ ਤੁਸੀਂ ਦੱਸੋ। ਕਮਾਲ ਹੋ ਗਈ। ਉਹ ਗੱਲ ਵੱਖਰੀ ਆ ਵੀ ਦੇਖੋ ਭਰਾ ਨੇ ਉਹੀ ਕੱਟਿਆ ਨਿੰਬੂ, 2 ਗਲਾਸ ਬਣਾਏ ਨੇ, ਫਿਰ ਉਦੋਂ ਬਾਅਦ ਮਤਲਬ ਅੱਧੇ ਪੀਤੇ, ਫਿਰ ਗੱਲ ਥੋੜੀ ਠੀਕ। ਹੁਣ ਤੁਸੀਂ ਇਹ ਨਾ ਪੁੱਛੋ ਵੀ ਯਾਰ ਤੁਸੀਂ ਆਪਣੇ ਕੈਨੇਡਾ ਦੇ ਹਿਸਾਬ ਨਾਲ ਸਵੇਰੇ ਨਿੰਬੂ ਪਾਣੀ ਗੱਲ ਹੀ ਪੀਣਾ, ਗੱਲ ਹੀ ਕੀਤੀ ਉਹ ਜੀ ਗੱਲ ਕੋਈ ਨਹੀਂ, ਵੈਸੇ ਗਰਮੀ ਦਾ ਕਰਕੇ ਹੁਣ ਮੌਸਮ ਬਦਲ ਗਿਆ। ਅੱਛਾ, ਨਹੀਂ ਗੱਲ ਇਹ ਆ, ਚਲੋ WhatsApp ਇਹ ਤੇ ਗੱਲ ਹੈਗੀ ਆ ਵੀ ਪਾਣੀ ਬਚਾਉਣਾ ਪੈਣਾ, ਪਰ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਹੁਣ ਇਹ ਕਹਿਤਾ, ਉਹ ਕਹਿੰਦੇ ਵੀ ਦੇਖੋ ਜੀ ਸਾਨੂੰ ਨਹੀਂ ਪੁੱਗਦਾ, ਤੁਸੀਂ 18 ਤੋਂ ਸ਼ੁਰੂ ਹੁੰਦੇ ਆ ਤੇ 26 ਤੱਕ ਜਾ ਵੜਦੇ ਆ। ਪਹਿਲਾਂ ਜਦੋਂ ਚਰਚਾ ਚੱਲੀ ਸੀ ਉਦੋਂ ਝੋਨਾ 10 ਜੂਨ ਤੇ ਗਿਆ, ਫਿਰ ਹੌਲੀ ਹੌਲੀ 15 ਤੇ ਖੜਿਆ, 15 ਤੋਂ ਤੁਸੀਂ 20 ਤੇ ਲੈ ਗਏ, 20 ਤੋਂ ਹੁਣ ਸਰਕਾਰ 26 ਤੇ ਲੈ ਗਈ। ਵੀ ਸਾਨੂੰ ਉਹਦੇ ਚੋਂ ਬਚਣਾ ਕੁਝ ਨਹੀਂ। ਆਪਣੇ ਤੌਰ ਤੇ ਜੋ ਐਕਸਕਿਊਜ਼ ਉਹ ਦਿੰਦੇ ਆ, ਉਹ ਕਹਿੰਦੇ ਵੀ ਬਹੁਤ ਲੇਟ ਹੋ ਜਾਂਦਾ, ਫਿਰ ਉਹਨੂੰ ਪੱਕਣ ਦੇ ਵਿੱਚ ਵੀ ਟਾਈਮ ਲੱਗਦਾ ਕਿਉਂਕਿ ਬਾਅਦ 'ਚ ਬਰਸਾਤਾਂ ਆ ਜਾਂਦੀਆਂ, ਠੰਡ ਹੋ ਜਾਂਦੀ ਥੋੜੀ। ਫਿਰ ਉਦੋਂ ਬਾਅਦ ਇਹ ਆ ਵੀ ਜਦੋਂ ਵੱਢਣ ਤੋਂ ਬਾਅਦ ਜਦੋਂ ਕਹਿੰਦੇ ਵੀ ਚਲੋ ਜੇ ਸੁੱਖਾਨਾ ਅਗਲਾ ਮੰਡੀ ਲੈ ਵੀ ਜਾਵੇ, ਫਿਰ ਕਹਿੰਦੇ ਵੀ ਜਿਹੜੀਆਂ ਮਸ਼ੀਨਾਂ ਸਰਕਾਰ ਨੇ ਰੱਖੀਆਂ ਹੁੰਦੀਆਂ ਜਦੋਂ ਉਹਦੇ 'ਚ ਆਪਾਂ ਆ ਕੇ ਦੇਖਦੇ ਤਾਂ ਟੂੰ ਨਵੀਂ ਉਹ ਦੱਸਦੀ ਹੈ, ਜਿਹੜੀ ਨਵੀਂ ਹੋ ਹੀ ਨਹੀਂ ਸਕਦੀ ਭਾਵੇਂ ਤੁਸੀਂ ਉਹਦੇ ਸੁੱਕਣੇ ਪਾ ਲਓ ਝੋਨਾ। ਹੁਣ ਇਹ ਉਹਨਾਂ ਦਾ ਐਕਸਕਿਊਜ਼ ਆ। ਦੂਸਰੇ ਪਾਸੇ ਸਰਕਾਰ ਦਾ ਐਕਸਕਿਊਜ਼ ਇਹ ਆ ਵੀ ਦੇਖੋ ਜੋ ਮਰਜ਼ੀ ਆ ਆਪਾਂ ਨੂੰ ਕਰਨਾ ਤੇ ਆ ਪੈਣਾ, ਕਿਉਂਕਿ ਚੀਮਾ ਸਾਹਿਬ ਪਹੁੰਚੇ ਸੀ ਇੱਕ ਜਗ੍ਹਾ, ਕਿਉਂਕਿ ਅੱਜ ਕੱਲ੍ਹ ਉਹ ਲੋਕਾਂ ਦਾ ਬਜਟ ਬਣਾ ਰਿਹਾ, ਉਹ ਕਹਿੰਦੇ ਵੀ ਸਾਲ ਆਪਣੇ ਕੋਲ 25 ਬਚੇ ਮਿੱਤਰੋ, ਵੀ 25 ਸਾਲਾਂ 'ਚ ਪੰਜਾਬ ਬੰਜਰ ਹੋ ਜਾਣਾ ਜੇ ਆਪਾਂ ਪਾਣੀ ਨਾ ਬਚਾਇਆ। ਇਹ ਤੋਂ ਪਹਿਲਾਂ BJP ਦੇ ਲੀਡਰ ਅਜੀਤ ਗਰੇਵਾਲ ਸਾਹਿਬ ਉਹ 17 ਸਾਲਾਂ ਦੀ ਗੱਲ ਕਰਦੇ ਸੀ, ਚਲੋ ਉਹ 25 ਆਂਦੇ, ਉਹ 17 ਆਂਦੇ, ਆਪਾਂ ਕਹਿੰਦੇ ਵਿਚਾਲੜਾ ਲਾ ਲਓ 20 ਸਾਲ ਲਾ ਲਓ। 20 ਸਾਲ ਦਾ ਮਤਲਬ ਇਹ ਵੀ ਸਿਰਫ 4 ਸਰਕਾਰਾਂ ਨੇ, ਵੀ 5ਵੀਂ ਸਰਕਾਰ ਜਦੋਂ ਤੱਕ ਪੰਜਾਬ 'ਚ ਆਉਣੀ ਉਦੋਂ ਤੱਕ ਪੰਜਾਬ ਬੰਜਰ ਹੋ ਜਾਣਾ। ਇਹ ਸਰਕਾਰੀ ਹਿਸਾਬ ਨਾਲ ਉਹ ਕਹਿੰਦੇ ਆ। ਇਹਦਾ ਮਤਲਬ ਵੀ ਰੇੜਕਾ ਤੇ ਹੈਗਾ, ਹੁਣ ਇਹਦਾ ਕੋਈ ਨਾ ਕੋਈ ਰਾਹ ਲੱਭਣਾ ਪਊ। ਸੰਧਾਲੀਆ ਸਾਹਿਬ ਇੱਕ ਗੱਲ ਐਤਕੀ ਕੁਛ ਠੀਕ ਹੋ ਰਹੀ ਹੈ ਕਿ ਸਰਕਾਰ ਦੇ ਨਾਲ ਕਿਸਾਨਾਂ ਦੀਆਂ ਮੀਟਿੰਗਾਂ ਲਗਾਤਾਰ ਨੇ। ਹਫ਼ਤੇ 10 ਦਿਨਾਂ ਦੇ ਵਿੱਚ ਕੋਈ ਨਾ ਕੋਈ ਜਥੇਬੰਦੀਆਂ ਜਾਂਦੀਆਂ ਤੇ ਜਾ ਕੇ ਗੱਲ ਕਰਦੀਆਂ, ਕਦੇ ਬਿਜਲੀ ਦੇ ਮੁੱਦੇ ਤੇ, ਕਦੇ ਬੀਜ ਜਿਹੜੇ ਨੇ ਉਹਨਾਂ ਦੇ ਮੁੱਦੇ ਤੇ, ਕਦੇ ਝੋਨੇ ਦੇ ਮੁੱਦੇ ਤੇ, ਮੂੰਗੀ ਦੇ ਮੁੱਦੇ ਤੇ। ਮੈਨੂੰ ਯਾਦ ਹੈ ਜਦੋਂ ਸਰਕਾਰ ਬਣੀ ਸੀ ਪਹਿਲੀ ਵਾਰ ਇਹਨਾਂ ਨੇ ਮੀਟਿੰਗਾਂ ਕੀਤੀਆਂ ਤੇ ਉਦੋਂ ਕਿਹਾ ਸੀ ਕਿ ਅਸੀਂ ਬਦਲਵੀਂ ਫਸਲ ਦੀ MSP ਦੇਵਾਂਗੇ। ਉਹ ਬਦਲਵੀਂ ਫਸਲ ਲਾ ਲਓ ਜਾਂ ਉਹ ਝੋਨਾ ਥੋੜ੍ਹਾ ਲੇਟ ਕਰਾਉਣ ਦਾ ਜਾਂ ਪਾਣੀ ਬਚਾਉਣ ਦਾ ਤਰੀਕਾ, ਮੂੰਗੀ ਦੀ MSP ਦਾ ਐਲਾਨ ਕਰ ਹੀ ਦਿੱਤਾ। ਕੋਈ ਇਹਨੂੰ ਮਾੜਾ ਕਹੇ, ਕੋਈ ਇਹਨੂੰ ਚੰਗਾ ਕਹੇ, ਵੀ ਆਪੋ ਆਪਣੇ ਤਰਕ ਹੋ ਸਕਦੇ ਸਾਰਿਆਂ ਦੇ। ਇਹ ਗੱਲ ਤੁਹਾਡੀ ਠੀਕ ਹੈ ਕਿ ਜਦੋਂ ਕਿਸਾਨ ਜਥੇਬੰਦੀਆਂ ਉਹ ਕਹਿੰਦੀਆਂ ਜੀ ਅਸੀਂ 10 ਨੂੰ ਲਾਉਣਾ ਹੀ ਆ। ਸੰਯੁਕਤ ਕਿਸਾਨ ਮੋਰਚੇ ਨੇ ਕਹਿਤਾ ਕਿ ਸਾਨੂੰ ਬਿਜਲੀ ਉਦੋਂ ਚਾਹੀਦੀ, ਅਸੀਂ 10 ਨੂੰ ਲਾਉਣਾ, ਅਸੀਂ ਤੁਹਾਡੀ 18 ਤੋਂ 26 ਦਾ ਇੰਤਜ਼ਾਰ ਨਹੀਂ ਕਰ ਸਕਦੇ। ਉਹਨਾਂ ਨੇ ਸਾਰੇ ਤਰਕ ਦਿੱਤੇ ਕਿ ਜਿੰਨਾ ਲੇਟ ਲਾਵਾਂਗੇ ਲੇਟ ਪੱਕੂਗਾ, ਗਰਮੀ ਘਟ ਜਾਣੀ ਹੈ, ਠੰਡ ਕ ਵੱਧ ਜਾਣੀ ਹੈ, ਤੇ ਠੰਡ ਦਾ ਮਤਲਬ ਨਵੀਂ, ਸੁੱਕਣਾ ਹੀ ਨਹੀਂ ਝੋਨਾ। ਤੁਹਾਡੀ ਮਸ਼ੀਨ ਜਦੋਂ ਕਿ ਟੂੰ ਉਹਨੇ ਕਹਿੰਦਾ ਲਾਲ ਬੱਤੀ ਉਹ ਤੇ ਜਗਦੀ ਰਹਿਣੀ ਆ, ਫਿਰ ਕਿ ਸਾਨੂੰ ਪੁੱਗਦਾ ਨਹੀਂ, ਝਾੜ ਘਟਦਾ, ਅਗਲੀ ਫਸਲ ਲੇਟ ਹੁੰਦੀ ਹੈ। ਕਈ ਤਰਕ ਉਹਨਾਂ ਨੇ ਦਿੱਤੇ, ਤਰਕ ਜਾਇਜ਼ ਨੇ। ਪਰ ਦੂਜੇ ਪਾਸੇ ਸਰਕਾਰ ਪਹਿਲੀ ਵਾਰੀ ਬਣੀ ਆ ਤੇ ਗੱਲ ਉਹਨਾਂ ਦੀ ਵੀ ਵਾਜਬ ਆ, ਕਿਉਂਕਿ ਜਦੋਂ ਇਹ ਕਹਿੰਦੇ ਆ ਨਾ ਕਿ ਭਾਈ ਅੱਜ ਤਾਂ ਝੋਨਾ ਲਾਉਨੇ ਹੋ, ਜੇ ਪਾਣੀ ਨਾ ਰਿਹਾ ਝੋਨਾ ਕਿੱਦਾਂ ਲਾਉਂਗੇ, ਜੇ ਪਾਣੀ ਨਾ ਰਿਹਾ ਗੰਨਾ ਕਿੱਥੋਂ ਆਊਗਾ, ਕਣਕ ਕਿੱਥੋਂ ਹੋਊ। ਉਹ ਗੱਲਾਂ ਸਾਰੀਆਂ ਠੀਕ ਨੇ। ਮੈਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਬੈਠਣ, ਮੀਟਿੰਗ ਫਿਰ ਰੱਖੀ ਹੈ, ਕਿਉਂਕਿ ਝੋਨਾ ਆਪੇ ਹੀ ਨਹੀਂ ਲੱਗਣਾ। ਝੋਨਾ ਲੱਗਣਾ ਮੋਟਰ ਨਾਲ, ਬੱਤੀ ਨਾਲ। ਜੇ 10 ਜੂਨ ਨੂੰ ਲਾਉਣਾ ਹੈ, ਜੇ 8 ਜੂਨ ਤੋਂ 8 ਘੰਟੇ ਆਊਗੀ ਫੇਰ ਕੱਦੂ ਹੋਣਾ। ਗੱਲਾਂ ਨਾਲ ਕੱਦੂ ਨਹੀਂ ਹੋਣਾ, ਨਾ ਰੈਲੀਆਂ ਨਾਲ ਕੱਦੂ ਹੋਣਾ, ਤੇ ਨਾ ਸਿਆਸੀ ਲੀਡਰ ਦੇ ਕਿਸੇ ਭਾਸ਼ਣ ਨਾਲ। ਹੁਣ ਜੇ 18 ਤੋਂ ਆ ਤਾਂ 16 ਤੋਂ ਪਾਣੀ ਛੱਡਣਗੇ ਉਹ, ਤੇ ਜੇ ਨਾ ਛੱਡਿਆ, ਹੁਣ ਵੈਸੇ ਫਰਕ ਤਾਂ 10 ਤੇ 8 ਦਿਨ ਦਾ ਹੀ ਆ, ਤੇ ਕਈਆਂ ਦੇ ਲਈ 16 ਦਿਨ ਦਾ ਆ। ਉਹ ਹੁਣ 8 ਤੋਂ 16 ਦਿਨ ਦਾ ਫਰਕ ਜਿਹੜਾ ਹੈ, ਜੇ ਉਹਦੇ ਨਾਲ ਪੰਜਾਬ ਦਾ ਭਵਿੱਖ ਬਚਦਾ, ਸੰਧਾਲੀਆ ਸਾਹਿਬ, ਥੋੜਾ ਜਿਹਾ ਜਥੇਬੰਦੀਆਂ ਨੂੰ, ਥੋੜਾ ਜਿਹਾ ਸਰਕਾਰ ਨੂੰ ਹਿਸਾਬ ਕਿਤਾਬ ਜਿਹਾ ਜਿਹੜਾ ਉਹ ਜ਼ਰੂਰ ਲਾ ਲੈਣਾ ਚਾਹੀਦਾ ਕਿ ਭਾਈ ਆਪਾਂ ਭਵਿੱਖ ਕਿੱਥੇ ਦੇਖਣਾ। ਹੁਣ ਤੁਸੀਂ ਦੇਖੋ, ਤੁਸੀਂ 4 ਸਰਕਾਰਾਂ ਕਿਹਾ ਕਿ ਜੇ 20 ਸਾਲ ਬੰਜਰ ਹੋ ਸਕਦਾ ਪੰਜਾਬ, ਜਾਂ ਪਾਣੀ ਬਹੁਤ ਥੱਲੇ ਚਲੇ ਜੂ, ਜਾਂ ਆਮ ਲੋਕਾਂ ਦੀ ਹੈਸੀਅਤ ਤੋਂ ਬਾਹਰ ਚਲੇ ਜੂ।
ਅੱਜ ਜਿਹੜਾ ਅਸੀਂ ਕਹਿੰਦੇ ਆ ਜੀ ਸਾਡੇ ਬਜਟ ਦਾ ਬਹੁਤ ਵੱਡਾ ਹਿੱਸਾ ਤਨਖਾਹਾਂ 'ਚ ਜਾਂਦਾ, ਪੈਨਸ਼ਨਾਂ 'ਚ ਜਾਂਦਾ, ਕਰਜ਼ੇ ਦੀ ਕਿਸ਼ਤ 'ਚ ਜਾਂਦਾ। ਫਿਰ ਪਤਾ ਕੀ ਹੋਣਾ ਕਿ ਪੰਜਾਬ ਸਰਕਾਰ ਨੇ ਕਹਿਣਾ ਜੀ ਸਾਡੇ ਅਸੀਂ ਕਿੱਥੋਂ ਦਈਏ, 90% ਪੈਸੇ ਤੇ ਚਲ ਜਾਂਦੇ। ਉਹ ਕਹਿੰਦੇ ਕਿੱਦਾਂ, 60% ਪੈਨਸ਼ਨਾਂ ਤਨਖਾਹਾਂ ਤੇ ਕਰਜ਼ੇ ਚਲੇ ਜਾਂਦਾ, ਬਾਕੀ 30% ਬਜਟ ਵੀ ਪਾਣੀ ਵੀ ਲਿਆਉਣ ਆਉਂਦਾ ਕਿਤੇ ਪੰਜਾਬ ਦੇ ਲੋਕਾਂ ਨੂੰ ਪਿਆਉਣਾ ਵੀ ਹੈ, ਮੱਝਾਂ ਨੂੰ ਡਾਉਣ ਲਈ ਵੀ ਦੇਣਾ ਹੈ, ਹੋਰ ਸਬਜ਼ੀ ਭਾਜੀ ਲਈ ਵੀ ਦੇਣਾ ਹੈ, ਕਿਉਂਕਿ ਪਾਣੀ ਤਾਂ ਹੈ ਹੀ ਨਹੀਂ। ਤੇ ਜੇ ਪਾਣੀ ਨਾ ਹੋਇਆ ਸੰਧਾਲੀਆ ਸਾਹਿਬ ਸਬਜ਼ੀ ਕਿੱਥੋਂ ਖਾਣੀ ਹੈ, ਲੋਕਾਂ ਨੇ ਨਹਾਉਣਾ ਧੋਣਾ ਕਿੱਥੋਂ ਆ। ਅੱਜ ਤਾਂ ਠੀਕ ਹੈ ਬਾਕੀ ਦੇਸ਼ ਵੱਲ ਨੂੰ ਟ੍ਰੇਨਾਂ ਚਲੇ ਜਾਂਦੀਆਂ, ਇੱਧਰਲੇ ਪਾਸੇ ਤਾਂ ਟ੍ਰੇਨ ਵੀ ਕਿਸੇ ਪਾਸੇ ਨੂੰ ਭੇਜਣੀ ਕਿਸੇ ਨੇ ਨਹੀਂ। ਇਹ ਬੜਾ ਜ਼ਰੂਰੀ ਹੈ, ਬੜਾ ਸੈਂਸਿਟਿਵ ਮੁੱਦਾ। ਦੇਖੋ ਕਾਰਨ ਇਹ ਆ ਵੀ ਹੋ ਸਕਦਾ ਕਿਸਾਨ ਜਥੇਬੰਦੀਆਂ ਜਿੱਦਾਂ ਕਹਿੰਦੀਆਂ ਉਹ ਸਿਆਣੇ ਬੰਦੇ ਨੇ, ਬਜ਼ੁਰਗ ਨੇ, ਉਹਨਾਂ ਦੇ ਹਿਸਾਬ ਨਾਲ ਗੱਲ ਠੀਕ ਹੋਵੇ। ਪਰ ਜਦੋਂ ਆਪਾਂ ਇੱਕ ਸਮੱਸਿਆ ਦੀ ਗੱਲ ਕਰਦੇ ਹਾਂ, ਉਹ ਸਮੱਸਿਆ ਤਾਂ ਐਸੀ ਆ ਵੀ ਜਿਹੜੀ ਪੂਰੇ ਪੰਜਾਬ ਦੇ ਅੱਗੇ ਖੜੀ ਹੈ ਜੀ। ਹੁਣ ਜੇ ਪੂਰੇ ਪੰਜਾਬ ਦੇ ਅੱਗੇ ਖੜੀ ਆ ਤੇ ਉਹਦੇ ਪੰਜਾਬ ਦੇ ਵਿੱਚ ਉਹ ਕਿਸਾਨ ਵੀ ਆਉਂਦਾ, ਉਹ ਦੁਕਾਨਦਾਰ ਵੀ ਆਉਂਦਾ, ਵਪਾਰੀ ਵੀ ਆਉਂਦਾ, ਮੁਲਾਜ਼ਮ ਵੀ ਆਉਂਦਾ, ਹਰੇਕ ਬੰਦਾ ਆਉਂਦਾ। ਸੋ ਉਹ ਕਿਤੇ ਨਾ ਕਿਤੇ ਕੋਈ ਐਸਾ ਰਾਹ ਲੱਭਣਾ ਪਊਗਾ ਵੀ ਜੇ ਐਤਕੀ ਨਹੀਂ ਤੇ ਅਗਲੀ ਛਮਾਈ, ਉਹ ਨਹੀਂ ਤੇ ਅਗਲੀ ਛਮਾਈ ਜੀ। ਸਾਲ ਨਹੀਂ ਮੈਂ ਕਹਿ ਰਿਹਾ, ਮੈਂ ਛਮਾਈ ਤਾਂ ਕਹਿੰਦਾ ਵੀ ਛਮਾਈ ਦੇ ਵਿੱਚ ਹੀ ਫਸਲਾਂ ਦਾ ਫਰਕ ਪੈਂਦਾ। ਜੇ ਐਤਕੀ ਕੋਈ ਨਾ ਕੋਈ ਗੱਲ ਬਣਦੀ ਆ, ਆਪਣਾ ਇੱਕ ਤਜਰਬਾ ਕਾਮਯਾਬ ਹੁੰਦਾ। ਜੇ ਸਰਕਾਰ ਕਹਿੰਦੀ ਹੈ ਵੀ ਅਸੀਂ ਮੂੰਗੀ ਦੀ MSP ਦਿੰਦੇ ਹਾਂ, ਐਤਕੀ ਮੂੰਗੀ ਬੀਜਣ ਵਾਲਿਆਂ ਨੂੰ MSP ਮਿਲੇ, ਗਾਂ ਬਾਸਮਤੀ ਵਾਲਿਆਂ ਨੂੰ MSP ਮਿਲੇ, ਉਹਨਾਂ ਦਾ ਸੀਜ਼ਨ ਠੀਕ ਲੱਗ ਗਿਆ, ਉਹਨਾਂ ਨੇ ਹੌਲੀ ਹੌਲੀ ਇਸ ਚੀਜ਼ ਦੇ ਉੱਪਰ ਮਨ ਬੰਨ੍ਹ ਲੈਣਾ ਵੀ ਨਹੀਂ ਯਾਰ ਠੀਕ ਹੈ। ਉਹਦੇ ਵਿੱਚ ਕਿਤੇ ਨਾ ਕਿਤੇ ਮੱਕੀ ਫਸਾ ਲੈਣ, ਉਹਦੇ ਵਿੱਚ ਇੱਕ ਦੋ ਫਸਲਾਂ ਹੋਰ ਜਿਹੜੀਆਂ ਕਿ ਝੋਨੇ ਦਾ ਬਦਲ ਹੋ ਸਕਦੀਆਂ। ਜੇ ਟੋਟਲ ਕੈਲਕੂਲੇਸ਼ਨ ਕਰਕੇ ਅਗਲਿਆਂ ਨੂੰ ਇਹ ਲੱਗਾ ਵੀ ਯਾਰ ਕਣਕ ਤੇ ਝੋਨੇ 2 ਫਸਲਾਂ ਦੀ ਬਜਾਏ ਆਪਾਂ 3 ਜਾਂ 4 ਫਸਲਾਂ 'ਤੇ ਚਲੇ ਜਾਈਏ ਤੇ ਆਪਣਾ ਖਰਚਾ ਜਿਹੜਾ ਉਹ ਲਗਭਗ ਘਟ ਜਾਵੇ, ਪਾਣੀ ਆਪਣਾ ਬਚ ਜਾਵੇ ਤੇ ਬਚਤ ਆਪਾਂ ਨੂੰ ਉਨੀ ਹੋ ਜਾਵੇ ਜਿੰਨੀ ਕਣਕ ਝੋਨੇ ਤੋਂ ਹੁੰਦੀ ਹੈ, ਤੇ ਫਿਰ ਸ਼ਾਇਦ ਬਚਾਅ ਹੋ ਜਾਵੇ। ਨਹੀਂ ਬਚਾਅ ਫਿਰ ਹੋਣਾ। ਅਸੀਂ ਤਾਂ ਪੰਜਾਬ ਦੇ ਸਾਰੇ ਲੋਕ ਜਿਹੜੇ ਖੇਤੀਬਾੜੀ ਨਹੀਂ ਕਰਦੇ, ਕੋਈ ਬੰਦਾ ਕਲਰਕ ਲੱਗਾ, ਕੋਈ ਬੰਦਾ ਫੈਕਟਰੀ 'ਚ ਕੰਮ ਕਰਦਾ ਹੈ, ਕਿਸੇ ਦੀ ਆਪਣੀ ਦੁਕਾਨ ਹੈ, ਕੋਈ ਰੇਹੜੀ ਲਾਉਂਦਾ, ਕੋਈ ਵੀ ਬੰਦਾ ਊੜਾ ਐੜਾ ਈੜੀ। ਮਤ ਸੋਚੋ ਕਿ ਭਾਈ ਤੁਸੀਂ ਕਿਹੜਾ ਖੇਤੀ ਕਰਦੇ ਹੋ, ਤੁਹਾਨੂੰ ਕੀ ਫਰਕ ਹੈ। ਨਾ ਅੱਜ ਜੇ ਬਤਾਊਂ 5 ਰੁਪਏ ਕਿਲੋ ਮਿਲ ਜਾਂਦੇ ਆ ਨਾ ਪੰਜਾਬ 'ਚ, ਭਿੰਡੀਆਂ ਜੇ 15 ਰੁਪਏ ਕਿਲੋ ਮਿਲ ਜਾਂਦੀਆਂ, ਭਾਅ ਉੱਪਰ ਥੱਲੇ ਹੋ ਸਕਦਾ। ਜੇ ਪਾਣੀ ਥੱਲੇ ਚਲੇ ਗਿਆ, ਜੇ ਜ਼ਮੀਨ ਕੁਛ ਕਰਨ ਜੋਗੀ ਨਾ ਰਹੀ, ਜੇ ਫਸਲਬਾੜੀ ਨਾ ਹੋਈ, ਫਿਰ ਭਿੰਡੀਆਂ ਹਰਿਆਣੇ ਤੋਂ ਆਉਣਗੀਆਂ, ਫਿਰ ਸਬਜ਼ੀ ਹਿਮਾਚਲ ਤੋਂ ਆਊਗੀ, ਤੇ ਜੇ ਉੱਥੋਂ ਪੰਜਾਂ ਦੀ ਮਿਲਦੀ ਆ ਤਾਂ ਟਰਾਂਸਪੋਰਟੇਸ਼ਨ ਦੀ ਕਾਸਟ ਲੱਗੂਗੀ, ਢੋਆਈ ਦੀ ਲਾਗਤ ਲੱਗੂਗੀ, ਫਿਰ ਉਹ 5 ਵਾਲੀ 15 ਦੀ ਹੋਊਗੀ, 15 ਵਾਲੀ 45 ਦੀ ਹੋਊਗੀ। ਅੱਜ ਤਾਂ ਅਸੀਂ ਕਹਿੰਦੇ ਆ ਕਿ ਚਲੋ ਕੋਈ ਗੱਲ ਨਹੀਂ, ਆ ਸਾਰੀਆਂ ਕਰਨੀਆਂ ਲੋਕਾਂ ਨੇ ਇੱਕ ਦੂਜੇ ਨੂੰ ਵੱਡਾਂ ਦੇ, ਤੋਰੀਆਂ ਦੇ, ਭੈਣੇ ਬਹੁਤ ਨੇ, ਤੂੰ ਇੱਥੋਂ ਲੈ ਜਾ ਕਰ, ਕੁੰਡਾ ਖੁੱਲ੍ਹਾ ਹੀ ਹੁੰਦਾ, ਤੈਨੂੰ ਫਿਰ ਪੁੱਛਣ ਦੀ ਲੋੜ ਹੈ, ਫਿਰ ਭੈਣ ਕਿਹਾ ਤੈਨੂੰ ਤਾਂ ਫਿਰ ਗੱਲ ਕਿਹੜੀ ਹੈ। ਉਹ ਸਾਰੀਆਂ ਚੀਜ਼ਾਂ ਆ ਰਹੀਆਂ ਨੇ, ਸੇਬ 200 ਨੂੰ, 250 ਨੂੰ, 300 ਨੂੰ, ਕਿਉਂ? ਕਿਉਂਕਿ ਪੰਜਾਬ 'ਚ ਨਹੀਂ ਹੁੰਦਾ। ਬਹੁਤ ਸਾਰੀਆਂ ਹੋਰ ਚੀਜ਼ਾਂ ਜਿਹੜੀਆਂ ਪੰਜਾਬ 'ਚ ਨਹੀਂ ਹੁੰਦੀਆਂ, ਕਿੰਨੀਆਂ ਮਹਿੰਗੀਆਂ ਨੇ। ਉਹੀ ਹਾਲਾਤ ਹੋ ਜਾਣੇ। ਇਸ ਕਰਕੇ ਤੁਸੀਂ ਖੇਤੀ ਕਰਦੇ ਹੋ, ਨਹੀਂ ਕਰਦੇ, ਤੁਸੀਂ ਮੋਟਰ ਚਲਾਉਂਦੇ ਹੋ, ਨਹੀਂ ਚਲਾਉਂਦੇ, ਪਰ ਪੰਜਾਬ ਦੇ ਪਾਣੀ ਨਾਲ ਤੁਹਾਡਾ ਸਾਰਿਆਂ ਦਾ ਹੀ ਸਿੱਧਾ ਸੰਬੰਧ ਹੈ। ਇਸ ਕਰਕੇ ਲਾਮਬੰਦੀ ਥੋੜ੍ਹੀ ਜਿਹੀ ਜ਼ਰੂਰੀ ਹੈ। ਬਾਕੀ ਸੰਧਾਲੀਆ ਸਭ ਇੱਕ ਚੀਜ਼ ਹੈ, ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੱਖ ਤੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਆਪਾਂ ਸਿੱਧੂ ਸਾਹਿਬ ਵੱਲ ਬਾਅਦ 'ਚ ਜਾਣਾ। ਰਾਜਾ ਵੜਿੰਗ ਸਾਹਿਬ ਕਿਉਂਕਿ ਨੌਜਵਾਨ ਨੇ, ਬੜੀ ਕਾਹਲੀ ਨਾਲ ਤੁਰਦੇ ਆ, ਰੁੱਸੇ ਨੂੰ ਮਨਾਉਂਦੇ ਆ, ਜਿਹੜਾ ਮੰਨਿਆ ਉਹਨੂੰ ਸਰਗਰਮ ਕਰਦੇ, ਜਿਹੜਾ ਪਹਿਲਾਂ ਹੀ ਸਰਗਰਮ ਇਹਨੂੰ ਹੋਰ ਤੇਜ਼ ਭਜਾਉਂਦੇ ਆ ਕਿ ਭਾਈ ਆਪਾਂ ਕਾਂਗਰਸ ਪਾਰਟੀ ਪੈਰਾਂ ਸਿਰ ਕਰਨੀ ਹੈ। ਫਿਰ ਠੀਕ ਮੈਂ ਹੁੰਦੇ ਆ ਕਿ ਜਿਹੜਾ ਪਹਿਲਾਂ ਹੀ ਥੋੜਾ ਸਰਗਰਮ ਹੈ ਉਹਨੂੰ ਫਿਰ ਪਰਾਂ ਚੁੱਲ੍ਹੇ ਤੇ ਰੱਖ ਲੈਂਦੇ ਵੀ ਇਹਨੂੰ ਵਾਲਾ ਹੀ ਦਵਾ ਲਈ ਹੋਣਾ ਸ਼ਾਇਦ ਇਦਾਂ। ਹੁਣ ਤੁਸੀਂ ਦੇਖੋ, ਮੈਨੂੰ ਇਹ ਲੱਗਦਾ ਕਿ ਉਹ ਕੋਆਰਡੀਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਈ ਕਮਾਂਡ ਦੇ ਨਾਲ ਵੀ ਤੇ ਹੇਠਾਂ ਵਰਕਰ ਨਾਲ ਵੀ। ਹੁਣ ਪਿਛਲੇ ਦਿਨੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਹੁਤ ਕੁਝ ਇਦਾਂ ਦਾ ਹੋਇਆ। ਨਵਾਂ ਸ਼ਹਿਰ ਤੋਂ ਕਾਂਗਰਸ ਦੇ ਵਿਧਾਇਕ ਅੰਗਦ ਸੈਣੀ, ਉਹਨਾਂ ਦੀ ਟਿਕਟ ਕੱਟ ਦਿੱਤੀ। ਕਾਰਨ ਸਾਰਿਆਂ ਨੂੰ ਪਤਾ ਕਿ ਉਹਨਾਂ ਦੀ ਪਤਨੀ ਯੂਪੀ ਤੋਂ ਕਾਂਗਰਸ ਦੀ MLA ਸੀ, ਰਾਏਬਰੇਲੀ ਵਾਲੇ ਇਲਾਕੇ ਤੋਂ, ਬੀਬੀ ਪ੍ਰਿਯੰਕਾ ਗਾਂਧੀ ਨਾਲ ਬਣੀ ਨਹੀਂ, ਉਹ ਬੀਬੀ BJP ਚਲੇਗੀ। ਉਹਦੀ ਕੌੜ ਦੇ ਵਿੱਚ ਇੱਥੋਂ ਨਵਾਂ ਸ਼ਹਿਰ ਦੇ ਕਾਂਗਰਸੀ MLA ਦੀ ਟਿਕਟ ਕੱਟ ਦਿੱਤੀ। ਉਹ ਆਜ਼ਾਦ ਖੜ ਗਿਆ, ਕੱਢ ਦਿੱਤਾ। ਨਤੀਜਾ ਆਇਆ, ਉੱਥੋਂ ਜਿੱਤ ਗਏ। ਕਿਉਂਕਿ ਤੁਸੀਂ ਦੇਖੋ ਕਾਂਗਰਸ ਦੀ ਲੜਾਈ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਖਾਤਾ ਖੁੱਲ੍ਹ ਗਿਆ। ਇੱਕੋ ਇੱਕ ਬਸਪਾ ਦਾ ਵਿਧਾਇਕ ਨਵਾਂ ਸ਼ਹਿਰ ਤੋਂ ਆ ਤੇ 6000 ਵੋਟਾਂ ਦੇ ਫਰਕ ਨਾਲ ਜਿੱਤੇ। ਮੇਰਾ ਖਿਆਲ ਉਹਨਾਂ ਨੂੰ 37000 ਵੋਟਾਂ ਪਈਆਂ BSP ਦੇ ਜਿਹੜੇ MLA ਸਾਹਿਬ ਨੇ। ਹੁਣ ਉਹਨਾਂ ਨੂੰ 37000 ਆ, ਆਮ ਆਦਮੀ ਪਾਰਟੀ ਵਾਲਿਆਂ ਨੂੰ 31000 ਆ, ਤੇ ਅੰਗਦ ਸੈਣੀ ਹੋਰੀ ਤੀਸਰੇ ਤੇ ਆਏ, ਪਰ ਆਮ ਆਦਮੀ ਪਾਰਟੀ ਨਾਲ ਵੋਟਾਂ 100 ਕੀ ਘਟੀਆਂ ਇਹਨਾਂ ਦੀਆਂ। ਜਾਣੀ ਜੇ 6000 ਵੋਟਾਂ ਇਹਨਾਂ ਕੋਲ ਹੋਰ ਹੁੰਦੀਆਂ ਤਾਂ ਨਵਾਂ ਸ਼ਹਿਰ ਤੋਂ ਇਹ ਦੂਜੀ ਵਾਰੀ ਵੀ MLA ਬਣ ਸਕਦੇ ਸੀ। ਤਾਂ ਕਮਾਲ ਦੀ ਗੱਲ ਕਿ ਕਾਂਗਰਸ ਪਾਰਟੀ ਨੇ ਜਿਹੜੇ ਸਤਵੀਰ ਸਿੰਘ ਪਿੱਲੀ ਝਿੱਕੀ ਹੋਰਾਂ ਨੂੰ ਟਿਕਟ ਦਿੱਤੀ ਤਾਂ ਉਹ ਵੀ ਕੈਪਟਨ ਸਾਹਿਬ ਦੀ ਪਾਰਟੀ ਦੇ ਉਮੀਦਵਾਰ ਸੀ, ਉਹਨਾਂ ਨੂੰ ਲੈਂਦਾ ਕਿ ਤੁਸੀਂ ਇੱਧਰ ਆਓ ਜੀ। ਉਹਨਾਂ ਨੂੰ 7000 ਵੋਟਾਂ ਵੀ ਨਹੀਂ ਪਈਆਂ। ਜਾਣੀ ਕਿ ਜੇ ਕਾਂਗਰਸ ਪਾਰਟੀ ਅੰਗਦ ਸੈਣੀ ਹੋਰਾਂ ਨੂੰ ਟਿਕਟ ਦਿੰਦੀ, ਹੋ ਸਕਦਾ ਸੀਟ ਹੀ ਨਿਕਲ ਜਾਂਦੀ। ਤੇ ਜਿਹੜਾ ਪਹਿਲਾ ਵੱਡਾ ਲੀਡਰ
ਹੁਣ ਰਾਜਾ ਵੜਿੰਗ ਹੋਰਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਸੱਜੇ ਖੱਬੇ ਹੋ ਗਏ ਸੀ। ਉਹ ਅੰਗਦ ਸੈਣੀ ਆ, ਕਹਿੰਦੇ ਜੀ ਮੇਰਾ ਛੋਟਾ ਭਰਾ ਦਿਲ ਨਾਲ ਲਾ ਕੇ ਰੱਖੂ। ਇਹਦੇ ਨਾਲ ਤਾਂ ਇਦਾਂ ਹੋਇਆ ਕਿ ਭਾਈ ਠੀਕ ਹੈ, ਨਵਾਂ ਸ਼ਹਿਰ 'ਚ ਕਾਂਗਰਸ ਮਜ਼ਬੂਤ ਵੀ ਹੋਈ ਹੈ, ਆਮ ਆਦਮੀ ਪਾਰਟੀ ਵੀ ਸੋਚੂਗੀ, ਬਸਪਾ ਵਾਲੇ ਵੀ ਸੋਚਣਗੇ ਕਿ ਭਾਈ ਹੁਣ ਮੁਕਾਬਲਾ ਕਰਨਾ ਯੰਗ ਹੈਗੇ ਅੰਗਦ ਸੈਣੀ ਹੋਰੀ। ਮੇਰਾ ਖਿਆਲ ਸਭ ਤੋਂ ਛੋਟੀ ਉਮਰ ਦੇ ਐਮਐਲਏ ਸੀ ਪਿਛਲੀ ਵਿਧਾਨ ਸਭਾ ਦੇ ਵਿੱਚ, ਜੇ ਘਵਾਇਆ ਸਾਹਿਬ ਨੂੰ ਪਰੇ ਰੱਖ ਲਈਏ ਤਾਂ। ਹੁਣ ਇੱਕ ਪਾਸੇ ਤਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਦਿੱਤਾ ਹਾਈ ਕਮਾਂਡ ਤੋਂ ਸੈਂਕਸ਼ਨ ਕਰਾ ਕੇ ਸਾਰਾ ਕੁਝ, ਦੂਸਰੇ ਪਾਸੇ ਮਾਝੇ ਤੋਂ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ, ਉਹ ਕਹਿੰਦੇ ਜੀ 825 ਬੱਸਾਂ ਪਈਆਂ ਸੀ, ਬਾਡੀ ਬੜੀ ਕਮਜ਼ੋਰ ਲੱਗੀ, ਹੋ ਸਕਦਾ ਕਿ ਉਹਦੇ ਵਿੱਚ ਕੁਝ ਘਪਲਾ ਹੋਵੇ। ਇਹ ਵੀ ਨਹੀਂ ਕਹਿੰਦੇ ਸਮਝ ਲੱਗੀ ਕਿ ਪੰਜਾਬ ਦੇ ਵਿੱਚ ਬੜੇ ਬਿਲਡਰ ਨੇ ਜਿਹੜੇ ਬਾਡੀਆਂ ਬੱਸਾਂ ਦੀਆਂ ਲਾਉਂਦੇ ਆ, ਹਰਿਆਣੇ 'ਚ ਬਥੇਰੇ ਆ, ਉਹ ਰਾਜਸਥਾਨ ਤੋਂ ਕਹਿੰਦੇ ਜਾ ਕੇ ਲਵਾਈਆਂ, ਜਾਂਚ ਕਰ ਰਹੇ ਆ, ਕਹਿੰਦੇ ਲੋੜ ਪਈ ਤਾਂ ਪਿਛਲੇ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਅਸੀਂ ਪੁੱਛ-ਗਿੱਛ ਲਈ ਵੀ ਸੱਦਾਂਗੇ ਪੱਤਰਕਾਰ ਵਿੱਚ। ਕਿਹੜੇ ਮੰਤਰੀ? ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ ਉਹ ਕਹਿੰਦੇ। ਨਹੀਂ, ਇਹ ਤਾਂ ਦੇਖੋ ਕਾਰਨ ਹੈ ਵੀ ਲਾਲਜੀਤ ਭੁੱਲਰ ਹੋਣੀ ਇਸ ਵੇਲੇ ਚਰਚਾ 'ਚ ਪੂਰੇ ਜੀ, ਕਿਉਂਕਿ ਉਸੇ ਗੱਲ ਤੇ ਜਾਣ ਤੋਂ ਪਹਿਲਾਂ ਲਾਲਜੀਤ ਭੁੱਲਰ ਹੋਰਾਂ ਦਾ ਇੱਕ ਹੋਰ ਬਿਆਨ ਕੋਟ ਕਰ ਲਈਏ ਜੀ। ਉਹ ਬਿਆਨ ਉਹਨਾਂ ਦਾ ਉਦੋਂ ਆ ਗਿਆ ਸੀਗਾ ਜਦੋਂ ਅਜੇ ਸਿੱਧੂ ਸਾਹਿਬ ਤੇ ਮਾਨ ਸਾਹਿਬ ਦੀ ਮੀਟਿੰਗ ਨਹੀਂ ਹੋਈ ਸੀ, ਕਿਉਂਕਿ ਚਰਚਾ ਚੱਲ ਪਈ ਸੀ ਅੱਜ ਸ਼ਾਮੀ ਮਿਲਣਾ ਜੀ, ਅੱਜ ਸ਼ਾਮੀ ਮਿਲਣਾ। ਫਿਰ ਪੁੱਛ ਲਿਆ ਆਪਣੇ ਭਾਈਚਾਰੇ ਨੇ ਵੀ ਭੁੱਲਰ ਸਾਹਿਬ ਉਹ ਅੱਜ ਮੁਲਾਕਾਤ ਹੋ ਰਹੀ ਜੀ ਕਿੱਦਾਂ? ਉਹ ਕਹਿੰਦੇ ਦੇਖੋ ਇਹਨੂੰ ਕਹਿੰਦੇ ਆ ਵੀ ਨਵੀਂ ਸਰਕਾਰ, ਬਦਲੀ ਹੋਈ ਸਰਕਾਰ ਜੀ। ਫਿਰ ਉਹਨਾਂ ਨੇ ਉਦਾਹਰਨ ਇਹ ਦਿੱਤੀ, ਉਹ ਕਹਿੰਦੇ ਵੀ ਇਸ ਤੋਂ ਪਹਿਲਾਂ ਦੇ ਮੁੱਖ ਮੰਤਰੀ ਸਾਹਿਬਾਨ ਤੁਸੀਂ ਦੇਖ ਲਓ, ਆਪਣੇ ਹੀ ਐਮਐਲਏ ਨੂੰ ਨਹੀਂ ਮਿਲਿਆ ਜਾਂਦਾ ਉਹਨਾਂ ਕੋਲੋਂ, ਵੀ ਆਪਣਾ ਐਮਐਲਏ ਕਿਤੇ ਆਖਣਾ ਵੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ, ਨਾ ਕੋਈ ਟਾਈਮ ਨਹੀਂ ਦਿੰਦਾ ਇਹ। ਕਹਿੰਦੇ ਇਹ ਮਾਨ ਸਾਹਿਬ ਨੇ ਜੀ, ਜਿਨ੍ਹਾਂ ਨੇ ਇੱਕ ਹੋਰ ਪਾਰਟੀ ਦੇ ਨੇਤਾ ਨੂੰ, ਉਹ ਕਹਿੰਦੇ ਨਾ ਉਹ ਐਮਪੀ ਨਾ ਉਹ ਐਮਐਲਏ, ਫਿਰ ਹੁਣ ਅਗਲਾ ਸ਼ਬਦ ਵਰਤਿਆ ਵੀ ਜਿਹੜੇ ਹਰੇ ਹੋਏ ਨੇ, ਅਗਲੀ ਗੱਲ ਉਹਨਾਂ ਨੇ ਹੋਰ ਵੀ ਕਿ ਚਲੋ ਆਪਾਂ ਨਹੀਂ ਕਹਿੰਦੇ, ਉਹਨਾਂ ਨੂੰ ਵੀ ਮਿਲਣ ਦਾ ਟਾਈਮ ਦੇ ਦਿੱਤਾ। ਕਹਿੰਦੇ ਇਹ ਹੈ ਫਰਾਕ ਦਿਲੀ। ਸੋ ਇਹ ਹੈ ਬਦਲਾਅ ਦੀ ਗੱਲ। ਉਹਨਾਂ ਦੇ ਇਸ ਬਿਆਨ ਆਉਣ ਦੀ ਦੇਰ ਸੀ, ਨਾਲ ਹੀ ਲਾਲਾ ਲਾਲਾ ਹੋ ਗਈ ਵੀ ਉਹ ਹੋ ਸਿੱਧੂ ਸਾਹਿਬ ਬਾਰੇ ਭੁੱਲਰ ਸਾਹਿਬ ਨੇ ਆ ਗਈ ਕਹਿ ਦਿੱਤਾ ਹੈ ਨਾ, ਕਹਿਣ ਦਾ ਤਰੀਕਾ। ਅਰੇ ਉਹਦੇ 'ਚ ਮੈਂ ਇੱਕ ਚੀਜ਼ ਥੋੜ੍ਹੀ ਜਿਹੀ ਗੱਲ ਕਰ ਸਕਦਾ ਵੀ ਹੋ ਸਕਦਾ ਵੀ ਲਾਲਜੀਤ ਭੁੱਲਰ ਨਹੀਂ ਹੈ ਥੋੜ੍ਹੇ ਜਿਹੇ, ਕਿਉਂਕਿ ਮਾਝੇ ਵਾਲੀ ਬੋਲੀ ਥੋੜ੍ਹੀ ਜਿਹੀ ਇੱਦਾਂ ਦੀ ਵੀ ਉਹਨਾਂ ਆਪਣੇ ਵੱਲੋਂ ਵੈਸੇ ਕਿਹਾ ਹੋਵੇ ਵੀ ਯਾਰ ਵੇਖਿਆ ਵੀ ਸਾਡੇ ਵਾਲੇ ਮੁੱਖ ਮੰਤਰੀ ਦੀਆਂ ਗੱਲਾਂ, ਉਹ ਪਰ ਕਹਿਣ ਦੇ ਸਟਾਈਲ ਦੇ ਵਿੱਚ ਲੋਕਾਂ ਨੂੰ ਐਂ ਲੱਗਿਆ ਵੀ ਯਾਰ ਇੱਦਾਂ ਤਾਂ ਨਹੀਂ ਕਹਿਣਾ ਚਾਹੀਦਾ, ਬੰਦਾ ਜੇ ਮਿਲਦਾ ਫਿਰਦਾ ਯਾਰ ਕਮਾਲ ਕਰਦੇ। ਬਾਕੀ ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਮਿਲਣ ਗਿਲਣ ਦੀ ਗੱਲ ਕਿਸੇ ਨੂੰ ਚੇਤਾ ਬਿਨਾ ਸਾਰੇ ਕਹਿੰਦੇ ਸਿੱਧੂ ਸਾਹਿਬ ਹੁਣ ਕਿੱਧਰ ਜਾਣਗੇ। ਸਿੱਧੂ ਸਾਹਿਬ ਦੇ ਖਿਲਾਫ ਤਾਂ ਰਾਜਾ ਵੜਿੰਗ ਸਾਹਿਬ ਨੇ ਚਿੱਠੀ ਲਿਖਾਤੀ, ਲਿਖਾਈ ਕਿਹਨਾਂ ਤੋਂ? ਚੌਧਰੀ ਸਾਹਿਬ ਤੋਂ। ਲਿਖਾਈ ਕਿਹਨਾਂ ਨੂੰ? ਹਾਈ ਕਮਾਂਡ ਨੂੰ। ਹਾਈ ਕਮਾਂਡ ਨੇ ਅਨੁਸ਼ਾਸਨੀ ਕਮੇਟੀ ਨੂੰ ਦੇ ਦਿੱਤੀ, ਅਨੁਸ਼ਾਸਨੀ ਕਮੇਟੀ ਦੀ ਬੈਠਕ ਹੀ ਟਲ ਗਈ। ਸਾਰਿਆਂ ਨੂੰ ਲੱਗਦਾ ਸੀ ਕਿ ਅੱਜ ਨਹੀਂ ਤਾਂ ਕੱਲ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਅਨੁਸ਼ਾਸਨੀ ਕਮੇਟੀ ਦਾ ਕਾਰਨ ਦੱਸੋ ਨੋਟਿਸ ਆ ਹੀ ਲਓ ਕਿ ਤੁਸੀਂ ਉਹਨਾਂ ਬੰਦਿਆਂ ਦੇ ਨਾਲ ਕਿਉਂ ਤੁਰੇ ਫਿਰਦੇ ਹੋ ਜਿਹੜੇ ਬੰਦੇ ਕਾਂਗਰਸ ਚੋਂ ਕੱਢੇ ਹੋ ਆ, ਜਿਨ੍ਹਾਂ ਨੇ ਪਾਰਟੀ ਦੇ ਖਿਲਾਫ ਜਾ ਕੇ ਚੋਣਾਂ ਲੜੀਆਂ। ਇਹ ਰੌਲਾ ਪੈਂਦਾ ਸਿੱਧੂ ਸਾਹਿਬ ਕਿੱਧਰ ਜਾਣਗੇ, ਸਿੱਧੂ ਸਾਹਿਬ ਕਿੱਧਰ ਜਾਣਗੇ। ਉਹਨਾਂ ਨੇ ਆਪ ਹੀ ਟਵੀਟ ਕਰਤਾ, ਕਹਿੰਦੇ ਜੀ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੂੰ ਮਿਲਣ ਚੱਲਿਆ, ਪੰਜਾਬ ਦੇ ਮੁੱਦੇ ਵਿਚਾਰੂੰਗਾ, ਮੈਂ ਹਰ ਉਸ ਬੰਦੇ ਦੇ ਨਾਲ ਖਲੋਤਾ ਹੀ ਜਿਹੜਾ ਵੀ ਬੰਦਾ ਪੰਜਾਬ ਦੀਆਂ ਸਮੱਸਿਆਵਾਂ ਹੱਲ ਕਰਨਾ ਲੋਚਦਾ, ਤੇ ਮੈਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਮਿਲੂੰਗਾ। ਚਰਚਾ ਚੱਲ ਪਈ ਸਾਰੇ ਪਾਸੇ। ਹੈ ਸਾਰੇ ਸੋਚਦੇ ਸੀ ਨਾ ਸਿੱਧੂ ਸਾਹਿਬ ਪ੍ਰਧਾਨ, ਨਾ ਮਿਨਿਸਟਰ, ਨਾ ਐਮਐਲਏ। ਭਗਵੰਤ ਮਾਨ ਸਾਹਿਬ ਨੇ ਸਮਾਂ ਖੁੱਲ੍ਹਾ ਦਿੱਤਾ 50 ਮਿੰਟ। ਸਿੱਧੂ ਸਾਹਿਬ ਦੀ ਗੱਡੀ ਆ ਕੇ ਰੁਕੀ, ਗੱਡੀ ਆ ਕੇ ਰੁਕਦੀ ਹੈ, ਪੱਤਰਕਾਰ ਦੁਆਲੇ ਹੁੰਦੇ ਆ ਜਦੋਂ ਮੀਟਿੰਗ ਕਰਨ ਗਏ ਆ ਕਿ ਸਿੱਧੂ ਸਾਹਿਬ ਕਿਵੇਂ, ਕੀ ਕਰਨਾ ਚਾਹੁੰਦੇ ਹੋ, ਕੀ ਗੱਲਾਂ ਕਰੋ? ਕਹਿੰਦੇ ਯਾਰ ਪਹਿਲਾਂ ਗੱਲਾਂ ਹੋ ਤਾਂ ਲੈਣ ਦਿਓ, ਆਣ ਕੇ ਦੱਸੂਗਾ ਵੀ ਉੱਥੇ ਕੀ ਗੱਲਾਂ ਹੋਈਆਂ, ਵੀ ਅਜੇ ਤਾਂ ਮੈਂ ਗੱਲਾਂ ਕਰਨ ਚੱਲਿਆ, ਪਰ ਕਹਿੰਦੇ ਇੱਕ ਗੱਲ ਤੁਹਾਨੂੰ ਦੱਸ ਦੇਣਾ, ਨਵੀਂ ਗੱਲ ਕੋਈ ਨਹੀਂ ਕਰੂੰਗਾ, ਵੀ ਜਿਹੜੀਆਂ ਪਹਿਲੀਆਂ ਉਹਨਾਂ ਦੇ ਨਾਲ ਹੀ ਕਰੂੰਗਾ ਕਿ ਪੰਜਾਬ ਇਦਾਂ ਅੱਗੇ ਵਧਣਾ ਹੀ। ਨਹੀਂ ਦੇਖੋ ਇਹ ਤੇ ਗੱਲ ਉਹ ਹੋ ਗਈ ਵੀ ਜਦੋਂ ਅਜੇ ਗਏ ਸੀ ਤੇ ਉਦੋਂ ਆਪਣੇ ਵਾਲਾ ਭਾਈਚਾਰਾ ਕਿਆਫਾ ਇਹ ਲਾਉਣ ਲੱਗ ਪਿਆ ਵੀ ਯਾਰ ਸਿੱਧੂ ਸਾਹਿਬ ਕਹਿੰਦੇ, ਕਿਉਂਕਿ ਇਸ਼ਾਰਾ ਕਰਕੇ ਗਏ ਉਹ, ਕਹਿੰਦੇ ਵੀ ਦੇਖੋ ਮੇਰੇ ਕੋਲ ਕਾਗਜ਼ ਨਹੀਂ, ਪੱਤਰ ਕੋਈ ਨਹੀਂ, ਸਾਰਾ ਕੁਝ ਇੱਥੇ ਆ, ਐਂ ਪੰਜਾਬ ਦੀ ਕੱਲੀ ਗੱਲ ਹੈ ਤੇ ਉਹ ਮੈਂ ਜਾ ਕੇ ਕਰਕੇ ਆਉਣੀ। ਉਦੋਂ ਐਂ ਲੱਗਦਾ ਸੀ ਵੀ ਸ਼ਾਇਦ ਸਿੱਧੂ ਸਾਹਿਬ ਇਸ ਹਿਸਾਬ ਨਾਲ ਗਿਆ ਵੀ ਵੇਖਦੇ ਜਾ ਕੇ ਵੀ ਅੰਦਰ ਤਾਪਮਾਨ ਕੀ ਹੈ। ਫਿਰ ਉਡੀਕਦੇ ਰਿਹਾ ਆਪਣਾ ਵਾਲਾ ਭਾਈਚਾਰਾ ਵੀ ਯਾਰ ਕਦੋਂ ਸਿੱਧੂ ਸਾਹਿਬ ਮੁੜਨ ਨੂੰ, ਕਿਉਂਕਿ ਬਹੁਤਿਆਂ ਨੂੰ ਆਸ ਇਹ ਸੀ ਵੀ 10 ਜਾਂ 15 ਮਿੰਟ ਹੱਦ ਵੀ ਲੱਗਣੇ ਆ, ਪਰ ਜਦੋਂ ਹੁਣ ਮੋਟਾ ਜਿਹਾ 1 ਘੰਟਾ ਹੀ ਲੱਗ ਗਿਆ ਉਸ ਚੀਜ਼ ਦੇ ਵਿੱਚ, ਉਦੋਂ ਜਦੋਂ ਸਿੱਧੂ ਸਾਹਿਬ ਬਾਹਰ ਆਏ ਤੇ ਆਣ ਕੇ ਜਿਹੜੀ ਉਹਨਾਂ ਦੀ ਸ਼ਬਦਾਵਲੀ ਬੜੀ ਬਦਲੀ ਹੋਈ ਸੀਗੀ। ਭਗਵੰਤ ਮਾਨ ਸਾਹਿਬ ਨੇ ਕੀਲ ਕੇ ਰੱਖ ਦਿੱਤੇ ਹੈ ਨਾ, ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਯਾਰ ਉਹ ਬੰਦਾ ਤੇ ਕਹਿੰਦੇ ਯਾਰ ਉੱਦਾਂ ਦਾ ਹੀ ਆ, ਵੇਖ ਲਾ ਜਿੱਦਾਂ ਮੈਂ ਇੰਨੇ ਸਾਲ ਪਹਿਲਾਂ ਵੇਖਿਆ ਸੀ। ਸਗੋਂ ਇੱਕ ਗੱਲ ਹੋਰ, ਅੱਗੇ ਨਾਲੋਂ ਵੀ ਯਾਰ ਜ਼ਿਆਦਾ ਬੰਦਾ ਨਿਮਾਣਾ ਹੋ ਗਿਆ, ਦੱਸੋ ਹੈ ਨਾ, ਵੀ ਇਹ ਜਦੋਂ ਗੱਲਾਂ ਉਹ ਕਰਦੇ ਸੀ, ਹੁਣ ਆਪਣੇ ਵਾਲੇ ਦੇ ਬੰਦੇ ਲੱਭਦੇ ਵੀ ਯਾਰ ਕੋਈ ਮਾਈਕ 'ਚ ਪਟਾਕਾ ਪਵੇ, ਉਹ ਪਟਾਕਾ ਪੈਣ ਨਹੀਂ ਡਿਆ। ਇਹ ਬੜੀ ਚੀਜ਼ ਲੋਕਾਂ ਨੂੰ ਦਿਸਣ ਨੂੰ ਮਿਲੀ। ਨਹੀਂ ਕਮਾਲ ਦੀ ਗੱਲ, ਜਦੋਂ ਕਹਿਣ ਡਾਊਨ ਟੂ ਅਰਥ, ਵਧੀਆ ਬੰਦਾ, ਜਿੰਨਾ ਦਰਦ ਕਹਿੰਦੇ ਸਿੱਧੂ ਸਾਹਿਬ ਦੇ ਸੀਨੇ ਦੇ ਅੰਦਰ ਆ ਪੰਜਾਬ ਦੇ ਲਈ,
ਉਹਦੇ ਤੋਂ ਵੀ ਵੱਧ ਦਰਦ ਭਗਵੰਤ ਮਾਨ ਦੇ ਸੀਨੇ ਦੇ ਅੰਦਰ। ਜਦੋਂ ਫਿਰ ਇਦਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ, ਫਿਰ ਪੱਤਰਕਾਰ ਦੇਖਣ ਯਾਰ ਵੀ ਇਹਨਾਂ ਨੇ ਐ ਆਰੀ ਵਾਰ ਫੇਰ ਨਹੀਂ ਸੀ ਤੇ ਇਹਨਾਂ ਨੇ ਆਰੀ ਤੇ ਰੱਖ ਲਈ ਹੈ ਅੰਦਰ ਤੇ ਐਂ ਕਰਕੇ ਫੁੱਲ ਬਰਸਾਉਂਦੇ ਫਿਰਦੇ ਆ। ਉਹ ਵੀ ਇਹਦਾ ਮਾਈਕ ਐ ਫੜਿਆ ਪਹਿਲਾਂ ਤਾਂ ਵੀ ਆਹ ਕੁਛ ਨਾ ਕੁਛ ਬੋਲਿਆ ਜਾਵੇ। ਹੁਣ ਕਾਰਨ ਹੈ ਹੁਣ ਆਪਣੇ ਭਰਾ ਨੂੰ ਉਹਨਾਂ ਨੂੰ ਤੇ ਇਸੇ ਚੀਜ਼ ਦੀ ਫਾਇਦਾ ਵੀ ਜਨਾਬ ਮੈਂ ਵੀ ਉਹੀ ਬ੍ਰੇਕਿੰਗ ਨਿਊਜ਼ ਦਿੱਤੀ ਆ ਤੁਹਾਨੂੰ, ਉਹ ਵੀ ਸੋਚਦੇ ਨੇ ਵੀ ਉਹ ਪਿੱਛੋਂ ਕੋਈ ਪਾਣਾ। ਹਾਂਜੀ, ਕਿਉਂਕਿ ਜਿਹੜਾ ਬੰਦਾ ਸਟੂਡੀਓ 'ਚ ਉਹਨੂੰ ਪੁੱਛਣਾ ਵੀ ਹਾਂਜੀ ਕੀ ਰਿਪੋਰਟ ਆ, ਕੁਛ ਨਹੀਂ ਯਾਰ ਠੰਡੀ ਹੀ ਰਿਪੋਰਟ ਆ, ਕਿਸੇ ਹੋਰ ਹੀ ਪਾਸੇ ਚੱਲਦਾ ਕੰਮ। ਤੁਸੀਂ ਇਹ ਦੇਖੋ 2-3 ਗੱਲਾਂ ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਉਹ 'ਚ ਧਿਆਨ ਦੇਣ ਵਾਲੀਆਂ। ਬਹੁਤ ਸਾਰੇ ਲੋਕ ਸਿੱਧੂ ਸਾਹਿਬ ਦੇ ਖਿਲਾਫ ਨੇ, ਬਹੁਤ ਸਾਰੇ ਹੱਕ 'ਚ ਹੋਣਗੇ। ਜਿਹਨੂੰ ਮਰਜ਼ੀ ਪੁੱਛ ਲਓ ਉਹ ਕਹਿੰਦੇ ਜੀ ਬੰਦੇ ਮਾੜੇ ਨਹੀਂ ਹੈਗੇ, ਪਰ ਜਿੱਦਾਂ ਦੇ ਭਾਸ਼ਣ ਦਿੱਤੇ, ਜਿੱਦਾਂ ਵਿਧਾਨ ਸਭਾ ਦੀਆਂ ਚੋਣਾਂ 'ਚ ਬੋਲਿਆ ਉਹ ਠੀਕ ਨਹੀਂ ਰਿਹਾ ਸੀ। ਸਿੱਧੂ ਸਾਹਿਬ ਨੂੰ ਦੀ ਬੋਲਬਾਣੀ ਲੈ ਕੇ ਬਹਿ ਗਈ, ਬਹੁਤ ਲੋਕ ਕਹਿੰਦੇ ਆ। ਜਦੋਂ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਆ ਬਹੁਤ ਸਾਰੇ ਲੋਕ ਕਹਿੰਦੇ ਨਹੀਂ ਯਾਰ ਉਹ ਬੰਦੇ ਦੇ ਉੱਤੇ ਰੁਪਈਏ ਦਾ ਦੋਸ਼ ਨਹੀਂ ਲੱਗਦਾ। ਹੁਣ ਤੁਸੀਂ ਦੇਖੋ ਇੱਕ ਗੱਲ ਤਾਂ ਸੰਧਾਲੀਆ ਸਾਹਿਬ ਮੰਨਣੀ ਪਊ, ਮੈਂ ਸਵੇਰ ਵਾਲੇ ਪ੍ਰੋਗਰਾਮ 'ਚ ਗੱਲ ਕਰਦਾ ਸੀ ਕਿ 4 ਸਾਲ ਤੇ 10 ਮਹੀਨੇ ਅਜੇ ਬਾਕੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ, ਯਾਨੀ ਪੌਣੇ 5 ਸਾਲ ਤੋਂ ਵੀ ਵੱਧ ਦਾ ਸਮਾਂ। ਤੇ ਪੰਜਾਬ ਕੋ ਟਾਈਮ ਹੈ ਨਹੀਂ ਨਾ, ਪੰਜਾਬ ਦੇ ਲੋਕਾਂ ਕੋ। ਪਾਣੀ ਸਾਡਾ ਥੱਲੇ ਚਲੇ ਗਿਆ, ਬਹੁਤ ਕੁਝ ਹੋਰ ਠੀਕ ਕਰਨ ਵਾਲਾ। ਜੇ ਸਰਕਾਰ ਵਾਲਿਆਂ ਨੇ ਤਾਂ ਕੰਮ ਕਰਨਾ ਉਹ ਮਾੜਾ ਕਰਨ, ਉਹ ਚੰਗਾ ਕਰਨ, ਜਿੰਨੀ ਉਹਨਾਂ ਦੇ ਕੋਲੇ ਸੋਝੀ ਉਹਦੇ ਮੁਤਾਬਕ। ਜੇ ਵਿਰੋਧੀ ਧਿਰ ਦੀ ਲੀਡਰਸ਼ਿਪ, ਚਾਹੇ ਉਹ ਅਕਾਲੀ ਨੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਵਿੱਚੋਂ ਇੱਕ ਪਰੇ ਉਰੇ ਹੋਏ ਹੋ ਆ, ਚਾਹੇ ਉਹ ਕਾਂਗਰਸੀ ਨੇ, ਚਾਹੇ ਭਾਜਪਾ ਵਾਲੇ ਆ, ਚਾਹੇ ਕੈਪਟਨ ਸਾਹਿਬ ਨੇ, ਜੇ ਉਹਨਾਂ ਦੇ ਕੋਲ ਪੰਜਾਬ ਦੇ ਭਲੇ ਦੀ ਇੱਕ ਵੀ ਤਰਕੀਬ, ਕੋਈ ਯੋਜਨਾ ਹੈਗੀ ਆ ਕਿ ਐਦਾਂ ਕਰੋ, ਐਦਾਂ ਲੋਕ ਸੁਖੀ ਹੋਣਗੇ, ਤੁਸੀਂ ਚਿੱਠੀ ਪਾਓ ਖੁੱਲੀ, ਤੁਸੀਂ ਮੁੱਖ ਮੰਤਰੀ ਤੋਂ ਸਮਾਂ ਲਓ, ਕਿਉਂਕਿ ਇੰਪਲੀਮੈਂਟ ਉਹਨਾਂ ਨੇ ਕਰਾਉਣਾ। ਤਾਂ ਜੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਹੋ ਸਾਡੇ ਕੋਲ ਸਕੀਮ ਹੈਗੀ ਆ, ਅਗਲੀ ਵਾਰੀ ਤੁਸੀਂ ਸਾਨੂੰ ਵੋਟਾਂ ਪਾਇਓ, ਸਾਨੂੰ ਫਿਰ ਉਹਦੇ ਯਾਰ 2027 'ਚ ਤੇ 2027 ਤੱਕ ਤਾਂ ਪੰਜਾਬ ਥੱਲਿਓਂ ਉੱਪਰ ਤੇ ਉੱਪਰੋਂ ਥੱਲੇ ਹੋ ਜਾਊਗਾ। ਮੈਂ ਕਹਿੰਦਾ ਕਿ ਚੰਗੀ ਗੱਲ ਹੈ ਜੇ ਸਿੱਧੂ ਸਾਹਿਬ ਉੱਥੇ ਜਾ ਕੇ ਕਹਿੰਦੇ ਜੀ L1 ਲਾਇਸੈਂਸ ਜਿਨ੍ਹਾਂ ਨੂੰ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਸੀ, ਮਾਨ ਸਾਹਿਬ ਕਹਿੰਦੇ ਮੈਂ ਕਹਿ ਕੇ ਜਾਂਚ ਕਰਾਓ ਮਾੜੀ ਜੀ ਤੁਹਾਨੂੰ ਪਤਾ ਲੱਗ ਜਾਊਗਾ। ਫਿਰ ਕਹਿੰਦੇ ਜੀ ਮੈਂ ਕਹਿ ਗਿਆ ਕਿ ਠੇਕੇਦਾਰ ਰੇਤਾ 'ਚੋਂ ਬਾਹਰ ਕੱਢ ਦਿਓ, ਮਾਨ ਸਾਹਿਬ ਤੁਹਾਡੇ ਸੂਬੇ ਦਾ ਖਜ਼ਾਨਾ ਭਰ ਜਾਊਗਾ। ਜਿੱਥੇ ਮਰਜ਼ੀ ਪੈਸੇ ਸਰਕਾਰੀ ਪੱਧਰ ਦੇ ਉੱਤੇ ਇਮਾਨਦਾਰੀ ਨਾਲ ਵਰਤਿਓ। ਇਹਦੇ ਨਾਲ ਜਦੋਂ ਉਹਨਾਂ ਨੇ ਇਹ ਵੀ ਕਿਹਾ ਕਿ ਬਹੁਤ ਕੁਝ ਹੈ ਇੱਥੇ ਕਰਨ ਵਾਲਾ, ਜ਼ਮੀਨਾਂ ਨੱਪੀਆਂ ਛਡਾ ਰਹੇ ਹੋ, ਧੰਨਵਾਦ, ਕਹਿੰਦੇ ਚੰਗੀ ਗੱਲ ਹੈ, ਮੈਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਾਲ ਖੜੂੰਗਾ। ਸਾਰੀ ਲੀਡਰਸ਼ਿਪ ਨੂੰ ਸੰਧਾਲੀਆ ਸਾਹਿਬ ਇਦਾਂ ਕਰਨਾ ਚਾਹੀਦਾ। ਦੇਖੋ ਅੱਜ ਜੇ ਸੁਝਾਅ ਦੇ ਦੇਣ, ਮੈਂ ਕਹਿੰਦਾ ਮੁੱਖ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਪ੍ਰੈਸ ਦੇ ਵਿੱਚ ਬਿਆਨ ਦੇ ਜਾਣ ਕਿ ਮੈਂ ਆਹ ਸਕੀਮ ਦੇ ਕੇ ਚੱਲਾਂ, ਭਲਕ ਨੂੰ ਜੇ ਲਾਗੂ ਕੀਤੀ ਤਾਂ ਮੇਰੀ ਮੰਨਿਓ, ਲੋਕਾਂ ਨੇ ਚੇਤਾ ਰੱਖਣਾ। ਨਹੀਂ ਪਰ ਇੱਕ ਗੱਲ ਆ, ਮੈਂ ਬੜਾ ਹੈਰਾਨ ਹੈ ਸਿੱਧੂ ਸਾਹਿਬ, ਮੇਰੇ ਖਿਆਲ ਨਾਲ ਉਹਨਾਂ ਨੂੰ ਲਗਭਗ ਸਾਲ 1.5 ਸਾਲ ਹੀ ਹੋ ਗਿਆ ਜਿਹੜਾ ਉਹ ਰੇਤ ਵਾਲਾ ਹਿਸਾਬ ਦੱਸਦੇ ਸੀ। ਹਾਲਾਂਕਿ ਕੋਈ ਸ਼ੁਰੂਆਤ ਤੇ ਕਿਤੇ ਉਦੋਂ ਦੀ ਹੋਈ ਸੀ ਜਦੋਂ ਜੇ 17 'ਚ ਨਵੀਂ ਸਰਕਾਰ ਬਣੀ, ਜਦੋਂ ਤੇਲੰਗਾਨਾ ਤੋਂ ਪਾਲਿਸੀ ਲੈ ਕੇ ਆਏ ਉਹ। ਹੁਣ ਵੀ ਬਿਆਨ 'ਚ ਉਹਨਾਂ ਨੇ ਇਹੀ ਗੱਲ ਕੀ, ਉਹ ਕਹਿੰਦੇ ਵੀ ਦੇਖੋ 57 ਕਰੋੜ ਰੁਪਈਆ ਤੇਲੰਗਾਨਾ ਹਫ਼ਤੇ ਦਾ ਕਮਾਉਂਦਾ ਜੀ, ਤੇ ਪੰਜਾਬ 40 ਕਰੋੜ ਰੁਪਈਆ ਸਾਲ ਦਾ ਕਮਾਉਂਦਾ ਰੇਤ ਤੋਂ। ਮੈਂ ਮੋਟਾ ਹਿਸਾਬ ਲਾਉਂਦਾ ਵੀ ਜੇ 7 ਦਿਨਾਂ 856 ਇਹਦਾ ਮਤਲਬ 8 ਕਰੋੜ ਰੁਪਈਆ ਦਿਹਾੜੀ ਦਾ ਰੇਤ ਤੋਂ ਤੇਲੰਗਾਨਾ ਕਮਾਈ ਜਾਂਦਾ, ਤੇ ਆਪਣੇ ਵਾਲਿਆਂ ਕੋਲੋਂ 1 ਸਾਲ ਦੇ ਵਿੱਚ 40 ਕਰੋੜ ਕਮਾਇਆ ਗਿਆ ਸਿਰਫ। ਹੁਣ ਇਹ ਤੇ ਐਸਾ ਫਰਕ ਆ ਵੀ ਜੇ ਉਹਦੇ ਤੇ ਕੰਮ ਕਰ ਲਿਆ ਜਾਵੇ ਤੇ ਜਿਹੜਾ ਇੱਧਰ ਉੱਧਰ ਰੋਂਦੇ ਟੱਕਰਾਂ ਮਾਰਦੇ ਫਿਰਦੇ ਆ ਵੀ ਫਲਾਨੀ ਵਰਲਡ ਬੈਂਕ ਦੇ ਦੇਵੇ, ਹੈ ਨਾ। ਇਹ ਪਿਛਲੇ ਦਿਨ ਜਦੋਂ ਬੜੀ ਚਰਚਾ ਚੱਲਦੀ ਹੈ ਜਾਂ ਪੰਜਾਬ ਦਾ, ਤੇ ਇਹ ਹਾਲ ਹੋ ਗਿਆ ਵੀ ਜਦੋਂ ਤੁਰੇ ਵੀਰ ਹੈਗੇ 5 ਰੁਪਈਏ 20,000 ਹੈ ਨਾ, ਮਤਲਬ ਉਹਦੇ ਤੋਂ ਬਚ ਜਾਵਾਂਗੇ। ਅਗਲੇ ਦੀ ਜੇਬ ਦੇਖ ਕੇ ਮੰਗਣਾ ਪੈਣਾ। ਹਾਂ ਵੀ ਜੇ ਤੇ ਇਹਦੇ 'ਚ ਵਾਕਿਆ ਕੋਈ ਪਾਲਿਸੀ ਹੈਗੀ। ਹੁਣ ਜੇ 50 ਮਿੰਟ ਸਿੱਧੂ ਸਾਹਿਬ ਲਾ ਕੇ ਆਏ ਆ, ਹੋ ਸਕਦਾ ਵੀ ਇਹ ਕੈਲਕੂਲੇਸ਼ਨ ਵੀ ਸਮਝਾ ਕੇ ਆਏ ਹੁਣ ਵੀ ਯਾਰ ਮੈਂ ਕਿਹੜੇ ਹਿਸਾਬ ਨਾਲ ਕਹਿਣਾ ਵੀ 57 ਕਰੋੜ ਹਫ਼ਤੇ ਦੇ ਬਣਦੇ ਆ ਤੇ ਕਿੱਥੇ ਆਪਾਂ 40 ਕਰੋੜ ਜਿਹੜਾ ਸਾਲ ਦਾ ਕਮਾਉਂਦੇ, ਇਹਨੂੰ ਚੇਂਜ ਕਰ ਲਓ, ਬਦਲਾਅ ਕਰ ਲਓ, ਫਿਰ ਹੋ ਸਕਦਾ ਕਿ ਵਾਕਿਆ ਪੰਜਾਬ ਪੈਰਾਂ ਸਿਰ ਆ ਜਾਵੇ। ਸੰਧਾਲੀਆ ਸਾਹਿਬ ਜਿਹੜਾ ਇਹ ਵੀ ਗੱਲ ਉਹਨਾਂ ਨੇ ਆਖੀ ਨਾ, ਹੁਣ ਸਿਆਸੀ ਤੌਰ ਤੇ ਇਹਨੂੰ ਜਿਵੇਂ ਮਰਜ਼ੀ ਲਈ, ਹੋ ਸਕਦਾ ਕੋਈ ਸਿਆਸੀ ਮਨਸ਼ਾ ਕਿਸੇ ਦੀ ਹੋਵੇ ਵੀ ਕਿਹੜਾ ਕਿਸੇ ਦੇ ਅੰਦਰ ਵੜ ਕੇ ਦੇਖਿਆ ਹੀ, ਪਰ ਜਦੋਂ ਉਹ ਕਹਿੰਦੇ ਨਾ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਇਹੀ ਕਿਹਾ ਸੀ, ਮੈਂ ਸਾਰੇ ਮੁੱਖ ਮੰਤਰੀਆਂ ਨੂੰ ਕਹਿੰਦੇ ਜਿਹੜੇ ਹੁਣ ਤੱਕ ਹੋਏ ਉਹਨਾਂ ਨੂੰ ਇਹੀ ਕਹਿਣਾ, ਮੈਂ ਬਦਲ ਕੇ ਕੁਝ ਨਹੀਂ ਕਹਿੰਦਾ ਕਿਉਂਕਿ ਤਰੀਕਾ ਹੀ ਇਹ ਹੈ। ਹੁਣ ਜੇ ਅਗਲਾ ਬੰਦਾ ਬਾਰ-ਬਾਰ ਕਹਿੰਦਾ ਤਰੀਕਾ ਇਹ, ਨਾ MLA ਨਾ ਮਿਨਿਸਟਰ ਨਾ ਵਿਰੋਧੀ ਧਿਰ 'ਚ ਨਾ ਸੱਤਾਧਾਰੀ ਧਿਰ 'ਚ, ਜੇ ਉਹਦੀ ਕੋਈ ਗੱਲ ਭਗਵੰਤ ਮਾਨ ਸਾਹਿਬ ਨੂੰ ਠੀਕ ਲੱਗੇ, ਭਗਵੰਤ ਮਾਨ ਸਾਹਿਬ ਨੂੰ ਕਿ ਆਹ ਸਿੱਧੂ ਸਾਹਿਬ ਚੰਗਾ ਕਹਿੰਦੇ ਆ, ਆਹ ਤਰੀਕਾ ਹੋ ਸਕਦਾ, ਅਡਾਪਟ ਕਰ ਲੈਣਾ ਚਾਹੀਦਾ। ਹਾਲਾਂਕਿ ਲੋਕ ਹੈਰਾਨ ਬੜੇ ਨੇ। ਕੱਲ੍ਹ ਤੱਕ ਸਿੱਧੂ ਸਾਹਿਬ ਕਹਿੰਦੇ ਸੀ ਕਿ ਦਿੱਲੀੋਂ ਹੀ ਚੱਲਦਾ ਸਾਰਾ ਕੰਮ, ਦਿੱਲੀ ਵਾਲਾ ਮਾਡਲ ਫੇਲ ਹੈ, 200 ਕਰੋੜ ਹੀ ਕਮਾ ਕੇ ਦਿਖਾ ਦਿਓ। ਉਹ ਜੇ ਅੱਜ ਸਿੱਧੇ ਭਗਵੰਤ ਮਾਨ ਸਾਹਿਬ ਕੋ ਆਏ, ਆਪਣੀਆਂ ਯੋਜਨਾਵਾਂ ਆਣ ਕੇ ਦੱਸੀਆਂ, ਤਾਂ ਮਾੜੀ ਗੱਲ ਕੋਈ ਨਹੀਂ। ਹਾਂ, ਵਰਿੰਦਰ ਢਿੱਲੋਂ ਹੋਰਾਂ ਨੇ ਜ਼ਰੂਰ ਕਿਹਾ ਸੀ, ਉਹ ਕਹਿੰਦਾ ਜੀ ਸਿੱਧੂ ਸਾਹਿਬ ਐਵੇਂ ਤੁਸੀਂ ਪਾਰਟੀ ਨਾਲ ਸਾਡੀ ਠੋਕੀ ਜਾਓ, ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਇਲੈਕਸ਼ਨ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਨੂੰ ਕਿਉਂ ਮਿਲੇ ਸੀ। ਹਾਲਾਂਕਿ ਉਹ ਗੱਲ ਮੀਡੀਆ 'ਚ ਨਹੀਂ ਆਈ, ਉਸ ਮੀਟਿੰਗ ਦਾ ਕਿਸੇ ਨੂੰ ਨਹੀਂ ਪਤਾ, ਵਰਿੰਦਰ ਢਿੱਲੋਂ ਹੋਰਾਂ ਨੂੰ ਹੀ ਪਤਾ। ਨਾ ਤਾਂ ਹੁਣ ਭਗਵੰਤ ਮਾਨ ਸਾਹਿਬ ਨੇ ਕਿਹਾ ਮਿਲੇ ਸੀ, ਨਾ ਸਿੱਧੂ ਸਾਹਿਬ ਨੇ ਕਿਹਾ, ਨਾ ਕਿਸੇ ਹੋਰ ਨੇ। ਹੁਣ ਪਤਾ ਨਹੀਂ ਵਰਿੰਦਰ ਢਿੱਲੋਂ ਹੋਰੀ ਉਦੋਂ ਵੀ ਜਦੋਂ ਧਰਨਾ ਸੀ ਚੰਡੀਗੜ੍ਹ ਉਦੋਂ ਵੀ ਪੈ ਗਿਆ ਸੀ
ਕਿ ਭਾਈ ਤੁਸੀਂ ਨਾਂ ਲਓ, ਤੁਸੀਂ ਨਾਂ ਲਓ। ਮੈਨੂੰ ਐ ਲੱਗਦਾ ਵਰਿੰਦਰ ਢਿੱਲੋਂ ਹੋਰ ਵੀ ਨਾਂ ਲੈ ਦੇਣ ਕਿ ਭਾਈ ਕਿੱਥੇ ਮਿਲੇ ਸੀ, ਕਿਹਨੇ ਮਿਲਾਏ ਸੀ, ਕੀ ਗੱਲਾਂ ਹੋਈਆਂ। ਹਾਂ ਨਹੀਂ ਚੰਗੀ ਗੱਲ ਹੈ ਕਿਸੇ ਬਾਹਰ ਨਹੀਂ ਲੈਣਾ। ਤੇ ਰਾਜਾ ਵੜਿੰਗ ਸਾਹਿਬ ਨੂੰ ਦੱਸ ਦੇਣ, ਕਿਉਂਕਿ ਰਾਜਾ ਵੜਿੰਗ ਸਾਹਿਬ ਨੂੰ ਪੁੱਛਿਆ ਵੀ ਮਹਾਰਾਜ ਉਹ ਸਿੱਧੂ ਸਾਹਿਬ ਤੁਹਾਡੇ ਉੱਧਰ ਮਿਲਣ ਗਏ ਜੀ, ਉਹ ਕਹਿੰਦੇ ਦੇਖੋ ਜੇ ਤੇ ਉਹ ਗਏ ਆ ਕਾਂਗਰਸੀ ਬਣ ਕੇ ਜੀ, ਜੇ ਉਹ ਗਏ ਨੇ ਕਾਂਗਰਸ ਦੀ ਬਿਹਤਰੀ ਲਈ, ਪੰਜਾਬ ਦੀ ਬਿਹਤਰੀ ਲਈ, ਫਿਰ ਕੋਈ ਹਰਜ ਨਹੀਂ। ਕਹਿੰਦੇ ਸਾਨੂੰ ਕੀ ਤਰ੍ਹਾਂ ਜਾਂ ਠੀਕ ਹੈ ਵੀ ਸਾਡਾ ਲੀਡਰ ਹੈ, ਸਾਡੇ ਲੀਡਰ ਨੇ ਪੰਜਾਬ ਦੀ ਬਿਹਤਰੀ ਲਈ ਐਜ਼ ਏ ਕਾਂਗਰਸੀ ਉੱਥੇ ਮੁਲਾਕਾਤ ਕਰ ਲਈ। ਪਰ ਕਹਿੰਦੇ ਵੀ ਜੇ ਕਾਂਗਰਸ ਦੇ ਉਲਟ ਮੁਲਾਕਾਤ ਹੈ ਫਿਰ ਗਲਤ ਗੱਲ ਹੈ। ਨਹੀਂ ਵੈਸੇ ਹੀ ਕਾਂਗਰਸ ਦੇ ਉਲਟ ਮੁਲਾਕਾਤ ਜਾਣੀ ਕਿਵੇਂ, ਇਹਦੇ ਜਦ ਕੋਈ ਕਮੀ ਪੇਸ਼ੀ ਨਹੀਂ, ਜਦ ਕੋਈ ਗਲਤੀ ਨਹੀਂ, ਕਾਂਗਰਸ ਉਲਟ ਮੁਲਾਕਾਤ ਕਰਕੇ ਕਰੂਗਾ ਕੀ? ਉਹਨੇ ਕਮੀ ਪੇਸ਼ੀ ਤੇ ਹੈ ਹੀ ਨਹੀਂ, ਐਵੇਂ ਐਵੇਂ ਥੋੜਾ 18 ਜਿੱਤੇ ਦੱਸ ਸਾਧੂ ਡੂਢ ਦਰਜਨ ਨੇ। ਆਹੋ ਕੇਲਿਆਂ ਦੀ ਵੀ ਦਰਜਨੀ ਹੁੰਦੀ ਹੈ। ਡੂਢ ਦਰਜਨ। ਅੱਛਾ ਕਾਰਨ ਹੈ, ਦੇਖੋ ਕਾਰਨ ਇਹ ਆ ਵੀ ਇਹ ਜਿਹੜਾ ਮਸਲਾ ਹੈ ਇਸ ਵਕਤ ਜਿੱਥੇ ਆ ਕੇ ਫਸਿਆ, ਇਹਦੇ ਤਾਂ ਹਰੇਕ ਨੂੰ ਧਮਕੜੇ ਹੋਣਾ ਪੈਣਾ ਜੀ। ਐਨ ਗੱਲ ਇਹ ਆ ਵੀ ਤੁਸੀਂ ਦੇਖੋ ਵੀ ਮਾੜੀ ਜਿਹੀ ਵੀ ਤਣੀ ਫੜੀ ਹੁੰਦੀ ਆ, ਪਿਛਲੇ ਦਿਨੀ ਜੋ ਵੀ ਆ ਦਿੱਲੀ ਹਰਿਆਣਾ ਤੇ ਉਦੋਂ ਪੰਜਾਬ ਦੇ ਪੁਲਿਸ ਦੇ ਵਿੱਚ ਹੋਇਆ ਰੌਲਾ ਰੱਪਾ ਪਿਆ, ਲੋਕਾਂ ਨੇ ਉੱਤੇ ਵੀ ਇਤਰਾਜ਼ ਉਜਰ ਕੀਤਾ। ਹੋਰ ਜਿਹੜੀ ਵੀ ਚੀਜ਼ ਤੇ ਕਿਤੇ ਵੀ ਸੱਜੇ ਖੱਬੇ ਕੋਈ ਗੱਲ ਹੁੰਦੀ ਆ ਨਾਲ ਦੇ ਨਾਲ ਰੇਟਕਾ ਪੈ ਜਾਂਦਾ ਜੀ। ਪਰ ਜਿੱਥੇ ਕਿਤੇ ਕੋਈ ਗੱਲ ਚੰਗੀ ਹੁੰਦੀ ਆ ਲੋਕ ਉਹਨੂੰ ਸ਼ਾਬਾਸ਼ ਵੀ ਕਹਿਣ ਲੱਗ ਪਏ। ਇਹਦਾ ਫਰਕ ਇਹ ਪੈ ਗਿਆ ਵੀ ਆਹ ਜਿਹੜੀ ਇਲੈਕਸ਼ਨ ਸੀਗੀ ਇਹ ਅਗਲੇ ਕਹਿੰਦੇ ਅਸੀਂ ਬਦਲਾਅ ਲਈ ਕੀਤਾ, ਲੋਕ ਕਹਿੰਦੇ ਅਸੀਂ ਬਦਲਾਅ ਲਈ ਵੋਟਾਂ ਪਾਈਆਂ, ਤੇ ਲੋਕ ਅਜੇ ਉੱਥੇ ਖਲੋਤੇ ਨੇ ਵੀ ਸਾਨੂੰ ਚਾਹੀਦਾ ਜੀ ਵੀ ਜੇ ਬੰਦਾ ਉਤੋਂ ਕੋਈ ਵੀ ਸੱਜੇ ਖੱਬੇ ਹੁੰਦਾ ਤੇ ਲੋਕ ਦੁਆਲੇ ਵੀ ਹੁੰਦੇ ਆ। ਨਹੀਂ ਦੁਆਲੇ ਹੁੰਦੇ ਆ ਜੀ, ਠੋਕ ਵਜਾ ਕੇ ਹੁੰਦੇ ਆ। ਸੰਧਾਲੀਆ ਸਾਹਿਬ ਲਖੀਮਪੁਰ ਖੀਰੀ ਕਾਂਡ ਹੋਇਆ ਸੀ, ਕਿਸਾਨ ਅੰਦੋਲਨ ਚੱਲਦਾ ਸੀ ਤਾਂ ਬੰਦੇ ਥੱਲੇ ਦੇ ਕੇ ਮਾਰਤੇ, ਆਪਾਂ ਸਾਰਿਆਂ ਨੂੰ ਪਤਾ, ਬੜੀ ਚਰਚਾ ਚੱਲੀ, ਸਾਰੇ ਇੱਕ ਸਿਆਸੀ ਪਾਰਟੀ ਉਧਰਲੇ ਪਾਸੇ ਨੂੰ ਗਈ, ਹੁਣ ਕੋਈ ਵੀ ਨਹੀਂ ਜਾਂਦੇ। ਆ ਕਿਸਾਨ ਜਥੇਬੰਦੀਆਂ ਪਿਛਲੇ ਦਿਨ ਹੀ ਗਈਆਂ ਸੀ, ਪੀੜਤ ਪਰਿਵਾਰਾਂ ਨੂੰ ਮਿਲ ਕੇ ਆਈਆਂ, ਕਿਉਂਕਿ 2 ਗਵਾਹਾਂ ਦੇ ਉੱਤੇ ਹਮਲੇ ਹੋਏ ਸੀ। ਉਹਦੇ ਤੋਂ ਬਾਅਦ ਅਜੇ ਮਿਸ਼ਰਾ ਮੰਤਰੀ ਦਾ ਪੁੱਤ ਜਿਹੜਾ ਆਸ਼ੀਸ਼ ਮਿਸ਼ਰਾ ਹੈ, ਉਹਦੀ ਜ਼ਮਾਨਤ ਰੱਦ ਕਰ ਦਿੱਤੀ ਸੀ ਮਾਣਯੋਗ ਸੁਪਰੀਮ ਕੋਰਟ ਨੇ। ਹੁਣ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ, ਉਹਦੇ ਨਾਲ ਤੇ ਜਿਹੜੇ 4 ਬੰਦੇ ਸੀ ਉਹਨਾਂ ਨੇ ਜ਼ਮਾਨਤ ਦੀਆਂ ਅਰਜ਼ੀਆਂ ਦਿੱਤੀਆਂ, ਜੀ ਸਾਨੂੰ ਹੁਣ ਜ਼ਮਾਨਤ ਦੇ ਦਿੱਤੀ ਜਾਵੇ। 4 ਦੀਆਂ ਜ਼ਮਾਨਤ ਅਰਜ਼ੀਆਂ ਰੱਦ। ਤੇ ਹਾਈ ਕੋਰਟ ਨੇ ਕਹਿੰਦੇ ਉੱਥੇ ਵੀ ਟਿੱਪਣੀ ਕੀਤੀ ਹੈ ਕਿ ਜੇ, ਕਿਉਂਕਿ ਉਸ ਦਿਨ ਤੁਹਾਨੂੰ ਯਾਦ ਹੋਣਾ ਕਿ ਉਹ ਬਾਰ-ਬਾਰ ਕਹਿੰਦੇ ਸੀ ਜੀ ਸਾਡੇ ਤੇ ਕੁਸ਼ਤੀਆਂ ਸੀ, ਅਸੀਂ ਤਾਂ ਕੁਸ਼ਤੀਆਂ 'ਚ ਲੱਗੇ ਸੀ। ਇੱਥੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਸਾਹਿਬ ਨੇ ਆਉਣਾ ਸੀ, ਅਜੇ ਮਿਸ਼ਰਾ ਸਾਹਿਬ, ਉੱਥੇ ਉਹਨਾਂ ਦਾ ਭਾਸ਼ਣ ਬੜਾ ਵਾਇਰਲ ਹੋਇਆ ਸੀ ਕਿ ਮੈਨੂੰ ਇਕੱਲਾ MLA ਮੰਤਰੀ MP ਸਿਆਸਤਦਾਨ ਨਾ ਸਮਝੋ, ਨਹੀਂ ਤਾਂ ਪਤਾ ਕਰ ਲਿਓ ਮੇਰੇ ਇਤਿਹਾਸ ਦਾ। ਅਦਾਲਤ ਨੇ ਟਿੱਪਣੀਆਂ ਕੀਤੀਆਂ ਕਿ ਜੇ ਮੰਤਰੀ ਸਾਹਿਬ ਨੇ ਉਹ ਬਿਆਨ ਨਾ ਦਿੱਤਾ ਹੁੰਦਾ, ਉੱਥੇ ਉਹ ਭਾਸ਼ਣ ਨਾ ਦਿੱਤਾ ਹੁੰਦਾ, ਤਾਂ ਲਖੀਮਪੁਰ ਖੀਰੀ ਵਾਲੀ ਘਟਨਾ ਨਹੀਂ ਸੀ ਵਾਪਰਨੀ। ਤੇ ਜਿਹੜੇ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਨੇ, ਜਿਹੜੇ ਲੋਕਾਂ ਤੇ ਪ੍ਰਭਾਵ ਪਾ ਸਕਦੇ ਆ, ਉਹਨਾਂ ਨੂੰ ਆਪਣੀ ਹੈਸੀਅਤ, ਆਪਣੀ ਸਥਿਤੀ, ਆਪਣਾ ਅਹੁਦਾ ਦੇਖ ਕੇ ਬਿਲਕੁਲ ਸੀਮਾ ਦੇ ਵਿੱਚ ਰਹਿ ਕੇ ਬੋਲਣਾ ਚਾਹੀਦਾ। ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਲੋਕ ਮਰੇ ਨੇ ਤੇ ਅਦਾਲਤ ਨੇ ਕਿਹਾ ਕਿ ਭਾਈ ਭਾਸ਼ਣ ਤੋਂ ਬਾਅਦ ਇਹ ਸਾਰੀ ਘਟਨਾ ਘਟੀ ਹੈ। ਹੋਰ ਦੇਖੋ ਅਦਾਲਤ ਨੇ ਇਸ ਮੁੱਦੇ ਤੇ ਵੀ ਟਿੱਪਣੀ ਕੀਤੀ ਕਿ ਧਾਰਾ 144 ਲੱਗੀ ਸੀ, ਇਹਦੇ ਬਾਵਜੂਦ ਵੀ ਕਹਿੰਦੇ ਕੁਸ਼ਤੀ ਮੁਕਾਬਲਾ ਰੱਖ ਲਿਆ। ਕਹਿੰਦੇ ਜੀ ਧਾਰਾ 144 ਲੱਗੀ ਸੀ, ਇਹਦੇ ਬਾਵਜੂਦ ਵੀ ਫੈਸਲਾ ਕਰ ਲਿਆ ਲੀਡਰਾਂ ਨੇ ਕਿ ਭਾਈ ਆਪਾਂ ਉੱਥੇ ਜਾਣਾ। ਕਹਿੰਦੇ ਜਦ ਉੱਥੇ ਜਾਇਆ ਨਹੀਂ ਸੀ ਜਾ ਸਕਦਾ, ਮੁਕਾਬਲਾ ਕਰਾਇਆ ਨਹੀਂ ਸੀ ਜਾ ਸਕਦਾ, ਜਦ ਪਤਾ ਹੈ ਕਿ ਕਾਨੂੰਨ ਉਸ ਗੱਲ ਦੀ ਆਗਿਆ ਨਹੀਂ ਦਿੰਦਾ, ਫਿਰ ਗਏਗਾ ਤਾਂ। ਇਹ ਦੇਖੋ ਇੱਕ ਗੱਲ ਤੇ ਹੈਗੀ ਆ, ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਗਈਆਂ, ਉਹਦੇ ਨਾਲ ਇੱਕ ਤੇ ਜਿਹੜੇ ਬੰਦੇ ਉੱਥੇ ਸੀਗੇ ਜੀ, ਜਿਨ੍ਹਾਂ ਦਾ ਨੁਕਸਾਨ ਹੋਇਆ, ਚਾਹੇ ਬੰਦਿਆਂ ਦਾ ਹੋਇਆ, ਚਾਹੇ ਸੱਟਾਂ ਪੇਟਾਂ ਲੱਗੀਆਂ, ਜਾਂ ਜਿਹਨਾਂ ਨੂੰ ਲੱਗਦਾ ਸੀ ਵੀ ਅਸੀਂ ਯਾਰ ਅੰਦੋਲਨ 'ਚ ਖੜੇ ਤੇ ਲੀਡਰ ਤਾਂ ਚੱਲ ਗਏ, ਹੁਣ ਸਾਡੀ ਕਿਹਨੇ ਬਾਂਹ ਫੜਨੀ ਆ। ਦੁਬਾਰਾ ਜਦੋਂ ਉੱਥੇ ਗਏ ਤੇ ਐਟਲੀਸਟ ਅਗਲਿਆਂ ਨੂੰ ਲੱਗਾ ਵੀ ਨਹੀਂ ਯਾਰ ਸਾਡੇ ਨਾਲ ਹੈਗੇ ਜੇ ਬੰਦੇ ਖਲੋਤੇ। ਦੂਜੀ ਗੱਲ ਇਹ ਵੀ ਜਦੋਂ ਪੈਰਵਾਈ ਹੋਣ ਲੱਗ ਪਈ ਤਾਂ ਉਹ ਜਿਹੜਾ ਪ੍ਰੈਸ਼ਰ ਪਹਿਲਾਂ ਦਾ ਬਿਲਡਅਪ ਹੋਇਆ ਸੀਗਾ ਉਹ ਐਜ਼ ਇਟ ਇਜ਼ ਰਿਹਾ ਤਾਂ ਹੀ ਹੁਣ, ਕਿਉਂਕਿ ਜਦੋਂ ਉੱਥੇ ਉਹ ਜਿਹੜਾ ਘਰ ਪਰਿਵਾਰ ਆ, ਜਦੋਂ ਅਗਲੇ ਨੂੰ ਜਦ ਪਈ ਹੁਣ ਇਹ ਇਕੱਲਾ ਹੀ, ਕਿਉਂਕਿ ਪਿਛਲੇ ਦਿਨ ਉਹ ਗੱਲਾਂ ਆਉਣ ਲੱਗ ਪਈਆਂ ਸੀ ਵੀ ਹਾਂ ਬੰਦੇ ਘੇਰ ਕੇ ਤੇ ਅਗਲੇ ਧਮਕੀਆਂ ਵੀ ਦੇਣ ਲੱਗੇ ਵੀ ਤੂੰ ਬੜਾ ਗਵਾਹ ਬਣਿਆ ਫਿਰਦਾ। ਮੇਰੇ ਖਿਆਲ ਨਾਲ ਹੁਣ ਜੀ ਇਸ ਮੌਕੇ ਦੇ ਉੱਪਰ ਜਦੋਂ ਅਦਾਲਤ ਵੀ ਉਸ ਚੀਜ਼ ਦੀ ਸੀਰੀਅਸਨੈਸ ਨੂੰ ਨੋਟ ਕਰਦੀ ਹੈ ਵੀ ਆਹ ਚੀਜ਼ਾਂ ਕਿਤੇ ਨਾ ਕਿਤੇ ਨਾ ਹੁੰਦੀਆਂ ਤੇ ਆਹ ਨੁਕਸਾਨ ਨਾ ਹੁੰਦਾ, ਤੇ ਮੇਰੇ ਖਿਆਲ ਨਾਲ ਇਹੋ ਜਿਹੇ ਮੌਕੇ ਦੇ ਉੱਪਰ ਜੇ ਇਸ ਕੇਸ ਨੂੰ ਸਹੀ ਢੰਗ ਨਾਲ ਲੜਿਆ ਜਾਵੇ ਤੇ ਸ਼ਾਇਦ ਜਿਹੜੇ ਲੋਕ ਵਾਕਈ ਦੋਸ਼ੀ ਨੂੰ ਸਜ਼ਾਵਾਂ ਮਿਲ ਜਾਣ। ਹਾਂ ਨਹੀਂ ਦੇਖੋ ਕੋਈ ਵੀ ਦੋਸ਼ੀ ਹੋਵੇ ਸਜ਼ਾ ਮਿਲਣੀ ਚਾਹੀਦੀ ਹੈ, ਮੁੜ ਕੇ ਕਿਸੇ ਦੀ ਹਿੰਮਤ ਨਹੀਂ ਹੋਣੀ ਚਾਹੀਦੀ, ਕਿਉਂਕਿ ਕੱਖ ਨਹੀਂ ਸੀਗੇ, ਉਹ ਬੰਦੇ ਸੀਗੇ। ਕੱਖ ਹੁੰਦਾ ਨਾ ਕਿ ਕੋਈ ਗੱਲ ਨਹੀਂ, ਕੱਖ ਪਿਆ ਕੇ ਤੇ ਤੁਸੀਂ ਸਾਈਕਲ ਚਲਾਉਣੇ, ਸਕੂਟਰ ਚਲਾਉਣੇ, ਗੱਡੀ ਚਲਾਉਣੇ, ਟਾਇਰ ਰੰਘਾ ਦਿਓ, ਤੁਹਾਨੂੰ ਕੋਈ ਇਤਰਾਜ਼ ਥੋੜੀ ਹੁੰਦਾ, ਪਰ ਉਹ ਤਾਂ ਬੰਦੇ ਸੀਗੇ ਨਾ। ਵੀਡੀਓ ਆ ਗਈਆਂ, ਸਾਰਾ ਕੁਝ ਸਾਹਮਣੇ ਆਇਆ, ਉਹਦੇ ਤੋਂ ਬਾਅਦ ਹੀ ਕਹਾਣੀਆਂ ਜਿਹੜੀਆਂ ਉਹ ਚੱਲੀਆਂ। ਹੁਣ ਅਦਾਲਤ ਬਹੁਤ ਸਖਤੀ ਦੇ ਨਾਲ ਇਸ ਮੁੱਦੇ ਤੇ ਕੰਮ ਕਰ ਰਹੀ ਹੈ, ਉਹ ਚੰਗਾ ਲੱਗ ਰਿਹਾ ਕਿ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਜਿਹੜਾ ਹੈ ਉਹ ਸੰਧਾਲੀਆ ਸਾਹਿਬ ਉਧਰਲੇ ਪਾਸੇ ਬਹਾਲ ਹੋਊਗਾ। ਵਧੀਆ। ਪੰਜਾਬ ਦੇ 13,000 ਪਿੰਡ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ 13,000 ਪਿੰਡ ਦੇ ਵਿੱਚ ਜਿਹਨੇ ਵੀ ਕਿਸੇ ਨੇ ਜ਼ਮੀਨ ਦੱਬੀ ਉਹਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਛੱਡ ਦੇ ਨੂੰ, ਕਿਉਂਕਿ ਨਾ ਸੰਗ ਆਉਣੀ ਚਾਹੀਦੀ ਹੈ। ਜਿਹਨੇ ਵੀ ਜ਼ਮੀਨ ਕਿਤੇ ਦੱਬੀ ਆ, ਮਰਲਾ, ਕਨਾਲ, ਏਕੜ, 100 ਏਕੜ, ਕਿਉਂਕਿ ਕਈ ਜਗ੍ਹਾ ਤੇ ਬਹੁਤ ਜ਼ਮੀਨਾਂ ਦੱਬੀਆਂ,
ਚੁੱਪ ਕਰਕੇ ਛੱਡ ਦੇਣ ਤੇ ਇਹ ਕਹਿ ਸਕਦੇ ਆ ਜੇ ਮੁੱਖ ਮੰਤਰੀ ਦੇ ਪਿੰਡ ਨੇ ਛੱਡ ਦਿੱਤੀ ਤਾਂ ਫਿਰ ਸਾਨੂੰ ਕੀ ਆ। 13 ਕੁ ਬੰਦਿਆਂ ਨੇ, ਮੁੱਖ ਮੰਤਰੀ ਸਾਹਿਬ ਦਾ ਪਿੰਡ ਸਤੌਜ ਹੈ, 13 ਕੁ ਬੰਦਿਆਂ ਦੇ ਕੋਲ 10 ਏਕੜ ਹੋਣੀ ਆ, ਮਾੜੀ ਮੋਟੀ ਥੱਲੇ ਆ ਗਈ ਹੋਣੀ ਕਿਤੇ, ਜਾਣੀ ਕੋਈ ਜਾਣ ਕੇ ਥੋੜੀ ਦੱਬਦਾ ਹੀ ਪੰਜਾਬ 'ਚ, ਤੇ ਉਹ ਛੱਡੀ, ਸਾਰਿਆਂ ਨੇ ਸਹਿਮਤੀ ਨਾਲ ਛੱਡਤੀ ਕਿ ਭਾਈ ਨਹੀਂ ਮੁੱਖ ਮੰਤਰੀ ਸਾਹਿਬ ਆਪਣੇ ਪਿੰਡ ਦੇ ਆ, ਉਹਨਾਂ ਨੇ ਮੁਹਿੰਮ ਚਲਾਈ, ਇੱਦਾਂ ਥੋੜੀ ਗੱਲ ਆ। ਤੇ ਉਹ ਫਿਰ ਉਹ ਲਾਈਵ ਹੋਏ ਸੀ, ਆ ਦੇਖੋ ਆ ਤਾਈ ਉਹਨਾਂ ਨੇ ਵੀ ਛੱਡ ਦਿੱਤੀ ਆ, ਉਹਨਾਂ ਨੇ ਵੀ ਛੱਡ ਦਿੱਤੀ ਆ, ਆਪਣੇ ਅੰਕਲ ਜੀ ਹੁਣੀ ਆ ਨਾ ਹੁਣ ਇਹਨਾਂ ਨੇ ਵੀ ਛੱਡ ਦਿੱਤੀ ਆ, ਬਹੁਤ ਵਧੀਆ, ਬਾਕੀ ਪੰਜਾਬ ਵਾਲੇ ਤੁਸੀਂ ਵੀ ਛੱਡ ਦਿਓ। ਮੈਂ ਕਹਿੰਦਾ 117 ਦਾ ਆਪਣੇ ਕੋਲ MLA ਨੇ, ਉਹ ਆਪੋ ਆਪਣੇ ਪਿੰਡਾਂ ਜਾ ਕੇ ਬੇਨਤੀ ਕਰਨ ਕਿ ਛੱਡ ਦਿਓ ਭਾਈ, ਫਿਰ ਪ੍ਰੈਸ ਕਾਨਫਰੰਸਾਂ ਕਰਨ ਕਿ ਭਾਈ ਆ ਦੇਖੋ ਸਹਿਮਤੀ ਨਾਲ ਛੱਡੀ ਹੈ। 1 ਅਰਬ ਹੁੰਦਾ ਮੇਰੇ ਖਿਆਲ 100 ਕਰੋੜ ਸ਼ਾਇਦ, ਜੇ ਇਦਾਂ ਹੀ ਆ ਤਾਂ ਪਤਾ ਨਹੀਂ ਹੁਣ ਆਪਾਂ ਕਿਹੜਾ ਹਿਸਾਬ ਦੇ ਮਾਟਰ। 2.5 ਅਰਬ ਦੀ ਜ਼ਮੀਨ ਛਡਾ ਲਈ ਮੰਤਰੀ ਸਾਹਿਬ ਕਹਿੰਦੇ, 2.5 ਅਰਬ ਦੀ ਜ਼ਮੀਨ ਤੇ ਅਜੇ ਹਫਤਾ 1 ਹੋਇਆ। ਮੈਂ ਨਾ ਇਦਾਂ ਹੀ ਲੱਗ ਰਿਹਾ ਤੁਸੀਂ ਹੋਰ ਕੁਛ ਵੀ ਨਾ ਕਰੋ ਪੰਚਾਇਤ ਮੰਤਰੀ ਸਾਹਿਬ, ਤੁਸੀਂ ਇਦਾਂ ਆਹੋ ਮਤਲਬ ਇਹ ਉਹ ਜ਼ਮੀਨਾਂ ਨੇ ਵੀ ਜੇ ਜ਼ਮੀਨਾਂ ਹੋਣਗੀਆਂ ਇਦਾਂ ਦੀਆਂ ਤੇ ਕੱਲ ਨੂੰ ਪੰਜਾਬ ਹੋ ਜਾਣੇ ਹੌਸਲੇ ਤੇ ਹੋਊਗਾ ਵੀ ਉਹ ਐਵੇਂ ਪਰਵਾਹ ਨਹੀਂ ਕਰਨੀ। 2.5-3 ਲੱਖ ਕਿਹੜਾ ਕਰਜ਼ਾ ਹੁੰਦਾ ਯਾਰ, ਤੇ ਸਾਡੇ ਕੋਲੇ ਤਾਂ ਇੰਨੀ ਜਾਇਦਾਦ ਆ। ਅੱਛਾ, ਦੂਜੀ ਗੱਲ ਇਹ ਵੀ ਆ ਵੀ ਇਹ ਸਾਰੇ ਕੁਝ ਦੇ ਵਿੱਚ ਇੱਕ ਰਾਮ ਸੰਧੂ ਨੇ ਲਿਖੀ ਸੀ ਉਹਦੇ ਤੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ, ਉਹ ਪੁਰਾਣਾ ਜ਼ਿਕਰ ਕਰਦੇ ਸੀ ਆਪਣੇ ਤੌਰ ਤੇ ਵੀ ਹਾਂ ਯਾਰ ਇੱਦਾਂ ਬੰਦਿਆਂ ਨੇ ਜ਼ਮੀਨ ਦੱਬੀ ਸੀ। ਤੇ ਅਸਲ ਦੇ ਵਿੱਚ ਉਹਦਾ ਜਿਹੜਾ ਕਰਕਸ ਨਿਕਲਦਾ ਸੀ, ਕਰਕਸ ਇਹ ਨਿਕਲਦਾ ਸੀ ਵੀ ਲੜਾਈ 'ਚ ਕੁਛ ਨਹੀਂ ਰੱਖਿਆ, ਵੀ ਬੰਦਿਆਂ ਦੇ ਨਾਲ ਥਾਂ ਥਾਂ ਗੱਲ ਕਰਕੇ ਤੇ ਹਗੇਰ ਦਾ ਐਕਸਕਿਊਜ਼ ਇੱਕੋ ਹੀ ਹੁੰਦਾ ਯਾਰ ਉਹਨੇ ਨਹੀਂ ਦੱਬੀ, ਫਿਰ ਉਹ ਕਹਿੰਦੇ ਚੱਲ ਉਹਨੇ ਦੱਬੀ ਉਹ ਛੱਡ ਦੇ, ਚੱਲ ਫਿਰ ਜੇ ਉਹ ਛੱਡ ਦੂ ਫਿਰ ਮੈਂ ਵੀ ਛੱਡ ਦੂੰ, ਉਹ ਛੱਡ ਦੂ ਤੇ ਮੈਂ ਵੀ ਛੱਡ ਦੂੰ ਵਾਲੀ ਗੱਲ ਦੇ ਉੱਪਰ ਜੇ ਲਿਆਂਦਾ ਜਾਵੇ ਤੇ ਹੁਣ ਤੇ ਮੇਰੇ ਖਿਆਲ ਨਾਲ ਉਦਾਹਰਨ ਹੀ ਸੈੱਟ ਹੋ ਗਿਆ। ਉਹ ਕਹਿੰਦੇ ਵੀ ਜੇ ਉਹਨਾਂ ਨੇ ਛੱਡਦੀ ਤੇ ਫਿਰ ਤੁਸੀਂ ਕਿਉਂ ਨਹੀਂ ਛੱਡਦੇ ਭਾਈ। ਨਾਲੇ ਹੁਣ ਤਾਂ ਸੁੱਖ ਨਾਲ ਸਨਮਾਨ ਵਾਲੀ ਗੱਲ ਹੀ, ਜਿਹੜਾ ਜ਼ਮੀਨ ਛੱਡਦਾ ਕਿਹੜਾ ਪਰਚਾ ਹੁੰਦਾ, ਦਾਣੇ ਹੀ ਮਿਲਦੇ ਆ ਚਾਰ। ਆਹੋ ਵੈਸੇ ਬਾਕੀ ਉਹ ਤੁਸੀਂ ਨਾ ਬਾਰ-ਬਾਰ ਇੱਕ ਵਰਤਦੇ ਹੋ ਸ਼ਬਦ ਕਰਕਸ, ਉਹਨੂੰ ਕਹਿੰਦੇ ਆ ਨਿਚੋੜ। ਹਾਂ ਨਹੀਂ ਮੈਂ ਨਿਚੋੜ ਤੋਂ ਨਿੰਬੂ ਆ ਜਾਂਦਾ, ਭਰਾ ਲੋਕਾਂ ਦੀਆਂ ਚੀਕਾਂ ਨਿਕਲੀਆਂ ਪਈਆਂ। ਕਦੇ ਨਹੀਂ ਮੈਂ ਵਰਤਦਾ, ਮੈਨੂੰ ਪਤਾ ਵੀ ਮੈਂ ਨਿਚੋੜ ਕਹਿਣਾ ਦਿਆਂ ਜਾਂ ਨਿਚੋੜਲਾ ਮਾੜਾ। ਸੰਧਾਲ ਜੱਸਾ ਕਹਿੰਦੇ ਵੀ ਉਹਦੀ ਮੁੱਛ ਤੇ ਨਿੰਬੂ ਖੜਦਾ ਹੀ, ਹੁਣ ਹੋ ਸਕਦਾ ਖੜਦਾ ਹੋਵੇ ਪਰ ਦਊਗਾ ਕੌਣ ਖੜਾਉਣ ਨੂੰ। ਨਹੀਂ ਉਹ ਕਾਰਨ ਆ ਵੀ ਉਹ ਹੁਣ ਤੇ ਨਿੰਬੂ ਦਾ ਰੇਟ ਸੁਣ ਕੇ ਮੁੱਛ ਨਹੀਂ ਖੜਦੀ ਯਾਰ, ਮੁੱਛ ਤੇ ਨਿੰਬੂ ਕਿਤੇ ਖੜਨਾ। ਆ ਚਲੋ ਇੱਕ ਗੱਲ ਆਪਾਂ ਜਾਂਦੇ ਜਾਂਦੇ ਜ਼ਿਕਰ ਕਰ ਜੀ, ਕੱਲ ਨੂੰ ਮੇਰਾ ਖਿਆਲ ਇਕੱਤਰਤਾ ਕੱਲ ਨੂੰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਦੀ ਆ, ਐਡਵੋਕੇਟ ਰਜਿੰਦਰ ਸਿੰਘ ਧਾਮੀ ਹੋਰਾਂ ਨੇ ਦੁਬਾਰਾ ਕਿਹਾ। ਉਹ ਕਹਿੰਦੇ ਵੀ ਅਸੀਂ ਆਪਣੇ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਹੁਣ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਉੱਥੇ ਆਉਣ, ਤਾਂ ਜੋ ਇੱਕ ਵਾਰ ਫਿਰ ਤੋਂ ਉੱਥੇ ਬਹਿ ਕੇ ਵਿਚਾਰ ਚਰਚਾ ਕੀਤੀ ਜਾ ਸਕੇ ਵੀ ਜਿਹੜੇ ਵਾਕਿਆ ਹੀ ਬੰਦੀ ਸਿੰਘ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਦੀ ਰਿਹਾਈ ਲਈ ਕੀ ਕੀਤਾ ਜਾ ਸਕਦਾ। ਨਹੀਂ ਬਹੁਤ ਜ਼ਰੂਰੀ ਹੈ ਜੀ। ਦੇਖੋ ਮਨੁੱਖੀ ਅਧਿਕਾਰ ਜਿਹੜੇ ਆ ਨਾ ਉਹ ਬਹੁਤ ਚੰਗੇ ਨੇ, ਤੇ SGPC ਮੋਹਰੀ ਹੋ ਕੇ ਲੜਾਈ ਲੜੇ ਜਿੰਨਾ ਚੰਗਾ ਹੋ ਸਕਦਾ, ਸ਼ਿੱਦਤ ਨਾਲ, ਐਨ ਚੰਗੇ ਤਰੀਕੇ ਤੇ ਇਸ ਤਰੀਕੇ ਨਾਲ ਲੜੇ ਕਿ ਸਾਰੀ ਸਿੱਖ ਸੰਗਤ ਦੁਬਾਰਾ ਕਲਾਵੇ ਚ ਆਵੇ, ਬੁੱਕਲ ਦੇ ਵਿੱਚ ਆਵੇ, ਇੱਕ ਥਾਂ ਹੋਵੇ। ਤੇ ਇਕੱਲੀ ਸਿੱਖ ਸੰਗਤ ਨੇ, ਬਹੁਤ ਸਾਰੇ ਲੋਕ ਜਿਹੜੇ ਨੇ ਇਸ ਮੁੱਦੇ ਦੇ ਉੱਤੇ ਮੈਨੂੰ ਲੱਗਦਾ ਕਿ ਨਾਲ ਖੜੋਣਗੇ। ਸੋ ਨਜ਼ਰਾਂ ਟਿਕੀਆਂ ਰਹਿਣਗੀਆਂ ਜੀ, ਭਲਕ ਨੂੰ ਹੁੰਦਾ ਕੀ ਉੱਥੇ। ਆਪਾਂ ਵੀ ਹੁਣ ਜਾਣੀ ਚੱਲੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਇੱਕ ਵਾਰ ਮੈਂ ਫਿਰ ਕਹਿ ਦੇਵਾਂ, ਸਾਡੀਆਂ ਖਬਰਾਂ ਸਾਡੀਆਂ ਗੱਲਾਂ ਸੁਣ ਕੇ ਹੋ ਸਕਦਾ ਕਿਸੇ ਵੇਲੇ ਮਨ 'ਚ ਗੱਲ ਆਉਂਦੀ ਵੀ ਯਾਰ ਉਹ ਆ ਵੀ ਮਾੜਾ ਹੋ ਗਿਆ, ਉਹ ਵੀ ਮਾੜਾ ਹੋ ਗਿਆ, ਹੁਣ ਪਤਾ ਨਹੀਂ ਕੀ ਹੋਣਾ। ਸਾਰਾ ਕੁਝ ਬੜਾ ਵਧੀਆ, ਆਂਢ ਗੁਆਂਢ ਘਰ ਪਰਿਵਾਰ ਸਭ ਕੁਝ ਬਹੁਤ ਵਧੀਆ ਚੱਲਦਾ। ਹਾਂ, ਇਹ ਉਹ ਖਬਰਾਂ ਨੇ ਜਿਹੜੀਆਂ ਜਾਣਨੀਆਂ ਜ਼ਰੂਰੀ ਹੁੰਦੀਆਂ ਨੇ, ਇਸ ਕਰਕੇ ਅਸੀਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਉਹਦੇ 'ਚ ਅਸੀਂ ਚੰਗੀਆਂ ਵੀ ਕਰਦੇ ਹਾਂ, ਜਿਹੜੀਆਂ ਮਨ ਨੂੰ ਪਰੇਸ਼ਾਨ ਕਰਨ ਵਾਲੀਆਂ ਹੁੰਦੀਆਂ ਉਹ ਤਾਂ ਕਰਨੀਆਂ ਪੈਂਦੀਆਂ। ਹੁਣ ਵੇਲਾ ਜਾਣਦਾ ਜੀ, ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਮਿਸ਼ਨ TV, ਤੁਹਾਡਾ ਆਪਣਾ, ਤੁਹਾਡੇ ਲਈ।